मैं तुहाडे नाल प्रिंस कागरा ते इस स्पैशल डिबेट दे विच अज असीं गल करांगे पराली दे मुद्दे उत्ते। दसदे हर साल किसानां नूं पराली साड़नी पैंदी है ते लगातार यही सिलसिला कई सालां तों चलदा आ रिहा है ते नाल दे नाल ही जेकर गल करिए सरकारां दी, सरकारां हमेशा ही वड्डे-वड्डे दावे करदियां ने, पराली दे नवें हल लभण दी गल करदियां ने, पर फिर भी किते ना किते सरकारां इस दावे नूं पूरे करदियां होइयां नज़र नहीं आउंदियां ते किसानां नूं हमेशा ही मजबूरन पराली साड़नी पैंदी है। ते अज इसे मुद्दे ते गलबात करांगे कि इस साल किस तरह दा माहौल है ते क्यों किसानां नूं इस बार फिर तो पराली साड़नी पै रही है, क्योंकि सरकारां वड्डे-वड्डे दावे करदियां ने, मशीनां नवीआं मशीनां लिआउण दे दावे करदियां ने कि नवीआं मशीनां दे नाल जो भी पराली होवेगी ਉਹ खेत ਦੇ ਵਿੱਚ ਹੀ ਉੱਥੇ ਹੀ ਜ਼ਮੀਨ ਦੇ ਵਿੱਚ ਹੀ ਉਹਨਾਂ ਦੇ ਸੈੱਟ ਕਰ ਦਿੱਤੀ ਜਾਵੇਗੀ, ਪਰ ਇਹ ਚੀਜ਼ਾਂ ਨਹੀਂ ਦਿਖਾਈ ਦਿੰਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਨੇ ਤੇ ਕਿਸਾਨਾਂ ਨੂੰ ਮਜਬੂਰ ਹੋ ਕੇ ਅਖੀਰ ਦੇ ਵਿੱਚ ਪਰਾਲੀ ਸਾੜਨੀ ਹੀ ਪੈ ਰਹੀ ਹੈ। ਅੱਜ ਸਾਡੇ ਨਾਲ ਇਸੇ ਡਿਬੇਟ ਦੇ ਉੱਤੇ ਜੁੜਨਗੇ ਸਾਡੇ ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਚਾਹਲ ਤੇ ਨਾਲ ਹੋਰ ਮਹਿਮਾਨ ਜੁੜਨਗੇ ਗੁਰਧਿਆਨ ਸਿੰਘ ਜੀ ਕਿਸਾਨ ਆਗੂ ਨੇ, ਉਸ ਤੋਂ ਬਾਅਦ ਕਾਂਗਰਸ ਤੋਂ ਨਰਿੰਦਰ ਸੰਧੂ ਜੀ ਜੁੜਨਗੇ ਤੇ ਸਵਾਗਤ ਹੈ ਸਾਰਿਆਂ ਦਾ ਇਸ ਸਪੈਸ਼ਲ ਡਿਬੇਟ ਦੇ ਵਿੱਚ। थैंक यू। शुरुआत करेंगे कुलदीप सिंह जी तो साडे सीनियर पत्रकार। सर किस तरह देख रहे हो सज इस बार दे सारे सिचुएशन नूं कि किसाने दे लई इस बार दी सिचुएशन किस तरह दी है? हमेशा पिछली वारां वांग ही है जी, तुसीं सड़कां ते जाओ पंजाब दियां ते तुहानूं नज़र आंदा थां थां ते पराली साड़ी जा रही है ते ये किसान दी मजबूरी है। ये किसान दी मजबूरी बन गई है जी कि ਉਹ ਪਰਾਲੀ ਨੂੰ ਸਾੜਨ ਤੋਂ ਬਗੈਰ ਉਹਦੇ ਕੋਲ ਕੋਈ ਹੋਰ ਚਾਰਾ ਨਹੀਂ ਬਚਦਾ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਸਰਕਾਰਾਂ ਦਾਅਵੇ ਵੀ ਬਹੁਤ ਕਰਦੀਆਂ ਨੇ, ਬਟ ਗਰਾਊਂਡ ਰਿਐਲਿਟੀ ਜੋ ਹੈ ਉਹ ਇਹ ਹੈ ਕਿ ਕਿਸਾਨਾਂ ਦਾ ਜਿਹੜਾ ਖਰਚਾ ਹੁੰਦਾ ਉਹ ਖਰਚਾ ਉਹਨਾਂ ਨੂੰ ਨਹੀਂ ਮਿਲਦਾ। ਐਤਕੀ ਮੌਨਸੂਨ ਵੈਸੇ ਤੁਹਾਨੂੰ ਪਤਾ ਬਹੁਤ ਪ੍ਰੋਲੌਂਗ ਹੋ ਗਿਆ ਮੌਨਸੂਨ, ਤੇ ਹਾਲੇ ਤੱਕ ਤਾਂ ਝੋਨੇ ਦੀ ਕਟਾਈ ਵੀ ਕਈ ਥਾਵਾਂ ਤੇ ਸ਼ੁਰੂ ਵੀ ਨਹੀਂ ਹੋਈ। ਮਤਲਬ ਕਿ ਜਦੋਂ ਜਿਵੇਂ ਜਿਵੇਂ ਕੱਟੀ ਜਾਏਗੀ ਉਹ ਤੋਂ ਬਾਅਦ ਤੁਸੀਂ ਦੇਖੋ ਇਮੀਡੀਏਟਲੀ ਕਣਕ ਦੀ ਬਿਜਾਈ ਦਾ ਮੌਸਮ ਸ਼ੁਰੂ ਹੈ। ਜਿੰਨਾ ਉਹ ਲੇਟ ਹੋਏਗਾ ਉਨਾ ਉਹਦਾ ਝਾੜ ਅੱਗੇ ਦੀ ਅੱਗੇ ਘਟਦਾ ਜਾਂਦਾ ਕਣਕ ਦਾ। ਜਿਹੜੇ ਖੇਤੀ ਕਰਦੇ ਨੇ ਉਹਨਾਂ ਨੂੰ ਇਸ ਗੱਲ ਦਾ ਭਲੀ ਭਾਂਤੀ ਅੰਦਾਜ਼ਾ ਹੈ। ਫਿਰ ਜ਼ਮੀਨ ਜਿਹੜੀ ਹੈ ਉਹ ਜਿਹੜੀ ਕਹਿੰਦੇ ਨੇ ਵੀ ਮਿੱਟੀ ਦੇ ਵਿੱਚ ਮਿਕਸ ਹੋ ਜਾਏਗਾ, ਪਰਾਲੀ ਮਿਕਸ ਹੋ ਜਾਏਗੀ, ਉਹਦੀ ਵੀ ਕਈ ਪ੍ਰੋਬਲਮਸ ਨੇ। ਤੇ ਇਹਦੇ ਵਾਸਤੇ ਦੇਖੋ ਹੋਰ ਵੀ ਇੱਕ ਹੋਰ ਵੱਡੀ ਗੱਲ ਇਹ ਹੈ ਕਿ ਕਿਸਾਨ ਤਾਂ 6000 ਰੁਪਏ ਪ੍ਰਤੀ ਏਕੜ ਦੀ ਥਾਂ ਤੇ 3000 ਰੁਪਏ ਏਕੜ ਲੈਣਾ ਵੀ ਮੰਨ ਗਏ ਸੀ ਕਾਫੀ ਹੱਦ ਤੱਕ, ਵੀ ਸਾਨੂੰ ਜਿਹੜੇ ਅਸੀਂ ਕਰ ਸਕਦੇ ਹਾਂ, ਜਿਹੜੇ ਸਾਡੇ ਕੋਲ ਸੰਦ ਹੈਗੇ ਨੇ, ਤੇ ਸਾਨੂੰ ਤੁਸੀਂ ਘੱਟੋ ਘੱਟ ਡੀਜ਼ਲ ਦਾ ਖਰਚਾ ਹੀ ਦੇ ਦਿਓ ਪ੍ਰਤੀ ਏਕੜ ਦਾ ਜੀ। ਉਹ ਸਰਕਾਰ ਦਾ ਪਿਛਲੇ ਸਾਲ ਦਾ ਹਲੇ ਬਕਾਇਆ ਪਿਆ। ਕਿਸਾਨ ਅਕਸਰ ਇਹ ਦੋਸ਼ ਲਗਾਉਂਦੇ ਨੇ, ਮਤਲਬ ਜੇ ਉਹ ਪੈਸੇ ਵੀ ਬਕਾਇਆ ਪਏ ਤੇ ਅਸੀਂ ਕਿਸ ਤਰ੍ਹਾਂ ਇਹ ਐਜ਼ਿਊਮ ਕਰ ਸਕਦੇ ਹਾਂ ਕਿ ਕਿਸਾਨ ਸਰਕਾਰ ਦੀ ਗੱਲ ਮੰਨ ਲੈਣਗੇ ਤੇ ਪਰਾਲੀ ਨੂੰ ਉਹ ਆਪਣੇ ਖੇਤਾਂ ਵਿੱਚ ਕੰਜ਼ਿਊਮ ਕਰਨਗੇ। ਦੂਜੀ ਵੱਡੀ ਗੱਲ ਇੱਕ ਹੋਰ ਵੀ ਹੈ, ਜੇ ਉਹ ਪਰਾਲੀ ਨੂੰ ਖੇਤ ਵਿੱਚੋਂ ਕੱਢ ਕੇ ਕਿਤੇ ਹੋਰ ਥਾਂ ਤੇ ਸਟੋਰ ਕਰਨ ਦਾ ਵੀ ਯਤਨ ਕਰਦੇ ਆ, ਉਹਦੇ ਵਾਸਤੇ ਜਗ੍ਹਾ ਵੀ ਚਾਹੀਦੀ ਹੈ ਜੀ, ਠੀਕ ਹੈ ਨਾ ਜੀ। ਉਹਦੇ ਵਾਸਤੇ ਮਸ਼ੀਨਰੀ ਤਾਂ ਚਲੋ ਮਸ਼ੀਨਰੀ ਵੀ ਹੈ ਤੇ ਮਸ਼ੀਨਰੀ ਦੇ ਨਾਲ ਲੇਬਰ ਵੀ ਤਾਂ ਲੱਗਣੀ ਹੈ। ਉਹਦੇ ਵਾਸਤੇ ਵੀ ਜਿਹੜੇ ਮਿਨੀਮਮ ਵੀ ਉਹਨਾਂ ਦੇ ਐਕਸਪੈਂਸਿਸ ਨੇ ਉਹ ਕਾਫੀ ਨੇ। ਸਰਕਾਰਾਂ ਨੂੰ ਇਸ ਵਾਸਤੇ ਬਹੁਤ ਗੰਭੀਰਤਾ ਨਾਲ ਸੋਚਣਾ ਚਾਹੀਦਾ। ਮੈਂ ਤਾਂ ਇੱਕ ਗੱਲ ਹੋਰ ਕਰਦਾ ਕਿ ਕਰੋਨਾ ਵੇਲੇ ਜਦੋਂ ਜ਼ਬਰਦਸਤੀ ਰੋਕਾਂ ਲੱਗੀਆਂ ਤਾਂ ਪੋਲਿਊਸ਼ਨ ਕਿਸ ਲੈਵਲ ਤੇ ਹੇਠਾਂ ਆਇਆ ਅਸੀਂ ਸਾਰੇ ਹੀ ਜਾਣਦੇ ਹਾਂ। ਪੰਜਾਬ ਵਿੱਚੋਂ ਸਾਨੂੰ ਸਾਰੇ ਪਹਾੜ ਦਿਖਣ ਲੱਗ ਗਏ ਸੀ ਬੜੇ ਕਲੀਅਰ। ਦਿੱਲੀ ਵਿੱਚ ਪੋਲਿਊਸ਼ਨ ਲੈਵਲ ਇੱਕਦਮ ਹੇਠਾਂ ਆ ਗਿਆ ਸੀ। ਆਲ ਓਵਰ ਇੰਡੀਆ ਇਹ ਹੋਇਆ, ਆਲ ਓਵਰ ਵਰਲਡ ਹੋਇਆ। ਮਤਲਬ ਇਹ ਨਵੇਂ ਤਰੀਕੇ ਦਾ ਇੱਕ ਚੀਜ਼ ਸੀ। ਤੇ ਕੀ ਅਸੀਂ ਇਸ ਤਰ੍ਹਾਂ ਦੀਆਂ ਵੀ ਕੋਈ ਰਿਸਟ੍ਰਿਕਸ਼ਨਸ ਲਾ ਸਕਦੇ ਹਾਂ? ਸਰਕਾਰ ਇਸ ਵਾਸਤੇ ਵੀ ਕੋਈ ਫਾਰਮੂਲਾ ਇਖਤਿਆਰ ਕਰ ਸਕਦੀ ਹੈ? ਜਿਵੇਂ ਕਿ ਹੁਣੇ ਤਾਜ਼ਾ ਕੇਜਰੀਵਾਲ ਨੇ ਕਿਹਾ ਹੈ, ਦਿੱਲੀ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਹੋਣਾ ਨੇ ਵੀ ਕੋਈ ਇੱਕ ਦਿਨ ਜਿਹੜੇ ਨੋ ਕਾਰਡੇ ਕੀਤਾ ਜਾਵੇ। ਪਹਿਲਾਂ ਈਵਨ ਆਊਟ ਦਾ ਫਾਰਮੂਲਾ ਵੀ ਚਲਾਇਆ ਗਿਆ। ਮਤਲਬ ਕਈ ਚੀਜ਼ਾਂ ਨੇ ਜਿਹੜੀਆਂ ਕੀਤੀਆਂ ਜਾ ਸਕਦੀਆਂ, ਬਟ ਇਹਦੇ ਵਾਸਤੇ ਸਭ ਤੋਂ ਪਹਿਲਾਂ ਜ਼ਰੂਰੀ ਹੈ ਵੀ ਜਿਹੜੀ ਸਰਕਾਰ ਹੈ ਉਹਦੀ ਵਿਲ ਹੋਣੀ ਬਹੁਤ ਵੱਡੀ ਗੱਲ ਹੈ। ਦੂਜੀ ਗੱਲ ਇਹ ਹੈ ਕਿ ਜਿਹੜੀ ਸੈਂਟਰ ਗਵਰਨਮੈਂਟ ਹੈ ਇਹਨੂੰ ਇਹਦੇ ਵਾਸਤੇ ਖਾਸ ਤੌਰ ਤੇ ਕਦਮ ਚੁੱਕਦੇ ਹੋਏ ਸਟੇਟਸ ਨੂੰ ਪੈਸਾ ਦੇਣਾ ਚਾਹੀਦਾ ਹੈ। ਜਿਹੜੇ ਸਟੇਟਸ ਖਾਸ ਤੌਰ ਤੇ ਜਿਹਨਾਂ ਉੱਪਰ ਇਹ ਦੋਸ਼ ਲਾਉਂਦੇ ਨੇ ਕਿ ਪਰਾਲੀ ਜਲਾਉਣ ਕਰਕੇ ਦਿੱਲੀ ਤੱਕ ਇੰਨਾ ਪੋਲਿਊਸ਼ਨ ਫੈਲ ਰਿਹਾ, ਤੇ ਵਾਈ ਡੋਂਟ ਦ ਸੈਂਟਰਲ ਗਵਰਨਮੈਂਟ, ਇਹ ਜਿਹੜੀ ਮਸ਼ੀਨਰੀ ਹੈ ਇਹ ਮਸ਼ੀਨਰੀ ਲਗਾਤਾਰ ਚੇਂਜ ਹੁੰਦੀ ਹੈ, ਫਿਰ ਮਸ਼ੀਨਰੀ ਵੀ ਪ੍ਰੋਵਾਈਡਡ ਨਹੀਂ ਹੈ। ਕਿਸਾਨ ਇਹ ਵੀ ਦੋਸ਼ ਲਗਾਉਂਦੇ ਨੇ ਉਹਨਾਂ ਕੋਲ ਮਸ਼ੀਨਰੀ ਵੀ ਨਹੀਂ ਹੈ। ਤੇ ਇਹਦਾ ਹੱਲ ਇੱਕੋ ਇੱਕ ਦੇਖੋ, ਕੋਈ ਹੱਲ ਨਜ਼ਰ ਨਹੀਂ ਆਉਂਦਾ। ਜਦੋਂ ਕਿਸਾਨ ਨੂੰ ਕੋਈ ਹੱਲ ਨਜ਼ਰ ਨਹੀਂ ਆਉਂਦਾ ਤਾਂ ਫਿਰ ਉਹ ਆਪਣਾ ਪਰਾਲੀ ਨੂੰ ਅੱਗ ਲਾਉਂਦਾ, ਤੇ ਉਹਦੇ ਕੋਲ ਵੈਰਾਈਟੀ ਆਫ ਰੀਜ਼ਨਸ ਨੇ ਇਹਨੂੰ
ਮਤਲਬ ਕਿ ਸਾਬਤ ਕਰਨ ਵਾਸਤੇ ਵੀ ਸਾਡਾ ਜਿਹੜਾ ਇਹ ਅੱਗ ਲਾਉਣਾ ਹੈ ਇਹ ਜਾਇਜ਼ ਹੈ। ਇਹ ਕਿਸ ਤਰ੍ਹਾਂ ਜਾਇਜ਼ ਦੱਸਦੇ ਨੇ ਉਹ ਵੀ ਦੇਖੋ, ਪਹਿਲਾਂ ਕਦੇ ਡੇਂਗੂ ਨਹੀਂ ਸੀ ਹੋਇਆ ਕਰਦਾ। ਇਹ ਜਿਹੜੇ ਅਸੀਂ ਪਰਾਲੀ ਸਾੜਦੇ ਆ ਇਹਦੇ ਨਾਲ ਜਿਹੜਾ ਧੂੰਆਂ ਉੱਠਦਾ ਇਹਦੇ ਨਾਲ ਮੱਛਰ ਮਰ ਜਾਂਦੇ ਨੇ, ਜਿਹੜੇ ਚੂਹੇ ਨੇ ਉਹ ਮਰ ਜਾਂਦੇ ਨੇ ਜ਼ਮੀਨ ਹੇਠਲੇ, ਜਿਹੜੇ ਕਿ ਹੁਣ ਬਹੁਤ ਵੱਧ ਚੁੱਕੇ ਨੇ, ਤੇ ਅਗਨੀ ਦੇ ਵਿੱਚ ਸਭ ਕੁਝ ਸ਼ੁੱਧ ਹੋ ਜਾਂਦਾ ਹੈ। ਇਹ ਕਿਸਾਨ ਅਕਸਰ ਮਤਲਬ ਉਹਨਾਂ ਕੋਲ ਹੋਰ ਕੀ ਹੈ, ਉਹ ਜਦੋਂ ਹੈ ਮਜਬੂਰੀ ਹੈ ਉਹਨਾਂ ਦੀ ਇਸ ਗੱਲ 'ਚ ਕੋਈ ਮਜਬੂਰ ਹੋ ਕੇ ਪਰਾਲੀ ਨੂੰ ਅੱਗ ਲਾਉਂਦੇ ਨੇ, ਤੇ ਫਿਰ ਉਹਨਾਂ ਦੀ ਜਸਟੀਫਿਕੇਸ਼ਨਸ ਇਹ ਨੇ। ਤੇ ਇਹ ਜਸਟੀਫਿਕੇਸ਼ਨ ਇਸ ਕਰਕੇ ਕੋਈ ਸਰਕਾਰ ਕੋਈ ਉਪਰਾਲਾ ਨਹੀਂ ਕਰਦੀ। ਤੇ ਮੇਨ ਤਾਂ ਮੈਂ ਤਾਂ ਇਹੀ ਕਹਾਂਗਾ ਕਿ ਜਿਹੜੀ ਹੁਣ ਸਰਕਾਰ ਐਕਸ਼ਨ ਮੋਡ 'ਚ ਆਈ ਆ ਕਾਂਗਰਸ ਦੀ, ਬੜੀ ਆਪਾਂ ਦੇਖ ਰਹੇ ਹਾਂ ਬੜੀ ਤੇਜ਼ੀ ਨਾਲ ਐਕਸ਼ਨ ਮੋਡ 'ਚ ਆਈ ਆ, ਔਰ ਕਈ ਤਰੀਕੇ ਦੇ ਜਿਹੜੇ ਅਨਾਉਂਸਮੈਂਟਸ ਕੀਤੀਆਂ ਜਾ ਰਹੀਆਂ, ਤੇ ਉਹਦੇ ਵਿੱਚ ਇੱਕ ਅਨਾਉਂਸਮੈਂਟ ਇਹ ਵੀ ਹੋ ਜਾਣੀ ਚਾਹੀਦੀ ਹੈ ਕਿ ਕਿਸਾਨਾਂ ਨੂੰ ਪਰਾਲੀ ਅੱਗ ਲਾਉਣ ਦੀ ਥਾਂ ਤੇ ਉਹ ਜੋ ਵੀ ਮੰਗਦੇ ਨੇ ਜਾਇਜ਼ ਜੀ ਬਿਲਕੁਲ। ਤੇ ਇਸੇ ਦੇ ਨਾਲ ਹੀ ਹੁਣ ਸਰਕਾਰ ਦੀ ਗੱਲ ਆਈ ਹੈ ਤੇ ਸਾਡੇ ਨਾਲ ਜੁੜੇ ਹੋਏ ਨੇ ਨਰਿੰਦਰ ਸੰਧੂ ਜੀ, ਕਾਂਗਰਸ ਸਰਕਾਰ ਦੇ ਬੁਲਾਰੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸੰਧੂ ਸਾਹਿਬ, ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਤੇ ਇਸ ਸਾਲ ਸਰਕਾਰ ਦੇ ਕੀ ਪੁਖਤਾ ਪ੍ਰਬੰਧ ਨੇ? ਦੇਖੋ ਪ੍ਰਿੰਸ ਜੀ, ਬੜੀ ਵਧੀਆ ਗੱਲ ਸਰਦਾਰ ਕੁਲਦੀਪ ਸਿੰਘ ਜੀ ਨੇ ਕਹੀ। ਅਕਸਰ ਡਿਬੇਟਾਂ 'ਚ ਬੜੀ ਪਾਏਦਾਰ ਤੇ ਬੜੀ ਵਜ਼ਨੀ ਗੱਲ ਕਰਦੇ ਨੇ, ਕਿਉਂਕਿ ਇਹ ਕਿਸੇ ਪਾਰਟੀ ਨਾਲ ਬਿਲੋਂਗ ਨਹੀਂ ਕਰਦੇ, ਪੱਤਰਕਾਰੀ ਕਰਦੇ ਨੇ, ਪਰ ਬੜੀ ਮਿਆਰੀ ਪੱਤਰਕਾਰੀ ਕਰਦੇ ਨੇ। ਮੈਂ ਉਹਨਾਂ ਨੂੰ ਬੜਾ ਕਲੋਜ਼ਲੀ ਵਾਚ ਕਰਦਾ। ਦੇਖੋ ਜਿਹੜੀ ਇਹਨਾਂ ਨੇ ਗੱਲ ਕਹੀ ਨਾ, ਪਰਾਲੀ ਜੱਟਾਂ ਦੀ ਤੇ ਕਿਸਾਨਾਂ ਦੀ ਮਜਬੂਰੀ ਆ ਪਰਾਲੀ ਸਾੜਨਾ। ਮਜਬੂਰੀ ਇਸ ਕਰਕੇ ਆ ਵੀ ਉਹਨਾਂ ਨੂੰ ਜਿਹੜੀ ਕਾਸਟ ਆ ਉਹਦੀ ਗਵਰਨਮੈਂਟ ਘੱਟ ਦਿੰਦੀ ਆ, ਜਿਹੜੀ ਕਟਾਈ ਦੀ, ਤੇ ਉਹਨਾਂ ਨੂੰ ਲੇਬਰ ਵੱਧ ਪੈਂਦੀ। ਕਿਸਾਨ ਅੱਗੇ ਹੀ ਕਰਜ਼ੇ ਥੱਲੇ ਦੱਬੇ। ਆਪਾਂ ਵੇਖਿਆ ਕਿਸਾਨੀ ਦੇ ਵਾਸਤੇ ਆਪਾਂ ਰੋਜ਼ ਡਿਬੇਟਸ ਕਰਦੇ ਹਾਂ, ਪਰ ਕਿਉਂਕਿ ਇਹਦੇ ਨਾਲ ਪਰਿਆਵਰਨ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਸਾਡੇ ਵਾਤਾਵਰਨ ਬਹੁਤ ਦੂਸ਼ਿਤ ਹੋ ਰਿਹਾ। ਓਜ਼ੋਨ ਦੀ ਲੇਅਰ ਜਿਹੜੀ ਉਹ ਵੀ ਤੁਹਾਨੂੰ ਪਤਾ ਖਰਾਬ ਹੋ ਰਹੀ ਆ। ਇਹਦਾ ਪਾਏਦਾਰ ਹੱਲ ਜਿਹੜਾ ਉਹ ਲੱਭਿਆ ਜਾਣਾ ਚਾਹੀਦਾ। ਮੈਂ ਵੀ ਇਸ ਗੱਲ ਦੇ ਵਿੱਚ ਬਿਲਕੁਲ ਐਗਰੀ ਕਰਦਾ। ਜਿਹੜੀ ਗੱਲ ਕਹੀ ਪਿਛਲੇ ਸਾਲ ਦੇ ਬਕਾਏ ਦੀ ਆ ਜਾਂ ਇਸ ਸਾਲ ਦੇਣਾ ਚਾਹੀਦਾ, ਬਿਲਕੁਲ ਇਹਦੇ ਵਾਸਤੇ ਸਰਦਾਰ ਕੁਲਦੀਪ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਕੱਲ ਹੀ ਮੀਟਿੰਗ ਦੇ ਵਿੱਚ ਇਹ ਮਤਾ ਪਾਸ ਹੋ ਰਿਹਾ ਵੀ ਇਹਨਾਂ ਕਿਸਾਨਾਂ ਨੂੰ ਸਭ ਤੋਂ ਪਹਿਲਾਂ, ਕਿਉਂਕਿ ਜਦੋਂ ਤੱਕ ਕੋਈ ਮਸਲਾ ਨਹੀਂ ਆਉਂਦਾ ਉਦੋਂ ਤੱਕ ਹੱਲ ਨਹੀਂ ਹੁੰਦਾ। ਪਿਛਲੀਆਂ ਸਰਕਾਰਾਂ ਨੇ ਕੀ ਨਹੀਂ ਕੀਤਾ, ਕੀ ਕੀਤਾ ਆਪਾਂ ਉੱਤੇ ਨਹੀਂ ਪੈਣਾ। ਆਪਾਂ ਤੇ ਆ ਅੱਜ ਦੇ ਹਾਲਾਤ ਦੇ ਵਿੱਚ ਜਿਹੜੀ ਕਿਸਾਨ ਅੱਗੇ ਹੀ ਮਰ ਰਿਹਾ ਉਹਨੂੰ ਆਪਾਂ ਕਿਵੇਂ ਬਚਾਈਏ। ਤੇ ਸਭ ਤੋਂ ਵਧੀਆ ਤੇ ਹੱਲ ਇਹ ਹੀ ਆ ਵੀ ਜਿਹੜੀ ਪਰਾਲੀ ਵੱਧ ਜਾਂਦੀ ਆ, ਅਵੇਅਰ ਕੀਤਾ ਜਾਵੇ ਵੀ ਉਹਨੂੰ ਪਰਾਲੀ ਨੂੰ ਜ਼ਮੀਨ ਤੋਂ ਕੱਟਿਆ ਜਾਵੇ। ਕਿਉਂ? ਵੇਖੋ, ਅੱਗੇ ਪੈਦਾਵਾਰ ਘੱਟ ਸੀ, ਲੋਕੀ ਦਾਤਰੀਆਂ ਨਾਲ ਵਾਢੀ ਕਰਦੇ ਸੀ। ਹੁਣ ਕੰਬਾਈਨਾਂ ਆ ਗਈਆਂ, ਕੰਬਾਈਨ ਉੱਪਰੋਂ ਵੱਢਦੀ ਆ, ਥੱਲੇ ਨਹੀਂ ਵੱਢਦੀ। ਜੇ ਅਸੀਂ ਤਰੀਕੇ ਨਾਲ ਉਹਦੀ ਕਟਾਈ ਕਰੀਏ ਤੇ ਫਿਰ ਮੈਨੂੰ ਲੱਗਦਾ ਪਰਾਲੀ ਆਪਾਂ ਨੂੰ ਸਾੜਨ ਦੀ ਨੌਬਤ ਨਹੀਂ ਆਏਗੀ, ਤੇ ਪਰਾਲੀ ਜਿਹੜੀ ਬਚ ਜਾਏਗੀ ਉਹ ਕਈ ਹੋਰ ਥਾਵਾਂ ਤੇ ਯੂਜ਼ ਹੋ ਜਾਂਦੀ ਆ। ਅਸੀਂ ਕੀ ਚਾਹੁੰਦੇ ਆ, ਇੱਕ ਫਸਲ ਤੋਂ, ਇੱਕ ਜ਼ਮੀਨ ਤੋਂ ਇੱਕ ਸਾਲ ਦੇ ਵਿੱਚ 3 ਜਾਂ 4 ਫਸਲਾਂ ਲੈਣਾ ਚਾਹੁੰਦੇ ਆ। ਜ਼ਮੀਨ ਜਿਹੜੀ ਖਾਲੀ ਆ ਉਹਨੂੰ ਵੀ ਰੈਸਟ ਚਾਹੀਦੀ ਆ ਜ਼ਮੀਨ ਨੂੰ। ਪਰ ਅਸੀਂ ਕਹਿੰਦੇ ਆ ਵੀ ਅੱਜ ਅਸੀਂ ਝੋਨਾ ਵੱਢਿਆ ਤੇ ਅਗਲੇ ਦਿਨ ਇਹਦੀ ਸਫਾਈ ਕਰਕੇ ਤੇ ਮਟਰ ਜਾਂ ਆਲੂ ਬੀਜ ਦਈਏ, ਆਲੂ ਪੁੱਟੀਏ ਤੇ ਅਸੀਂ ਦਵਾ ਦਾ ਕਣਕ ਬੀਜ ਦਈਏ, ਕਣਕ ਵੱਢੀਏ ਤੇ ਝੋਨਾ ਬੀਜ ਦਈਏ। ਹਰ ਚੀਜ਼ ਨੂੰ ਇੱਕ ਥੋੜਾ ਸਮਾਂ ਲੱਗਦਾ। ਪਰ ਇਹਦਾ ਹੱਲ ਦੇਖੋ, ਜੇ ਅਸੀਂ ਸਾੜਦੇ ਆ ਪਰਾਲੀ ਨੂੰ, ਇਹਦੇ ਨਾਲ ਸਾਡੇ ਜਿਹੜੇ ਮਿੱਤਰ ਕੀਟ ਆ ਜਾਂ ਗੰਡੋਏ ਨੇ, ਜਿਹੜੀ ਸਭ ਤੋਂ ਜ਼ਿਆਦਾ ਵਧੀਆ ਆਪਣੇ ਪੈਦਾਵਾਰ 'ਚ ਸਹਾਈ ਸਾਬਤ ਹੁੰਦੇ ਨੇ, ਉਹ ਵੀ ਮਰ ਜਾਂਦੇ ਨੇ। ਕਈ ਐਸੇ ਜਿਹੜੇ ਆਪਣਾ ਹੈਗੇ ਨੇ ਸਾਡੇ ਕੀਟ ਨੇ ਨਾ, ਵੀ ਜਿਹੜੇ ਉਹ ਰਹਿਣ ਤੇ ਸਾਨੂੰ ਨਾਈਟ੍ਰੋਜਨ ਪਾਉਣ ਦੀ ਘੱਟ, ਜਿਹੜੀ ਇੱਕ ਹੈਗਾ ਰਾਈਜ਼ੋਬੀਆ ਬੈਕਟੀਰੀਆ, ਇਹਦੇ ਵਿੱਚ ਸਾਨੂੰ ਨਾਈਟ੍ਰੋਜਨ ਖਾਦ ਪਾਣੀ ਪੈਂਦੀ। ਜੇ ਇਹ ਬੈਕਟੀਰੀਆ ਖਤਮ ਨਾ ਹੋਵੇ ਤੇ ਸਾਨੂੰ ਨਾਈਟ੍ਰੋਜਨ ਪਾਉਣ ਦੀ ਘਾਟ। ਨਟਸ਼ਲ ਗੱਲ ਇਹ ਆ ਵੀ ਕਿਸਾਨ ਵਾਸਤੇ ਇਹ ਸਰਕਾਰ ਬਹੁਤ ਜ਼ਿਆਦਾ ਸੰਜੀਦਾ ਹੈ। ਮੈਂ ਕਈ ਵਾਰੀ ਕਹਿ ਚੁੱਕਿਆ। ਔਰ ਖਾਸ ਤੌਰ ਤੇ ਜਿਹੜੀ ਪਰਾਲੀ ਆ, ਜਿਸ ਤਰ੍ਹਾਂ ਮੈਨੂੰ ਕੱਲ ਵੀ ਇਹਨਾਂ ਨੇ ਕੋਈ ਗੱਲ ਕਹੀ, ਮੈਂ ਅੱਜ ਹੀ ਇਹ ਕਨਵੇ ਕਰਤੀ। ਔਰ ਜਿਹੜੀ ਇਹ ਗੱਲ ਆ, ਇਹ ਵੀ ਹੁਣੇ ਇਸ ਡਿਬੇਟ ਤੋਂ ਬਾਅਦ ਇਹ ਕਨਵੇ ਹੋਏਗੀ ਵੀ ਇਹਦਾ ਕੋਈ ਨਾ ਕੋਈ ਹੱਲ ਕੱਢ ਕੇ ਤੇ ਜਿਹੜੇ ਕਿਸਾਨ ਆ ਉਹਨਾਂ ਨੂੰ ਦਿੱਤਾ ਜਾਵੇ, ਕਿਉਂਕਿ ਕਿਸਾਨੀ ਅੱਗੇ ਹੀ ਬਹੁਤ ਜ਼ਿਆਦਾ ਡਾਊਨ ਜਾ ਰਹੀ ਹੈ। ਜੀ, ਜਿਸ ਤਰ੍ਹਾਂ ਸੰਧੂ ਸਾਹਿਬ ਤੁਸੀਂ ਗੱਲ ਕਰ ਰਹੇ ਹੋ ਕਿ ਸਮਾਂ ਦੇਣਾ ਚਾਹੀਦਾ ਹੈ, ਜ਼ਮੀਨ ਨੂੰ ਦੀ ਵਾਢੀ ਸਹੀ ਤਰ੍ਹਾਂ ਹੋਣੀ ਚਾਹੀਦੀ ਹੈ। ਕਿਸਾਨ ਆਗੂ ਸਾਡੇ ਨਾਲ ਗੁਰਧਿਆਨ ਸਿੰਘ ਜੀ ਜੁੜੇ ਹੋਏ ਨੇ, ਉਹਨਾਂ ਨੂੰ ਪੁੱਛਦੇ ਨੇ ਕਿ ਵਾਢੀ ਕਿਸ ਤਰ੍ਹਾਂ ਦੀ ਗੱਲ ਕਰਦੇ ਨੇ ਤੇ ਅਸਲੀਅਤ ਦੇ ਵਿੱਚ ਜੋ ਚੀਜ਼ ਚੱਲ ਰਹੀ ਹੈ ਉਹ ਕਿੱਥੋਂ ਨਿਕਲ ਕੇ ਆ ਰਹੀ ਹੈ। ਜੀ ਗੁਰਧਿਆਨ ਸਿੰਘ ਜੀ, ਸੁਣ ਪਾ ਰਹੇ ਹੋ? ਜੀ ਗੁਰਧਿਆਨ ਸਿੰਘ ਜੀ, ਸੁਣ ਪਾ ਰਹੇ ਹੋ? ਲੱਗਦਾ ਉਹਨਾਂ ਨਾਲ ਸੰਪਰਕ ਨਹੀਂ ਹੋ ਪਾ ਰਿਹਾ। ਸੋ ਕੋਚਰ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ।
ਕੋਚਰ ਸਾਹਿਬ ਤੁਸੀਂ ਕਿਸ ਤਰ੍ਹਾਂ ਸਮਝ ਰਹੇ ਹੋ ਸਾਰੀ ਸਿਚੁਏਸ਼ਨ? ਆਈ ਥਿੰਕ ਜਿਹੜੀ ਪ੍ਰੋਬਲਮ ਹੈਗੀ ਹੈ, ਜਿਹਨੂੰ ਆਪਾਂ ਪ੍ਰੋਬਲਮ ਕਹਿ ਰਹੇ ਹਾਂ, ਸਾਨੂੰ ਪਹਿਲੇ ਉਹਦੀ ਰੂਟ ਕਾਜ਼ ਤੇ ਜਾਣਾ ਪਏਗਾ। ਪਰਾਲੀ ਇੱਕ ਨੈਸੈਸਿਟੀ ਵੀ ਹੈ ਸਾਡੀ, ਜਿਵੇਂ ਇਹਨਾਂ ਨੇ ਦੱਸਿਆ ਕਿ ਕਾਫੀ ਸਾਰੇ ਜਿਹੜੇ ਡਿਸੀਜ਼ਸ ਹੈਗੇ ਨੇ, ਉਹਦਾ ਵੀ ਇੱਕ ਸੋਲੂਸ਼ਨ ਹੈ ਪਰਾਲੀ ਸਾੜਨਾ। ਔਰ ਵੀ ਹੈਵ ਬੀਨ ਡੂਇੰਗ ਇਟ, I mean, it's not only in India, it is being done everywhere in the world. सब जगह पे चल रहा है। प्रॉब्लम की है, प्रॉब्लम है कि it is now becoming more toxic when it reaches Delhi, और ਜਿਹੜੀ ਇਹਦੀ ਇੱਕ environmental impact ਆ ਰਿਹਾ ਹੈ, ਉਹ toxicity ਕਰਕੇ ਆ ਰਿਹਾ ਹੈ। ਹੁਣ ਇਹ toxicity ਕਿਉਂ ਹੈਗੀ ਹੈ? ਅਸੀਂ ਇਹੋ ਜਿਹੀ ਕਿਹੜੀ ਖਾਦ, ਇਹੋ ਜਿਹੇ ਕਿਹੜੇ ਕੈਮੀਕਲ ਆਪਾਂ ਆਪਣੀ ਜ਼ਮੀਨ ਤੇ ਪਾ ਚੁੱਕੇ ਆ ਕਿ ਜਦ ਉਹਦੀ ਉਤਪਾਦ ਨੂੰ ਅਸੀਂ ਜਲਾਉਂਦੇ ਆ any toxicity create ਹੋ ਰਹੀ ਹੈ। so actually just to say ਕਿ ਹੁਣ ਅਸੀਂ ਨਹੀਂ ਸਾੜਾਂਗੇ, ਇਹਨੂੰ ਜਿਹੜੇ ਮਰਜ਼ੀ ਐਪਲੀਕੇਸ਼ਨ ਲੈ ਕੇ ਜਾਈਏ, ultimately we are carrying a lot of toxicity, whether it is in the parali or whether when you burn it or use it for any other purposes, toxicity will remain. so ਉਹਦੀ ਜਿਹੜੀ root cause ਹੈ ਕਿ ਅਸੀਂ ਜ਼ਮੀਨ ਦਾ ਜਿੰਨਾ ਅਸੀਂ exploitation ਕਰ ਚੁੱਕੇ ਹਾਂ, ਔਰ ਜੋ ਅਸੀਂ ਉਹਦੇ ਉੱਤੇ layer by layer ਅਸੀਂ ਇੰਨੀ ਜ਼ਿਆਦਾ ਫਰਟੀਲਾਈਜ਼ਰਸ ਦੀ, ਕੈਮੀਕਲਸ ਦੀ ਲੇਅਰ ਆਪਣੀ ਧਰਤੀ ਤੇ ਪਾ ਚੁੱਕੇ ਹਾਂ। ਆਈ ਥਿੰਕ ਦੈਟ ਇਜ਼ ਦ ਰੂਟ ਕਾਜ਼। ਵਾਟ ਐਕਚੁਅਲੀ ਨੀਡਡ ਇਜ਼, ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਦੇ ਰਿਹਾ। ਆਈ ਵਾਜ਼ ਇਨ ਪੂਸਾ ਇੰਸਟੀਚਿਊਟ, ਜਿਹੜੀ ਇਹ ਨਵੀਂ ਆਪਣੀ ਕਣਕ ਦੀ ਵੈਰਾਈਟੀ ਹੈ ਜਿਹਦੇ ਨਾਲ ਆਪਾਂ ਇੰਨੀ ਗ੍ਰੀਨ ਰਿਵੋਲੂਸ਼ਨ ਲੈ ਕੇ ਆਏ, ਉਹਨਾਂ ਦੇ ਮੇਨ ਸਾਇੰਟਿਸਟ ਸੀਗੇ। ਮੇਰੀ ਉਹਨਾਂ ਨਾਲ ਇੱਕ ਮੁਲਾਕਾਤ ਹੋਈ। ਹੀ ਇਜ਼ ਰਿਪੋਰਟਿੰਗ ਡਾਇਰੈਕਟਲੀ ਟੂ PMO, ਤੇ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛੀ, ਮੈਂ ਕਿਹਾ ਜਿਹੜੀ ਕਣਕ ਅਸੀਂ ਬੋ ਰਹੇ ਹਾਂ ਪੰਜਾਬ ਵਿੱਚ, ਇਜ਼ ਇਟ ਐਕਸਪੋਰਟੇਬਲ ਕੁਆਲਿਟੀ? ਕਹਿੰਦੇ ਨਹੀਂ। ਤੇ ਮੈਂ ਕਿਹਾ ਸਾਨੂੰ ਤੇ ਆਪਣੀ ਸੈਲਫ ਸਫੀਸ਼ੀਐਂਸੀ ਔਰ ਫੂਡ ਸਿਕਿਉਰਿਟੀ ਅਚੀਵ ਕੀਤੇ 25 ਸਾਲ ਹੋ ਗਏ, ਤੇ ਅਸੀਂ ਹੁਣ ਇਹਨੂੰ ਅਗਰ ਐਕਸਪੋਰਟੇਬਲ ਕੁਆਲਿਟੀ ਬਣਾਉਣਾ ਹੋਏ ਤੇ ਉਹ ਐਕਸਪੋਰਟੇਬਲ ਕੁਆਲਿਟੀ ਦੀ ਨਵੀਂ ਵੈਰਾਈਟੀ ਸਾਨੂੰ ਪੈਦਾ ਕਰਨ ਵਿੱਚ, ਇਜਾਦ ਕਰਨ ਵਿੱਚ ਕਿੰਨਾ ਟਾਈਮ ਲੱਗੂਗਾ? ਕਹਿੰਦੇ 8 ਸਾਲ। ਮੈਂ ਕਿਹਾ 25 ਸਾਲ ਪਹਿਲੇ ਜਦ ਸਾਡੀ ਫੂਡ ਸਿਕਿਉਰਿਟੀ ਹੋ ਗਈ, ਉਹਦੇ ਬਾਅਦ ਆਪਾਂ ਇਸ ਪਾਸੇ ਕਿਉਂ ਨਹੀਂ ਤੁਰੇ? ਉਹਨਾਂ ਨੇ ਇੱਕ ਵਰਡ ਯੂਜ਼ ਕੀਤਾ ਸੀਗਾ, ਸਾਨੂੰ ਸਰਕਾਰ ਨੇ ਮੈਂਡੇਟ ਨਹੀਂ ਦਿੱਤਾ, which means if the government knows there is a problem, there is a scientific community sitting, ਜਿਹਨਾਂ ਨੂੰ ਆਪਾਂ ਇੰਨੀ ਗ੍ਰਾਂਟ ਦਿੰਦੇ ਆ, ਇੰਨੀ ਤਨਖਾਹਾਂ ਦਿੰਦੇ ਆ, it's required to acknowledge there is a problem, ਔਰ ਉਸ ਨੂੰ ਸੋਲਵ ਕਰਨ ਲਈ ਸਾਇੰਟਿਫਿਕ ਕਮਿਊਨਿਟੀ ਨੂੰ ਮੈਂਡੇਟ ਦਿੱਤਾ ਜਾਏ, ਉਹਦੇ ਉੱਤੇ ਪੈਸਾ ਖਰਚ ਕੀਤਾ ਜਾਏ ਰਿਸਰਚ ਦੇ ਉੱਤੇ, ਔਰ ਉਸ ਰਿਸਰਚ ਦੇ ਨਾਲ ਅਸੀਂ ਇਹਦੀ ਜੜ ਵਿੱਚ ਜਾਈਏ ਕਿ ਇਹਨੂੰ ਅਗਰ ਸਾੜੀਏ ਵੀ ਇਹਦੀ ਟੌਕਸਿਸਿਟੀ ਨਾ ਫੈਲੇ, ਜਾਂ ਜਿਹੜੀ ਰੂਟ ਕਾਜ਼ ਆਫ ਟੌਕਸਿਸਿਟੀ ਉਹਨੂੰ ਕਿਵੇਂ ਰਿਮੂਵ ਕੀਤਾ ਜਾਏ। ਮੈਨੂੰ ਇਹ ਲੱਗ ਰਿਹਾ ਕਿ ਐਕਚੁਅਲੀ देयर इज अ नीड फॉर getting into the soil condition, and then only we'll find a permanent solution. ਜੀ ਕੁਲਦੀਪ ਸਿੰਘ ਜੀ, ਜਿਸ ਤਰ੍ਹਾਂ ਸਵਾਲ ਤਾਂ ਬਹੁਤ ਵੱਡੀ ਗੱਲ ਕਹੀ ਹੈ ਕੋਚਰ ਸਾਹਿਬ ਨੇ ਕਿ ਜਿਹੜੇ ਅਸੀਂ ਕੈਮੀਕਲ ਯੂਜ਼ ਕਰ ਰਹੇ ਹਾਂ ਉਹਦੇ ਨਾਲ ਵੀ ਕਾਫੀ ਪ੍ਰੋਬਲਮ ਆ, ਕਿਉਂਕਿ ਹੁਣ ਦੀ ਜਿਹੜੀ ਜ਼ਮੀਨ ਬਣ ਚੁੱਕੀ ਹੈ, ਜਿਸ ਤਰ੍ਹਾਂ ਆਪਾਂ ਜਲਦੀ ਦੇ ਵਿੱਚ ਗੱਲ ਕਰ ਸਕਦੇ, ਜਿਸ ਤਰ੍ਹਾਂ ਸੰਧੂ ਸਾਹਿਬ ਨੇ ਵੀ ਕਿਹਾ ਕਿ ਅਸੀਂ ਸਮਾਂ ਨਹੀਂ ਦਿੰਦੇ ਜ਼ਮੀਨ ਨੂੰ, ਤੇ ਉਹਦੇ ਵਿੱਚ ਆਪਾਂ ਕੈਮੀਕਲਸ ਇਸ ਤਰ੍ਹਾਂ ਦੇ ਪਾ ਦਿੰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜਲਦੀ ਹੁੰਦੀ ਕਿ ਸਾਡੀ ਫਸਲ ਛੇਤੀ ਉੱਗ ਜਾਵੇ, ਤੇ ਬਾਅਦ ਚ ਸਾਨੂੰ ਰਿਜ਼ਲਟ ਬਾਅਦ ਚੋਂ ਪਤਾ ਲੱਗਦਾ ਕਿ ਕੈਮੀਕਲ ਕੀ ਸੀ। ਨਹੀਂ ਦੇਖੋ, ਇਹਦੇ ਵਿੱਚ ਅਲਟੀਮੇਟਲੀ ਕਿਸਾਨ ਨੇ ਕੀ ਕਰਨਾ? ਇਹ ਤਾਂ ਜੋ ਚੀਜ਼ਾਂ ਉਹਨੂੰ ਪ੍ਰੋਵਾਈਡ ਕੀਤੀਆਂ ਜਾ ਰਹੀਆਂ, ਦੇਖੋ ਨਾ, ਤੁਸੀਂ ਕੋਚਰ ਸਾਹਿਬ ਦੀ ਗੱਲ ਵੱਲ ਧਿਆਨ ਦਿਓ, ਤੇ ਇਹ ਜਿਹੜੀ ਇੱਕ ਕਾਜ਼ ਹੈ, ਕਾਜ਼ ਤਾਂ ਫਿਰ ਸਾਡੇ ਮੁਲਕ ਦੇ ਹੁਕਮਰਾਨਾਂ ਦਾ ਨਾ ਜੀ। ਇਹਦੇ ਵਾਸਤੇ ਕਸੂਰਵਾਰ ਤਾਂ ਦੇਸ਼ ਦੇ ਹੁਕਮਰਾਨ ਨੇ, ਜਿਹੜੇ ਉਹਨਾਂ ਸਾਇੰਟਿਸਟਾਂ ਨੂੰ ਮੈਂਡੇਟ ਨਹੀਂ ਦਿੰਦੇ। ਮੈਂਡੇਟ ਹੀ ਨਹੀਂ ਮਿਲ ਰਿਹਾ, ਜਦੋਂ ਉਹਨਾਂ ਨੂੰ ਕੋਈ ਕੰਮ ਕਰਨ ਵਾਸਤੇ ਖੁੱਲ੍ਹ ਹੀ ਨਹੀਂ ਮਿਲ ਰਹੀ, ਖੁੱਲ੍ਹ ਕੇ ਇਜਾਜ਼ਤ, ਮੈਂਡੇਟ ਇਜਾਜ਼ਤ ਹੀ ਨਹੀਂ ਮਿਲ ਰਹੀ, ਉਹ ਕੀ ਕਰਨਗੇ? ਅਸਲੀਅਤ ਇਹ ਹੈ ਕਿ ਪੋਲਿਟਿਕਸ ਕਈ ਥਾਵਾਂ ਤੇ ਨਾ ਬੜਾ ਇਸ ਤਰੀਕੇ ਦਾ ਰੁਖ ਅਖਤਿਆਰ ਕਰ ਲੈਂਦੀ ਹੈ ਕਿ ਉਹ ਜਿਹੜਾ ਪੋਲੀਟੀਕਲ ਵਿਲ ਨਹੀਂ ਹੈ ਤੇ ਬਾਬੂਸ਼ਾਹੀ ਕੰਮ ਨਹੀਂ ਕਰੇਗੀ, ਤੇ ਜਿੱਥੇ ਪੋਲੀਟੀਕਲ ਵਿਲ ਹੈ ਉੱਥੇ ਇੰਟੈਲੀਜੈਂਸੀ ਹੈ, ਤੇ ਇਸੇ ਕਰਕੇ ਜਿਹੜੀ ਬਾਬੂਸ਼ਾਹੀ ਹੈ ਉਹ ਇਹੀ ਸੋਚ ਚਾਹੁੰਦੀ ਹੈ ਕਿ ਦੇਸ਼ ਦਾ ਜਿਹੜਾ ਹੁਕਮਰਾਨ ਹੈ ਉਹ ਇੰਟੈਲੀਜੈਂਟ ਨਾ ਹੋਵੇ, ਸਾਨੂੰ ਇਸ ਤਰੀਕੇ ਦੇ ਮੈਂਡੇਟ ਦੇਵੇ ਹੀ ਨਾ। ਸਾਇੰਟਿਸਟ ਕਮਿਊਨਿਟੀ ਜਿਹੜੀ ਬੈਠੀ ਹੈ, ਜੇ ਉਹ ਖੋਜ ਕਰਕੇ ਕੋਈ ਚੀਜ਼ ਲੱਭ ਸਕਦੀ ਹੈ, ਉਹਨੂੰ ਮੈਂਡੇਟ ਦਿੱਤਾ ਹੁੰਦਾ। ਦੇਖੋ ਕਿੰਨੀ ਵੱਡੀ ਗੱਲ ਕਹੀ ਹੈ ਆਪਣਾ ਜੀ ਨੇ ਕਿ ਰੂਟ ਕਾਜ਼ ਇਹੀ ਹੈ। ਹੁਣ ਦੇਖੋ ਕਿਸਾਨ ਕੀ ਕਹਿੰਦਾ, ਹੁਣ ਤੁਸੀਂ ਗੁਰਧਿਆਨ ਸਿੰਘ ਜੀ ਉਹਨਾਂ ਦੀ ਗੱਲ ਸੁਣੋਗੇ ਨਾ, ਤੁਹਾਨੂੰ ਪਤਾ ਲੱਗੇਗਾ ਕਿਸਾਨ ਕੀ ਕਹਿੰਦਾ ਹੈ
ਇਹੀ ਕਿਸਾਨ ਕਹਿੰਦਾ ਹੈ ਕਿ ਅੱਗ ਦੇ ਵਿੱਚ ਸਾਰੀ ਚੀਜ਼ ਜਿਹੜੀ ਅਖੀਰਕਾਰ ਸ਼ੁੱਧ ਹੋ ਜਾਂਦੀ ਹੈ ਤੇ ਉਹਦੇ ਵਿੱਚ ਇਹ ਜਿਹੜੀ ਜ਼ਹਿਰ ਹੈ, ਜਿੰਨੀ ਜ਼ਹਿਰ ਅਸੀਂ ਆਪਣੀ ਜ਼ਮੀਨ ਨੂੰ ਦੇ ਰਹੇ ਹਾਂ ਪਲਾਂਟੇਸ਼ਨ ਵਾਸਤੇ, ਆ ਫਸਲਾਂ ਤਿਆਰ ਕਰਨ ਵਾਸਤੇ, ਉਹ ਵੀ ਉਹਦੇ ਵਿੱਚ ਸੜ ਕੇ ਸੁਆਹ ਹੋ ਜਾਂਦੀਆਂ। ਇਹ ਜਸਟੀਫਿਕੇਸ਼ਨ ਕਿਸਾਨ ਦੀ ਹੈ। ਠੀਕ ਹੈ, ਉਹਦੇ ਨਾਲ ਮਿੱਤਰ ਕੀੜੇ ਮਰਦੇ ਨੇ, ਜਿਹੜੇ ਅਲੱਗ ਇਹਦੇ ਨਾਲ ਨੁਕਸਾਨ ਹੁੰਦਾ ਹੈ, ਬਟ ਉਹ ਆਪਣਾ ਫਾਇਦਾ ਵੀ ਗਿਣਾਉਂਦੇ ਨੇ, ਉਹਨਾਂ ਦੀ ਮਜਬੂਰੀ ਹੈ। ਦੂਜੀ ਗੱਲ ਇਹ ਹੈ ਕਿ ਕਿਸਾਨ ਜਿਹੜਾ ਹੈ ਆਲਰੇਡੀ ਇੰਨਾ ਲੇਟ ਹੋ ਚੁੱਕਿਆ ਝੋਨੇ ਦੇ ਕਰਕੇ, ਤੇ ਹੁਣ ਮੇਰੀ ਇੱਕ ਕਿਸਾਨ ਐਕਸਪਰਟ ਨਾਲ ਹੀ ਗੱਲ ਹੋ ਰਹੀ ਸੀ ਪਿੱਛੇ, ਉਹ ਕਹਿੰਦੇ ਵੀ ਜੇ ਇੰਨੀ ਲੇਟ ਹੋ ਰਿਹਾ, ਇਹ ਤੋਂ ਬਾਅਦ ਅਸੀਂ ਕਦੋਂ ਪਰਾਲੀ ਨੂੰ ਉਹਦੇ ਵਿੱਚ ਮਿੱਟੀ 'ਚ ਮਿਕਸ ਕਰ ਸਕਦੇ ਹਾਂ, ਕਦੋਂ ਉਹਦੇ ਵਿੱਚ ਦੁਬਾਰਾ ਬੁਆਈ ਵਾਸਤੇ ਉਹ ਤਿਆਰ ਹੋਏਗੀ, ਕਦੋਂ ਅਸੀਂ ਕਣਕ ਬੀਜਾਂਗੇ, ਤੇ ਜਿਵੇਂ ਜਿਵੇਂ ਲੇਟ ਹੋਏਗੀ ਸਾਡਾ ਕੁਇੰਟਲਾਂ ਦੇ ਹਿਸਾਬ ਨਾਲ ਝਾੜ ਘਟਣਾ। ਇਹ ਸੰਧੂ ਸਾਹਿਬ ਮੇਰੀ ਗੱਲ ਨਾਲ ਇਤਫਾਕ ਰੱਖਣਗੇ ਇਸ ਗੱਲ ਦਾ। ਹਾਂਜੀ ਹਾਂਜੀ, ਮਤਲਬ ਇਹ ਜੇ ਝਾੜ ਘਟ ਗਿਆ ਉਹਦਾ, ਤੇ ਉਹਦੇ ਕੋਲ ਹੋਰ ਦੇਖੋ ਨਾ, ਕਿਸਾਨ ਇਸ ਟਾਈਮ ਉਸ ਸਥਿਤੀ ਦੇ ਵਿੱਚ ਹੈ ਕਿ ਅਸੀਂ ਠੀਕ ਹੈ, ਅਸੀਂ ਪੰਪ ਐਂਡ ਸ਼ੋ ਬੜਾ ਦੇਖਦੇ ਹਾਂ ਗਾਣਿਆਂ ਦੇ ਵਿੱਚ, ਸੱਭਿਆਚਾਰ ਦੇ ਵਿੱਚ ਜਿਹੜਾ ਸਾਡਾ ਰਸਾਤਲ ਵੱਲ ਜਾਂਦਾ ਜਾ ਰਿਹਾ ਪੰਜਾਬ ਦਾ, ਬਟ ਅਸਲੀਅਤ ਇਹੀ ਹੈ ਕਿ ਕਿਸਾਨ ਬਹੁਤ ਕਮਜ਼ੋਰ ਹੁੰਦਾ ਜਾ ਰਿਹਾ ਵਿੱਤੀ ਤੌਰ ਤੇ, ਔਰ ਉਹ ਸੁਸਾਈਡਸ ਕਰਦਾ। ਆਤਮ ਹੱਤਿਆਵਾਂ ਦੀ ਗਿਣਤੀ ਤੁਸੀਂ ਦੇਖੋ, ਤੇ ਜੇ ਉਹਨੂੰ ਅਸੀਂ ਪ੍ਰੋਸਪਰ ਕਰਾਉਣਾ ਹੈ ਤੇ ਅਸੀਂ ਉਹਨੂੰ, ਗੱਲ ਤਾਂ ਇਹ ਹੈ ਕਿ ਆਈਦਰ ਯੂ ਜਿਹੜੀ ਇਹਦਾ ਕਾਜ਼ ਹੈ ਇਹਨੂੰ ਖਤਮ ਕਰੋ, ਟੌਕਸਿਸਿਟੀ ਨੂੰ ਖਤਮ ਕਰੋ, ਆਈਦਰ ਤੁਸੀਂ ਉਹਨੂੰ ਪੈਸੇ ਦਿਓ, ਜਿਹੜੇ ਉਹਦੇ ਬਣਦੇ ਪੈਸੇ ਨੇ ਤੁਸੀਂ ਕਿਸਾਨ ਨੂੰ ਪੈਸੇ। ਇਹ ਡਿਊਟੀ ਸਟੇਟ ਗਵਰਨਮੈਂਟ ਦੀ ਤਾਂ ਹੈ ਹੀ ਹੈ, ਇਹ ਡਿਊਟੀ ਸੈਂਟਰ ਗਵਰਨਮੈਂਟ ਦੀ ਬਣਦੀ ਹੈ ਵਿਸ਼ੇਸ਼ ਤੌਰ ਤੇ। ਹੁਣ ਸੈਂਟਰ ਗਵਰਨਮੈਂਟ ਸਟੇਟ ਨੂੰ ਇਹਦੇ ਵਾਸਤੇ ਪੈਸੇ ਦੇਵੇ, ਮਸ਼ੀਨਰੀ ਤੁਸੀਂ ਦੇ ਰਹੇ ਹੋ, ਮਸ਼ੀਨਰੀ ਜਿਹੜੀ ਹੈ ਪ੍ਰੋਵਾਈਡ ਨਹੀਂ ਹੋ ਰਹੀ ਪ੍ਰੋਪਰਲੀ। ਪੰਜਾਬ ਭਰ ਵਿੱਚ ਕਿਸਾਨ ਇਹ ਗੱਲ ਕਹਿੰਦੇ ਨੇ ਕਿ ਸਾਨੂੰ ਮਸ਼ੀਨ ਨਹੀਂ ਮਿਲ ਰਹੀ, ਤੇ ਮਸ਼ੀਨ ਨਹੀਂ ਮਿਲੇਗੀ। ਹੁਣ ਮਸ਼ੀਨ ਨਵੀਂ ਤਰੀਕੇ ਦੀ ਮਸ਼ੀਨ ਆਜ਼ਾਦ ਹੋ ਜਾਵੇ, ਜਿਹੜੀ ਝੋਨੇ ਨੂੰ ਵੱਡੇ ਜਾਂ ਕਣਕ ਨੂੰ ਵੱਡੇ, ਤੇ ਜਿਹੜਾ ਬਾਕੀ ਬਚਿਆ ਪ੍ਰੋਡਕਟ ਉਹ ਸਿੱਧਾ ਟਰਾਲੀ 'ਚ ਸਿੱਟੇ, ਕੋਈ ਏਦਾਂ ਦੀ ਮਸ਼ੀਨਰੀ ਜਿਹੜੀ ਹੁਣ ਲਿਆਉਣ ਦੀਆਂ ਗੱਲਾਂ ਚੱਲ ਰਹੀਆਂ ਨੇ। ਮਤਲਬ ਇਹ ਚੀਜ਼ਾਂ ਕਦੋਂ ਆਉਣਗੀਆਂ? ਜਦੋਂ ਇਹ ਆਉਣਗੀਆਂ ਫਿਰ ਉਹ ਕੀ ਅਵੇਲੇਬਲ। नमस्कार किसान भाइयों, ट्रैक्टर जंक्शन की स्पीड ਦੇ ਵਿੱਚ ਕੁਝ ਚੱਲ ਪਿਆ ਜੀ। ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ, 10 ਥੋੜੀ ਸਮੇਂ ਲਈ ਸਾਨੂੰ ਰੁਕਣਾ ਪਵੇਗਾ ਕਿਉਂਕਿ ਕੇਜਰੀਵਾਲ ਹੋਰੀ ਲਾਈਵ ਨੇ, ਤੇ ਉਹਨਾਂ ਦੇ ਕਰਕੇ ਸਾਨੂੰ ਰੁਕਣਾ ਪਵੇਗਾ 5 ਮਿੰਟ। वो इसलिए होता है क्योंकि उनको पैसा कमाना है, वो इसलिए होता है क्योंकि उसको ऊपर पहुंचाना है, वो इसलिए होता है क्योंकि मंत्री तक पैसा पहुंचेगा और मंत्री फिर ऊपर मुख्यमंत्री तक। तो ये सीएलयू का धंधा बंद करेंगे। जो जो इंडस्ट्रियल जोन्स हैं, फोकल पॉइंट्स है, जहां पे जमीन को, उस एरिया को ऑलरेडी इंडस्ट्रियल डिक्लेयर कर दिया गया, उसमें मैक्सिमम ये हो सकता है कि एक ऑटोमेटिक इंटीमेशन आप इंटीमेट कर दीजिए मैंने ये जमीन खरीद ली, बस दैट शुड बी मोर देन सफिशिएंट, दिस शुड नॉट बी एनी परमिशन। एक महीने और हफ्ते का बड़ा सिस्टम है, सारे डिपार्टमेंट्स के साथ आप लोगों का महीना और हफ्ता चल रहा होगा, उसके बिना काम नहीं चलता। तो ये सिस्टम बंद किया जाएगा। आपको कोई महीना देने की जरूरत नहीं है, कोई हफ्ता, और ये मेरी गारंटी है। मैं देख रहा हूं कई लोगों के चेहरे पे ये स्माइल है कि काम कैसे होगा। फिर आपका काम कराने की जिम्मेदारी हमारी है, काम भी होगा और महीना भी बंद किया जाएगा। गुंडा टैक्स किसी ने बोला नहीं, शायद डरते डरते नहीं बोला, ये मैं पहले सुनता था, अकाली दल के समय में होता था, फिर कैप्टन साहब बोले मैं खत्म करूंगा, लेकिन सुना अभी भी चल रहा है कई इलाकों के अंदर गुंडा टैक्स, कि वहां का मंत्री या वहां का कोई आके गेट पे बिठा देता है इंडस्ट्री के, जितने ट्रक जाते हैं हर ट्रक के ऊपर गुंडा टैक्स लगता है और वो फिर पैसा लिया जाता है। तो एक तरह से मंत्री पार्टनर बन गए हैं हर इंडस्ट्री के। ये धंधा बंद करेंगे, ये सारा गुंडा टैक्स का, ये मंत्रियों की एक्सटॉर्शन का, लोकल एमएलए की एक्सटॉर्शन का, महीने का, हफ्ते का, ये सारा धंधा बंद किया जाएगा। 8वां पॉइंट, आज मैं आपके बीच में, आपसे, हर पार्टी आती है व्यापारियों के पास चुनाव के पहले। किस लिए आती है आपके पास चुनाव के पहले? व्यापारी क्यों याद आते हैं चुनाव के पहले? इंडस्ट्री क्यों याद आती है? उद्योगपति क्यों याद आता है पार्टियों को? पैसा चाहिए। आगे कहते हैं ना जी पैसा चाहिए चुनाव लड़ने के लिए। मेरे को आपसे पैसा नहीं चाहिए। आज मैं आप लोगों को पंजाब की तरक्की में पार्टनर बनाने के लिए इनवाइट करने के लिए आया हूं। आप पंजाब की तरक्की में पार्टनर बनिए। आपकी जितनी समस्याएं हैं उन सारी समस्याओं का समाधान निकलेगा। कैसे निकलेगा?
ऐसा नहीं कि मेरे को सब कुछ आता है। आज आप लोगों ने मुश्किल से हमने घंटा 1.5 घंटा बैठे हैं हम लोग, इसके अंदर सबकी समस्याएं नहीं सुनी जा सकती। और आज जितनी आपने समस्याएं बता दी, मैं यहां खड़ा होकर उनका समाधान भी बता दूं, उससे कोई जिंदगी नहीं सुधर जाएगी। जिंदगी चल रही है और नई नई समस्याएं आएंगी। इन समस्याओं को समाधान करने का कोई ढांचा बनाना पड़ेगा, स्ट्रक्चर बनाना पड़ेगा। तो मेरा एक सुझाव है कि एक हम ऐसा इंडस्ट्री और व्यापारियों की बॉडी बनाई जाए, हर इंडस्ट्री का रिप्रेजेंटेटिव होना चाहिए उसमें। मंत्री, इंडस्ट्री मिनिस्टर जो भी है वो उसका हेड हो। महीने में 1 बार या 2 बार कंपलसरी मीटिंग हो, वहीं पे ऑन द स्पॉट डिसीजन लिए जाएं। और वो डिसीजन जो आप लोग लेंगे, वो डिसीजन सरकार के ऊपर बाइंडिंग होने चाहिए। सरकार उन डिसीजंस को इंप्लीमेंट करे। निर्णय आप लें, सरकार उन निर्णयों को इंप्लीमेंट करे, तभी पार्टनरशिप हो सकती है। अगर आप केवल एडवाइस ही देते रहोगे सरकार को, अगर आप केवल रिकमेंडेशन ही देते रहोगे सरकार को, तो वो रिकमेंडेशन आप जिस कागज पे लिख के करते हो, वो आपके जाने के बाद कागज रद्दी की टोकरी में फेंक देते हैं, उसका कोई मतलब नहीं है। तो ये हम एक ऐसा ढांचा बनाएंगे कि इंडस्ट्री और व्यापार, उसकी एक बॉडी बनाई जाएगी। 15 लोग, 20 लोग, 25 लोग, 50 लोग, जितनी भी जरूरत होगी, ताकि ज्योग्राफिकली और सेक्टर वाइज उसमें रिप्रेजेंटेशन मिल सके और सरकार को इंप्लीमेंट करने पड़ेंगे। 9वां पॉइंट, जैसा कहा गया कि पंजाब सब लोग प्यार और मोहब्बत से रहते हैं, सभी धर्म के लोग, सभी जाति के लोग। इस प्यार और मोहब्बत, इस भाईचारे को अपने को बना के रखना है। ये जो सेक्युलर ढांचा है अपने पूरे पंजाब का, इसको बना के रखना है, प्यार और मोहब्बत को बना के रखना है। तो पूरे पंजाब में अमन शांति हो। पंजाब बॉर्डर स्टेट है, बड़ा सेंसिटिव स्टेट है। पंजाब के अंदर अमन शांति हो, अमन चैन हो, कानून व्यवस्था बनी रहे, सब लोग अपने आप को सुरक्षित फील करें, ऐसा माहौल अपने को पंजाब के अंदर बनाना है। इसके लिए जो भी बन पड़ेगा, सबको साथ लेके चलेंगे। ये अकेले सरकार नहीं कर सकती, सारा पंजाब मिलके, सबको साथ लेके हम पंजाब के अंदर ये अमन चैन का माहौल बनाएंगे। 10वां पॉइंट, हमारा सबसे ज्यादा एम्फेसिस छोटे व्यापारी और एमएसएमई के ऊपर है। जितना ज्यादा छोटे व्यापारी और एमएसएमई को बढ़ावा दिया जाएगा, उतना रोजगार पैदा होगा, उतने ज्यादा से ज्यादा लोगों को रोजगार मिलेगा। अब जो कहा गया कि इंडस्ट्री को और व्यापारियों को हमसे बड़ी उम्मीद है, हम कोशिश करेंगे। ये जितने पॉइंट्स बताए, इसमें कई सारे लोगों के पॉइंट्स आ गए होंगे। अब हमें आपसे उम्मीद है, एक ही उम्मीद है। आज पंजाब के अंदर बेरोजगारी बहुत ज्यादा है। हर घर के अंदर बच्चे बेरोजगार हैं, हर घर के अंदर लोग, कई अनपढ़ भी हैं, कई पढ़े लिखे भी हैं, डिग्री ले लेके बेरोजगार बैठे हैं। उनको रोजगार केवल आप दे सकते हो। आपकी सारी प्रॉब्लम्स को दूर करने की जिम्मेदारी मेरी, आम आदमी पार्टी की सरकार की, ये मैं गारंटी देता हूं। अगर ना करूं तो आप मेरी बात मत करना। लेकिन हमारे बच्चों को रोजगार देने की केवल व्यापारी और इंडस्ट्री रोजगार दे सकते हैं। आप उनकी बेरोजगारी दूर कर सकते हो। तो आज मैं आपसे पूछना चाहता हूं, क्या इस मीटिंग के बाहर जाके मैं पंजाब के यूथ को बोल दूं कि इंडस्ट्री और व्यापारी रोजगार देने के लिए तैयार हैं? बोल दीजिए, जरा हाथ उठा के बताओ कि हमें पंजाब में इस किस्म का डेवलपमेंट करना है, इतनी इंडस्ट्री खोलनी है, इतना व्यापार तैयार करना है कि पंजाब के अंदर कोई भी बेरोजगार नहीं होना चाहिए। आज देश भर से लोग दिल्ली आते हैं। क्यों आते हैं दिल्ली आते हैं? उनको लगता है रोजगार मिलेगा, वहां पे नौकरी मिलेगी। वहां पे बिहार से, उत्तर प्रदेश से, पंजाब से भी बहुत लोग जाते हैं। हमें पंजाब को ऐसा बनाना है कि पूरे देश भर से लोग, उनको लगे यार पंजाब के अंदर, हमें पंजाब के एक एक बच्चे को नौकरी देनी है। वो नौकरी आप लोग दे सकते हैं। तो मैं फिर से आपसे पूछ रहा हूं, आज इस मीटिंग के बाद
बड़े शांत हैं आप लोग, मेरा कॉन्फिडेंस हिल गया थोड़ा सा। क्या हम सब लोग पंजाब के युवाओं को नौकरी देने के लिए तैयार हैं? हमें पंजाब के लोगों ने पूरी दुनिया के अंदर डंका बजाया है। आप अमेरिका चले जाओ, कनाडा चले जाओ, लंदन चले जाओ, कहीं चले जाओ, हर जगह आपको पंजाब का आदमी मिल जाएगा, व्यापार के अंदर सबसे आगे। पंजाब में जब आते हैं तब कुछ गड़बड़ हो जाती है। यहाँ का सिस्टम इतना खराब है कि पंजाब की इंडस्ट्री और पंजाब का व्यापार पंजाब छोड़ छोड़ के बाहर जा रहा है। उन सबको अपने को वापस लेके आना है पंजाब के अंदर। और एक किस्सा सुनाता हूं। हमने जब पहला बजट दिल्ली के अंदर रखा, मनीष सिसोदिया जी फाइनेंस मिनिस्टर हैं, उन दिनों में वैट होता था, तो हमने चप्पल पे और कपड़े पे वैट का रेट कम किया, लेकिन उसका स्ट्रक्चर को ऐसा बना दिया कि गड़बड़ हो गई। जैसे ही हम असेंबली से बाहर निकले, विधानसभा से बाहर निकले, वहां पे कपड़े के और चप्पल के व्यापारी हमारा इंतजार कर रहे थे। मैं घर पहुंचा, उन्होंने मेरे से टाइम मांगा, मैं उनसे मिला, उन्होंने बताया जी ये गड़बड़ हो गई। गड़बड़ क्या हुई थी वो भी बता देता हूँ। एक उसमें 3 स्लैब होते थे, 0%, 5% और 12%। हमने सोचा इसको यूनिफॉर्म कर देते हैं, बड़ी गड़बड़ होती है, इंस्पेक्टर के ऊपर है ये 0 में आएगा कि 5 में आएगा कि 12 में आएगा। हमने सारा 5 कर दिया। तो जो 0 वाले थे उनके साथ नाइंसाफी हो गई। उन्होंने कहा जी उत्तर प्रदेश के अंदर तो ये 0 है, आपने 5 कर दिया, सारा ट्रेड उधर चला जाएगा। जैसे मैं असेंबली से बाहर निकला, घर पहुंचा, कपड़े वाले भी और चप्पल वाले भी मेरे घर पहुंच गए। उन्होंने हमें बताया, और भाई साहब आपको यकीन नहीं होगा, अगले दिन विधानसभा के अंदर अपने अपना प्रस्ताव वापस ले लिया। आज तक मुझे नहीं लगता 70 साल के भारत के इतिहास में कोई सरकार होगी जो विधानसभा के अंदर बजट पेश होने के बाद 24 घंटे के अंदर अपना प्रस्ताव वापस ले ले। कोई और पार्टी की सरकार होती, वो क्या कहती कि भाई साहब अब तो हो गया। जो बहुत अच्छी सरकार भी होती वो भी ये कहती भाई साहब अब तो हो गया, अब अगली साल आना, अगली साल ठीक कर देंगे। 24 घंटे के अंदर हमने प्रस्ताव वापस ले लिया। तो संधू साहब, अगर चाइना के अंदर 24 घंटे में निर्णय होते हैं तो पंजाब में भी 24 घंटे में निर्णय हुआ करेंगे। और अब आखिरी उम्मीद आप लोगों से है, जालंधर में कितनी सीटें हैं? 9 सीटें। ये 9 की 9 सीटें जिता के देने की जिम्मेदारी आप लोगों की है। आपकी समस्याओं को दूर करने की जिम्मेदारी मेरी है। हैं जी? तो आप सब लोगों का बहुत बहुत शुक्रिया। आज आप लोगों से बातचीत करके मुझे भी काफ़ी कुछ सीखने को मिला, और मैं पूरी उम्मीद है मुझे कि पंजाब में आम आदमी पार्टी की सरकार बनेगी और हम मिलके पंजाब की तरक्की करेंगे। थैंक यू सो मच। थैंक यू सीएम साहब। सब 2 मिनट बैठो जी, सारे प्लीज 2 मिनट बैठो। इस तो पहले कि आप समाप्ति ਵੱਲ ਵਧੀਏ, ਜਿਵੇਂ ਸੀਐਮ ਸਾਹਿਬ ਨੇ ਕਿਹਾ ਸਰ 2 ਜੁਆਇਨਿੰਗਸ ਨੇ, ਜਿਵੇਂ ਸੀਐਮ ਸਾਹਿਬ ਨੇ ਕਿਹਾ ਕਿ ਹੁਣ ਤੁਸੀਂ ਦੋਵੇਂ ਹੱਥ ਖੜੇ ਕਰਕੇ ਸੀਐਮ ਸਾਹਿਬ ਨੂੰ ਵਿਸ਼ਵਾਸ ਦਿਓ ਕਿ ਆਪਾਂ ਜੋ ਓਪਰਚੁਨਿਟੀ 2017 ਚ ਮਿਸ ਕਰ ਗਏ ਸੀਗੇ, 2022 ਦੇ ਕੁਲਦੀਪ ਸਿੰਘ ਜੀ ਕੁਲਦੀਪ ਜੀ ਆਪਣੀ ਗੱਲ ਪੂਰੀ ਕਰ ਸਕਦੇ ਤੁਸੀਂ। ਪ੍ਰਿੰਸ ਜੀ ਇਹੀ ਕਹਿਣਾ ਚਾਹੁੰਦਾ ਬਸ ਜਿਹੜੀ ਸਾਡੀ ਸਟੇਟ ਗਵਰਨਮੈਂਟ ਹੁਣ ਚੇਂਜ ਹੋਈ ਹੈ, ਮੁੱਖ ਮੰਤਰੀ ਚੇਂਜ ਹੋਏ ਨੇ ਤੇ ਮੰਤਰੀ ਵੀ ਚੇਂਜ ਹੋਏ ਨੇ ਕੁਛ, ਤੇ ਐਕਸ਼ਨ ਮੋਡ 'ਚ ਹੈਗੇ ਨੇ। ਇਹਨਾਂ ਨੂੰ ਚਾਹੀਦਾ ਇਸ ਮਸਲੇ ਤੇ ਤੁਰੰਤ ਧਿਆਨ ਦਿੰਦੇ ਹੋਏ ਸੈਂਟਰ ਨਾਲ ਵੀ ਗੱਲ ਕਰਨ ਤੇ ਕਿਸਾਨ ਜੋ ਦੇ ਦਿੱਤਾ ਜਾਵੇ, ਕਿਉਂਕਿ ਕਿਸਾਨ ਪਹਿਲੇ ਪੰਜਾਬ ਦਾ ਬਹੁਤ ਪਰੇਸ਼ਾਨ ਹੈ। ਤੇ ਜੇ ਕਿਸਾਨ ਦੀ ਡਿਮਾਂਡ ਤੁਸੀਂ ਪੂਰੀ ਨਹੀਂ ਕਰ ਸਕਦੇ ਤੇ ਮੇਰੇ ਹਿਸਾਬ ਨਾਲ ਤੁਹਾਨੂੰ ਫਿਰ ਇਹ ਜ਼ਬਰਦਸਤੀ ਉਹਨਾਂ ਉੱਤੇ ਇਹ ਗੱਲਾਂ ਕਰਨਾ ਇਹਨਾਂ ਗੱਲਾਂ ਦਾ ਕੋਈ ਮਾਇਨੇ ਨਹੀਂ ਰਹਿ ਜਾਂਦਾ, ਕਿਉਂਕਿ ਮਜਬੂਰੀ 'ਚ ਕਿਸਾਨ ਨੇ ਪਰਾਲੀ ਨੂੰ ਫਿਰ ਸਾਰਨਾ ਹੀ ਸਾਰਨਾ। हो गया, उसका भी ऑन हो गया।
हाँ सबका हो गया। हाँ जी ਫੇਰ ਮੈਨੂੰ ਜੀ ਲੱਗਦਾ ਫੇਰ ਵਿੱਚ ਆਵਾਜ਼ਾਂ ਆਈ ਜਾਂਦੀਆਂ ਹਨ। ਜੀ ਜੀ ਸੰਧੂ ਸਾਹਿਬ ਜੀ ਜੀ ਸੰਧੂ ਸਾਹਿਬ, ਸੱਤਾਧਾਰੀ ਪਾਰਟੀ ਤੇ ਹੀ ਸਵਾਲ ਖੜੇ ਹੁੰਦੇ ਨੇ ਅਖੀਰ ਦੇ ਵਿੱਚ ਕਿ ਜੋ ਕੰਮ ਜੇ ਦਾਅਵੇ ਹੁੰਦੇ ਨੇ ਕੰਮ ਪੂਰੇ ਨਹੀਂ ਹੁੰਦੇ ਨੇ। ਤੇ ਜਿਸ ਤਰ੍ਹਾਂ ਕੋਚੜ ਸਾਹਿਬ ਨੇ ਵੀ ਦੱਸਿਆ, ਕੁਲਦੀਪ ਸਿੰਘ ਜੀ ਨੇ ਵੀ ਦੱਸਿਆ ਕਿ ਜਿਹੜੀ ਬਾਬੂਸ਼ਾਹੀ ਨੇ ਉਹਨਾਂ ਨੂੰ ਜਿਹੜੇ ਫੈਸਲੇ ਹੋਣੇ ਚਾਹੀਦੇ ਨੇ ਉਹ ਟਾਈਮ ਤੇ ਨਹੀਂ ਹੁੰਦੇ, ਜਾਂ ਫਿਰ ਜਿਹੜੀਆਂ ਚੀਜ਼ਾਂ ਨੂੰ ਉਹਨਾਂ ਨੂੰ ਅੱਗੇ ਧਿਆਨ ਚ ਲਿਆਉਣਾ ਪੈਂਦਾ ਹੈ ਉਹ ਨਹੀਂ ਆਉਂਦੀਆਂ। ਤੇ ਹੁਣ ਦੀ ਜੋ ਸਿਚੁਏਸ਼ਨ ਹੈ, ਤੁਹਾਡੀ ਪਾਰਟੀ ਹੈ, ਸੱਤਾਧਾਰੀ ਪਾਰਟੀ ਹੈ, ਉਹਦੇ ਵਿੱਚ ਕਿਸ ਤਰ੍ਹਾਂ ਨੇ? ਦੇਖੋ ਪ੍ਰਿੰਸ ਜੀ, ਗੱਲ ਇਹ ਹੈ, ਜਿਹੜਾ ਸੈਂਟਰ ਸਰਕਾਰ ਆ ਉਹ ਪੰਜਾਬ ਨਾਲ ਹਮੇਸ਼ਾ ਮਤਰਿਆਂ ਵਾਲਾ ਵਿਵਹਾਰ ਕਰਦੀ ਹੈ। ਦਿੱਲੀ ਦੇ ਵਿੱਚ ਵੀ ਇਹ ਕਹਿੰਦੇ ਨੇ ਜੀ ਜਿਹੜੀ ਪਰਾਲੀ ਦਾ ਧੂਆਂ ਤੁਹਾਡਾ ਪੰਜਾਬ ਤੋਂ ਆਉਂਦਾ, ਇਹ ਭੁੱਲ ਜਾਂਦੇ ਨੇ ਵੀ ਉੱਥੇ ਫੈਕਟਰੀਆਂ ਨੇ, ਕਾਰਖਾਨੇ ਨੇ, ਉਹਨਾਂ ਦਾ ਧੂਆਂ ਉਹ ਜਿਹੜਾ ਨਿਕਲਦਾ ਤੁਸੀਂ ਦਿੱਲੀ ਐਂਟਰ ਕਰੋ, ਸਾਈਡ ਤੇ ਵੇਖੋ ਕਿੰਨਾ ਵੱਡਾ ਗੰਦ ਦਾ ਢੇਰ ਲੱਗਾ, ਉਹ ਮਗਦਾ ਰਹਿੰਦਾ, ਕਦੀ ਕਿਤੇ ਅੱਗ ਲੱਗ ਜਾਂਦੀ, ਕਿਤੇ ਕਿਤੇ ਅੱਗ ਲੱਗ ਜਾਂਦੀ, ਸਾਹ ਲੈਣਾ ਔਖਾ ਆ। ਸਾਡੀ ਜਿਹੜੀ ਪਰਾਲੀ ਆ ਉਹਨਾਂ ਤੋਂ ਇਹਨਾਂ ਨੂੰ ਸੈਂਟਰ ਸਰਕਾਰ ਨੂੰ ਬੜਾ ਪ੍ਰੋਬਲਮ ਆ। ਔਰ ਵੇਖੋ ਨਾਦਰਸ਼ਾਹੀ ਹੁਕਮ ਸੀ, ਇਹਨਾਂ ਨੇ, ਮੈਨੂੰ ਯਾਦ ਆ ਗਿਆ, ਇਹ ਕਹਿੰਦੇ ਸੀ 1 ਕਰੋੜ ਰੁਪਈਆ ਜੁਰਮਾਨਾ ਜਾਂ 5 ਸਾਲ ਦੀ ਕੈਦ ਹੋਏਗੀ। ਮਤਲਬ ਹਾਸੋ ਹੀ ਨਹੀਂ ਗੱਲ ਹੈ ਵੀ 1 ਕਰੋੜ ਰੁਪਈਆ ਜੁਰਮਾਨਾ ਕਿਸਾਨ ਨੂੰ ਲੱਗੇਗਾ ਜਿਹੜਾ ਵਿਚਾਰਾ ਪਰਾਲੀ ਸਾੜੇਗਾ। ਹਾਲਾਂਕਿ ਮੈਂ ਇਸ ਗੱਲ ਨੂੰ ਕੰਡੈਮ ਕਰਦਾ, ਪਰਾਲੀ ਨਹੀਂ ਸਾੜਨੀ ਚਾਹੀਦੀ, ਪਰ ਉਹਦੇ ਸੈਂਟਰ ਗਵਰਨਮੈਂਟ ਨੂੰ ਉਹਦੇ ਹੱਲ ਲੱਭਣੇ ਚਾਹੀਦੇ ਆ। ਸਾੜਨਾ, ਪਰਾਲੀ ਸਾੜਨਾ ਕਿਸਾਨ ਦੀ ਮਜਬੂਰੀ ਹੈ, ਇਹਨਾਂ ਨੇ ਆਖਿਆ, ਮੈਂ ਵੀ ਮੰਨਦਾ ਮਜਬੂਰੀ ਆ, ਪਰ ਉਹਦੇ ਮਿਲ ਬਹਿ ਕੇ ਕੋਈ ਹੱਲ ਕਰਨੇ ਚਾਹੀਦੇ। ਦੇਖੋ ਪੋਜ਼ਿਟਿਵ ਗੱਲ ਹੈ ਵੀ ਹੱਲ ਵੀ ਅਸੀਂ ਕਰ ਰਹੇ ਹਾਂ, ਜਿਵੇਂ ਕਿ ਪਰਾਲੀ ਤੋਂ CNG ਬਣਾਉਣ ਦਾ ਵੀ ਕਾਰਖਾਨਾ ਲੱਗ ਗਿਆ, ਪਰਾਲੀ ਤੋਂ ਕੋਲਾ ਬਣਾਉਂਦੇ ਆ 7 ਫੈਕਟਰੀਆਂ ਉਹ ਵੀ ਚੱਲ ਪਈਆਂ ਨੇ। ਕੈਥਲ ਦੇ ਵਿੱਚ ਇੱਕ ਪੂਸਾ ਡੀਕੰਪੋਸਟ ਜਿਹੜੀ ਦਵਾਈ ਆ ਨਾ ਉਹ ਬਿਲਕੁਲ ਫ੍ਰੀ ਦੇ ਰਹੀ ਆ। 10 ਤੋਂ 15 ਦਿਨਾਂ ਦੇ ਵਿੱਚ ਉਹ ਸਾਰੀ ਜਿਹੜੀ ਪਰਾਲੀ ਆ ਉਹਨੂੰ ਸਾੜ ਕੇ ਡੀਪ ਕੰਪੋਸਟ ਕਰ ਦਿੰਦੀ ਆ। ਉਹਦੇ ਨਾਲ ਨਾ ਤੇ ਮਿੱਤਰ ਕੀੜੇ ਖਰਾਬ ਹੁੰਦੇ ਆ, ਨਾ ਗੰਡੋਏ ਖਰਾਬ ਹੁੰਦੇ ਆ, ਨਾ ਵਾਤਾਵਰਨ ਦੂਸ਼ਿਤ ਹੁੰਦਾ। ਬੇਲਰ ਮਸ਼ੀਨ ਇੱਕ ਬੜੀ ਵਧੀਆ ਚੀਜ਼ ਆ ਗਈ ਆ, ਜਿਹੜੀ 200 ਕਿਲੋ ਦਾ ਬੰਡਲ ਗੋਲ ਬੰਨ ਦਿੰਦੀ ਆ, ਔਰ ਉਹ ਕਿਸਾਨਾਂ ਦਾ ਬੜੇ ਵਧੀਆ ਭਾਅ ਤੇ ਵਿਕਦਾ ਹੈ। ਇੱਕ ਸਕੁਅਰ ਬੈਲਰ ਆ ਗਿਆ, ਇੱਕ ਦਿਨ ਚ 20 ਤੋਂ 25 ਏਕੜ ਜਿਹੜੀ ਉਹ ਬਣਾ ਕੇ ਗੱਠਾਂ ਰੱਖ ਦਿੰਦਾ ਹੈ। 11 ਲੱਖ ਦਾ ਉਹਦੀ ਸਬਸਿਡੀ ਗਵਰਨਮੈਂਟ ਦੇ ਰਹੀ ਆ। ਅੱਛਾ, ਸਭ ਤੋਂ ਸਸਤਾ ਇੱਕ ਹੈਪੀ ਸੀਡਰ ਹੈ, ਬੜਾ ਜ਼ਬਰਦਸਤ ਆ, ਉਹ ਸਿੱਧੀ ਬਜਾਈ ਜਿਹੜਾ ਉਹ ਪਰਾਲੀ ਜਿਹੜੀ ਨੂੰ ਕੱਢ ਦਿੰਦਾ ਹੈ ਤੇ ਨਾਲ ਹੀ ਜਿਹੜੀ ਕਣਕ ਹੈ ਉਹ ਬੀਜ ਦਿੰਦਾ ਹੈ। ਉਸ ਤੋਂ ਵੀ ਉੱਪਰ ਸੁਪਰ ਸੀਡਰ ਵੀ ਹੁਣ ਆ ਗਿਆ, ਜਿਹੜਾ ਪਰਾਲੀ ਮਿੱਟੀ 'ਚ ਦਬਾ ਕੇ ਜਦੋਂ ਆਠਰੀ ਹੁੰਦੀ ਹੈ ਜ਼ਮੀਨ ਤੇ ਉਹਦੇ ਵਿੱਚੋਂ ਮੁੜ ਕੇ ਕਣਕ ਬੀਜ ਦਿੰਦਾ। 3-4 ਕੰਮ ਇਕੱਠੇ ਕਰਦਾ, ਔਰ ਸਸਤਾ ਬਹੁਤ, 2 ਤੋਂ 2.5 ਲੱਖ ਦੇ ਵਿੱਚ ਸਾਰਾ ਉਹ ਮਿਲ ਜਾਂਦਾ। ਇੱਕ ਮੈਨੂੰ ਲੱਗਦਾ ਵੀ 3-4 ਜੇ ਕਿਸਾਨ ਰਲ ਕੇ ਇਹ ਲੈ ਲੈਣ। ਪਰ ਸਭ ਤੋਂ ਜ਼ਬਰਦਸਤ ਗੱਲ ਇਹ ਆ, ਸਭ ਤੋਂ ਜਿਹੜੀ ਗੱਲ ਇਹ ਆ ਬਈ ਅਵੇਅਰ ਕਰਨਾ ਪਊਗਾ ਆਪਣੇ। ਮੈਂ ਕਿਸਾਨ ਨੇਤਾ ਬੈਠੇ ਨੇ, ਇਹਨਾਂ ਨੂੰ ਮੇਰੀ ਵੀ ਬੇਨਤੀ ਆ ਵੀ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਅਵੇਅਰ ਕੀਤਾ ਜਾਵੇ ਵੀ ਆਪਾਂ ਪਰਾਲੀ ਨਾ ਸਾੜੀਏ। ਮਜਬੂਰੀ ਆ ਤੁਹਾਡੀ ਸਾੜਨੀ, ਅਸੀਂ ਮੰਨਦੇ ਹਾਂ, ਪਰ ਨਾ ਸਾੜੀ ਜਾਵੇ। ਇਹਦੇ ਨਾਲ ਤੁਹਾਡਾ ਹੌਲੀ ਹੌਲੀ ਤਰੀਕੇ ਨਾਲ ਸਮਝਾਇਆ ਜਾਵੇ, ਕਿਉਂਕਿ ਤੁਸੀਂ ਯਾਦ ਹੋਏਗਾ ਜਦੋਂ ਕੰਬਾਈਨ ਆਈ ਸੀ, ਲੋਕੀ ਕੰਬਾਈਨਾਂ ਤੋਂ ਨਹੀਂ ਸੀ ਵਡਾਉਂਦੇ, ਲੋਕੀ ਗੈਸ ਸਿਲੰਡਰ ਆਏ ਸੀ, ਲੋਕੀ ਸਟੋਵ ਬਾਲਦੇ ਸੀ, ਗੈਸ ਸਿਲੰਡਰ ਫਟ ਜਾਏਗਾ। ਜਿਵੇਂ ਨਵੀਂ ਟੈਕਨੋਲੋਜੀ ਆ ਰਹੀ ਆ, ਉਹਨੂੰ ਸਾਨੂੰ ਅਡਾਪਟ ਕਰਨਾ ਪਏਗਾ, ਔਰ ਇਹਦੇ ਨਾਲ ਸਾਡਾ ਦੇਸ਼, ਇਹਦੇ ਨਾਲ ਸਾਡਾ ਪੰਜਾਬ ਖੁਸ਼ਹਾਲ ਤੇ ਆਬਾਦ ਹੋਏਗਾ। ਜੀ ਸੰਧੂ ਸਾਹਿਬ, ਤੁਸੀਂ ਤਾਂ ਆਪਣੀਆਂ ਸਰਕਾਰ ਦੀਆਂ ਉਪਲਬਧੀਆਂ ਤਾਂ ਗਿਣਾਈਆਂ। ਮੈਂ ਵੀ ਜਿਹੜੀ ਰਿਪੋਰਟ ਆਈ ਸੀ ਕਿ 75,000 ਮਸ਼ੀਨਾਂ ਨੇ ਜਿਨ੍ਹਾਂ ਦੇ ਉੱਤੇ ਸਬਸਿਡੀ ਮਿਲ ਰਹੀ ਹੈ ਪਰਾਲੀ ਨੂੰ, ਇਹਨੂੰ ਡੀਕੰਪੋਜ਼ ਕਰਨ ਨੂੰ ਲੈ ਕੇ। ਪਰ ਜ਼ਮੀਨੀ ਹਕੀਕਤ ਕੀ ਹੈ? ਗੁਰਧਿਆਨ ਸਿੰਘ ਜੀ ਸਾਡੇ ਨਾਲ ਬੈਠੇ ਨੇ। ਜੀ ਗੁਰਧਿਆਨ ਸਿੰਘ ਜੀ, ਤੁਹਾਡਾ ਕੀ ਮੰਨਣਾ ਹੈ? ਤੁਹਾਡੇ ਜ਼ਮੀਨੀ ਹਕੀਕਤ ਕੀ ਹੈ? ਕਿੰਨਾ ਕੁ ਸਰਕਾਰ ਦੀਆਂ ਜਿਹੜੀਆਂ ਮਸ਼ੀਨਾਂ ਜੋ ਸੰਧੂ ਸਾਹਿਬ ਨੇ ਗਿਣਾ ਦਿੱਤੀਆਂ ਨੇ, ਜਿਹੜੀਆਂ ਚੀਜ਼ਾਂ ਗਿਣਾਈਆਂ, ਇੱਕ ਪੂਸਾ ਤੋਂ ਜੋ ਬਣਿਆ ਹੈਗਾ, ਇੱਕ ਦਵਾਈ ਬਣੀ ਹੈਗੀ ਜਿਹੜੇ ਛਿੜਕਾਅ ਦੇ ਵਿੱਚ ਡੀਕੰਪੋਜ਼ ਕਰ ਦਿੰਦੀ ਹੈ, ਉਹ ਕਿੰਨੀ ਕੁ ਵਰਤੋਂ ਦੇ ਵਿੱਚ ਆ ਰਹੀ ਹੈ? ਜਾਂ ਫਿਰ ਜਿੰਨੀਆਂ ਸਬਸਿਡੀਆਂ ਮਿਲ ਰਹੀਆਂ ਨੇ ਉਹ ਕਿੰਨੀਆਂ ਮਿਲ ਰਹੀਆਂ? ਸਭ ਤੋਂ ਜੀ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਛਾ ਜੀ, ਦੇਖੋ ਮਿਸਰਾ ਜੀ, ਇਹਦੇ ਵਿੱਚ ਜਿਹੜੀਆਂ ਸਰਕਾਰਾਂ ਦੀਆਂ ਪਾਲਿਸੀਆਂ ਨੇ, ਕਿਸਾਨ ਦੀ ਪਰਾਲੀ ਨੂੰ ਅੱਗ ਲਾਉਣਾ ਇੱਕ ਮਜਬੂਰੀ ਆ। ਦੂਜੀ ਗੱਲ, ਹੁਣ ਆਪਾਂ ਲਾਈਟ ਦੀ ਕਿੱਲਤ ਦੇਖ ਲਓ, ਜਿਹੜੀਆਂ ਫਸਲਾਂ ਨੂੰ ਪਾਣੀ ਕਦੋਂ ਆਉਣਗੇ, ਕਦੋਂ ਪੱਕਣਗੀਆਂ। ਜਿਵੇਂ ਪਹਿਲਾਂ ਮੌਸਮ ਦੀ ਮਾਰ ਪਈ ਆ, ਹੜ੍ਹ ਪੀੜਤ ਹੋਏ ਨੇ, ਉਹਦੇ ਵਿੱਚ ਵੀ ਫਸਲਾਂ ਤੇਜ਼ੀ ਨਾਲ ਬੀਜੀਆਂ ਗਈਆਂ ਨੇ, ਅੱਜ ਤੱਕ ਸਰਕਾਰ ਤੋਂ ਲਾਈਟ ਪੂਰੀ ਨਹੀਂ ਹੋਈ। ਦੂਜੇ ਪਾਸੇ ਆਪਾਂ ਗੱਲ ਕਰਾਂ ਵੀ ਸਾਰਾ ਬੋਝ ਸਰਕਾਰਾਂ ਪ੍ਰਮਾਣ ਕਰਦੀਆਂ ਨੇ, ਪਰ ਬੋਝ ਸਾਰਾ ਕਿਸਾਨ ਤੇ ਪੈਣਾ। ਸਬਸਿਡੀਆਂ ਕਿੰਨੇ ਕੁ ਲੋਕਾਂ ਨੂੰ ਮਿਲ ਰਹੀਆਂ ਨੇ? ਦੂਜੇ ਪਾਸੇ
ਵੱਡੇ ਵੱਡੇ ਟਰੈਕਟਰ ਜਿਹੜੀਆਂ ਮਸ਼ੀਨਾਂ ਦੀ ਗੱਲ ਕਰਦੇ ਨੇ ਉਹਨਾਂ ਵਾਸਤੇ ਟਰੈਕਟਰ ਹੀ ਵੱਡੇ ਚਾਹੀਦੇ ਨੇ। ਸਾਰਾ ਖਰਚਾ ਹੀ ਖਾਂ ਜਿਹੜਾ ਹੁਣ ਤੇਰਾ 5-4 ਕਿੱਲਿਆਂ ਵਾਲਾ ਕਿਸਾਨ ਆ, ਨਾ ਤਾਂ ਉਹਦਾ ਕਿਸੇ ਕੋਲ ਸਾਂਝਾ ਕੰਮ ਚੱਲੇ, ਨਾ ਮਾੜੇ ਨੂੰ ਕੌਣ ਚੀਜ਼ ਦਿੰਦਾ। ਆਹ ਤਾਂ ਜਿਹੜੀਆਂ ਗੱਲਾਂ ਕਰ ਰਹੇ ਨੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਗੱਲਾਂ ਹੋ ਰਹੀਆਂ ਨੇ, ਸਾਰੀਆਂ ਉਹੀ ਮਸ਼ੀਨਰੀ ਲੈ ਸਕਦੇ ਨੇ, ਉਹ ਇਹ ਚੀਜ਼ ਨੂੰ ਕੰਟਰੋਲ ਕਰ ਸਕਦੇ ਨੇ। ਕਿਉਂਕਿ ਜੇ ਸਰਕਾਰ ਚਾਹਵੇ, ਜਿਵੇਂ ਉਹ ਫੈਕਟਰੀਆਂ ਧੂੰਆਂ ਉਹ ਇਹਨਾਂ ਨੂੰ ਦਿਖ ਰਿਹਾ ਨਹੀਂ, ਜਿਹੜੀਆਂ ਚੀਜ਼ਾਂ ਲੋਕਾਂ ਦਾ ਢਿੱਡ ਭਰਦੀਆਂ ਨੇ, ਕਿਸਾਨ ਫਸਲ ਪੈਦਾ ਕਰ ਰਿਹਾ, ਉਹੀ ਇਹਨਾਂ ਨੂੰ ਦੇਖਣ ਲੱਗ ਜਾਂਦਾ ਵੀ ਆਹ ਤਾਂ ਦਿੱਲੀ ਤੱਕ ਧੂੰਆਂ ਪਹੁੰਚ ਰਿਹਾ। ਜਦ ਕਿ ਜਿਹੜੀਆਂ ਫੈਕਟਰੀਆਂ ਧੂੰਆਂ ਕਿੰਨਾ ਜ਼ਿਆਦਾ ਆ, ਇਹ ਤਾਂ ਕਿਸਾਨਾਂ ਦਾ ਜਿਹੜੀ ਪਰਾਲੀ ਦਾ ਧੂੰਆਂ ਕਿੰਨਾ ਕੁ ਉਹ ਆ, ਤਾਂ ਕੁਝ ਪਰਸੈਂਟੇਜ ਧੂੰਆਂ ਆ। ਲਗਾਤਾਰ ਰੋਜ਼ ਅੱਗਾਂ ਦੇ ਨਾਲ ਫੈਕਟਰੀਆਂ ਨਾਲ ਕਿੰਨਾ ਧੂੰਆਂ ਲਗਾਤਾਰ ਦਿਨ ਰਾਤ ਚੱਲ ਰਹੇ ਨੇ। ਕਿਸਾਨ ਤਾਂ ਅੱਗੇ ਸਿਰਫ 2 ਜਾਂ 4 ਦਿਨ ਲਾਉਂਦਾ, ਜੇ ਆਪਾਂ ਸਾਲ ਦੇ ਵਿੱਚ ਮੰਨਦੇ ਹਾਂ, ਸਾਲ ਦੇ ਵਿੱਚ ਇੱਕ ਵਾਰੀ ਅੱਗ ਲੱਗਦੀ ਆ, ਉਹ ਵੀ ਹਫ਼ਤੇ ਦੇ ਵਿੱਚ ਸਾਰੀ ਅੱਗ ਵਗੈਰਾ ਲੱਗ ਕੇ ਕੰਮ ਖਤਮ ਹੋ ਜਾਂਦਾ। ਪਰ ਸਰਕਾਰਾਂ ਫਿਰ ਕਿਸਾਨਾਂ ਨੂੰ, ਕਿਸਾਨ ਆਹ ਨਹੀਂ ਕਰ ਰਿਹਾ ਜੀ, ਕਿਸਾਨ ਆਹ ਨਹੀਂ ਕਰ ਰਿਹਾ ਵੀ ਸਰਕਾਰਾਂ ਸਾਨੂੰ ਦੇ ਕੀ ਰਹੀਆਂ ਨੇ, ਸਿਰਫ ਪ੍ਰਮਾਣ ਦੇ ਰਹੀਆਂ ਨੇ। ਉਸ ਵੱਲੇ ਇਹ ਕੋਈ ਸੈਂਟਰ ਬਣਾਉਣ ਪਰਾਲੀ ਦੇ, ਜਿਵੇਂ ਸਾਡੀਆਂ ਫਸਲਾਂ ਵਿਕਦੀਆਂ ਨੇ ਵੀ ਹਾਂ ਜੀ ਪਟਿਆਲੇ ਦੇ ਅਲੱਗ-ਅਲੱਗ ਜਗ੍ਹਾ ਵੀ ਮੰਡੀਆਂ ਬਣਨਾ ਵੀ ਭਾਈ ਤੁਹਾਡੇ ਪਰਾਲੀ ਜਾ ਕੇ ਉਰੇ ਜਾ ਕੇ ਵੇਚਣੀ ਆ, ਇਹਦਾ ਆਹ ਰੇਟ ਤੈਅ ਆ। ਇਹ ਕੁਛ ਕਰਨ ਦਾ ਸਹੀ ਨਾ, ਗੱਲਾਂ ਕਰਨ ਨਾਲ ਹੀ ਨਾ ਪਰਾਲੀ ਨੂੰ ਅੱਗ ਲੱਗਣ ਤੇ ਹਟਦੀ। ਕਿਸਾਨਾਂ ਦੀ ਇੱਕ ਬਹੁਤ ਵੱਡੀ ਮਜਬੂਰੀ ਆ ਜਿਹੜੀ, ਜਿਵੇਂ ਬੀਜੇਪੀ ਸਰਕਾਰ ਦਾ ਜਿਹੋ ਜਿਹਾ ਥੋਪ ਰਹੀ ਆ, ਦੂਜੇ ਪਾਸੇ ਆਪਾਂ ਪੰਜਾਬ ਸਰਕਾਰ ਦੀ ਗੱਲ ਕਰਦੇ ਆ ਵੀ ਇਕੱਲੇ ਪੰਜਾਬ ਦਾ ਧੂੰਆਂ ਹੀ ਦਿੱਲੀ ਵੱਲ ਜਾਂਦਾ ਆ। ਹੋਰ ਜਿਹੜੇ ਸੂਬਿਆਂ ਦੇ ਵਿੱਚ ਕਿੰਨੀਆਂ ਅੱਗਾਂ ਲੱਗ, ਪੂਰੇ ਭਾਰਤ ਦੇ ਵਿੱਚ ਅੱਗਾਂ ਲੱਗ ਰਹੀਆਂ। ਆਹ ਇੱਕ ਕਹਿਣ ਦੀ ਅਲੱਗ ਗੱਲ ਆ ਵੀ ਜਿਹੜਾ ਪੰਜਾਬ ਦੇ ਲੋਕ ਨੇ, ਪੰਜਾਬ ਦੇ ਵਿੱਚ ਅੱਗਾਂ ਜ਼ਿਆਦਾ ਲੱਗਦੀਆਂ ਨੇ। ਸੋ ਮੇਰੇ ਸਾਰੇ ਪੋਲੀਟੀਕਲ ਲੀਡਰਾਂ ਨੂੰ ਅਪੀਲ ਆ ਵੀ ਪਹਿਲਾਂ ਆਪਾਂ ਸੋਚੋ, ਵਿਚਾਰੋ, ਇਹਦਾ ਕੋਈ ਹੱਲ ਕੱਢੋ ਪੱਕਾ, ਤਾਂ ਕਿਸਾਨ ਅੱਗ ਲਾਉਣ ਤੋਂ ਆਟੋਮੈਟਿਕ ਹਟ ਜਾਣਗੇ। ਪਰ ਅੱਜ ਉਹਨਾਂ ਦੀ ਮਜਬੂਰੀ ਹੈ। ਜੀ ਗੁਰਧਿਆਨ ਸਿੰਘ ਜੀ, ਇੱਕ ਹੋਰ ਸਵਾਲ ਲੈਣਾ ਚਾਹਾਂਗਾ ਤੁਹਾਡੇ ਤੋਂ। ਤੁਹਾਡੇ ਜੁੜਨ ਤੋਂ ਪਹਿਲਾਂ ਗੱਲ ਹੋ ਰਹੀ ਸੀ, ਸੰਧੂ ਸਾਹਿਬ ਨਾਲ ਗੱਲ ਹੋ ਰਹੀ ਸੀ, ਕੋਚੜ ਸਾਹਿਬ ਨਾਲ ਗੱਲ ਹੋ ਰਹੀ ਸੀ, ਕੁਲਦੀਪ ਸਿੰਘ ਜੀ ਨਾਲ ਗੱਲ ਹੋ ਰਹੀ ਸੀ, ਤੇ ਸੰਧੂ ਸਾਹਿਬ ਵੱਲੋਂ ਇੰਨੀ ਗੱਲ ਕਹੀ ਗਈ ਕਿ ਜਿਹੜੀ ਫਸਲਾਂ ਕਿਸਾਨ ਉਗਾਉਂਦੇ ਨੇ ਉਹਦੇ ਵਿੱਚ ਥੋੜਾ ਜੇਕਰ ਟਾਈਮ ਦਿੱਤਾ ਜਾਵੇ, ਜਿਸ ਤਰ੍ਹਾਂ ਇੱਕ ਫਸਲ ਉਗਾਈ ਉਸੇ ਜ਼ਮੀਨ ਦੇ ਵਿੱਚ ਆਪਾਂ ਦੂਸਰੀ ਫਸਲ ਦੀ ਕਾਹਲੀ ਨਾ ਕਰੀਏ, ਥੋੜਾ ਸੋਇਲ ਨੂੰ ਫਰਟੀਲਾਈਜ਼ ਹੋ ਜਾਵੇ, ਤਾਂ ਉਹਦੇ ਨਾਲ ਕਿਤੇ ਨਾ ਕਿਤੇ ਜੋ ਪਰਾਲੀ ਦੀ ਜੋ ਸਮੱਸਿਆ ਉਹ ਵੀ ਕਿਤੇ ਹੱਲ ਹੋ ਸਕਦੀ ਹੈ, ਕਿਉਂਕਿ ਡੀਕੰਪੋਜ਼ ਜ਼ਮੀਨ ਦੇ ਵਿੱਚ ਨਹੀਂ ਹੋ ਪਾਉਂਦੀ। ਕੀ ਇਹਦੇ ਨਾਲ ਤੁਹਾਡਾ ਕੀ ਮੰਨਣਾ ਕਿ ਜਿਹੜਾ ਸਮਾਂ ਦੇ ਕੇ ਉਹਦੇ ਨਾਲ ਕੁਝ ਪੈਦਾ ਹੋ ਸਕਦਾ? ਦੇਖੋ ਜੀ, ਹੋ ਸਕਦਾ, ਪਰ ਸਰਕਾਰ ਉਹਦੇ ਵਿੱਚ ਸਹੂਲਤ ਦੇਵੇ। ਜਿਵੇਂ ਹੁਣ ਅੱਜ ਦੀ ਗੱਲ ਕਰਦੇ ਆਪਾਂ, ਹਾਲੇ ਝੋਨਾ ਪੱਕਿਆ ਨਹੀਂ, ਪਾਣੀ ਦੀ ਦਿੱਕਤ ਆ, ਬਿਜਲੀ ਦੀ ਦਿੱਕਤ ਆ। ਹੁਣ ਜਿਵੇਂ 2 ਦਿਨਾਂ ਮਗਰੋਂ 4 ਘੰਟੇ ਲਾਈਟ ਆ ਗਈ, 5 ਘੰਟੇ ਆ ਗਈ, ਸਰਕਾਰਾਂ ਪੱਲਾ ਝਾੜਦੀ, ਸਾਡੇ ਕੋਲ ਤਾਂ ਕੋਲਾ ਨਹੀਂ ਹੈਗਾ। ਵੀ ਜੇ ਸਰਕਾਰਾਂ ਵੀ ਆਪਣੇ ਹੱਕਾਂ ਤੇ ਖੜਨਾ, ਜਿਵੇਂ ਹੁਣ ਲਾਈਟ ਪੂਰੀ ਪ੍ਰੋਪਰ ਆਉਂਦੀ, ਲੋਕਾਂ ਨੂੰ ਟਾਈਮ ਮਿਲ ਜਾਣਾ ਸੀ, ਉਹਨਾਂ ਨੂੰ ਪਤਾ ਸੀ ਜਿਹੜੀ ਪਰਾਲੀ ਆਪਾਂ ਵਿੱਚ ਗਾਲਣ ਦੀ ਗੱਲ ਕਰਦੇ ਆ ਨਾ ਵੀ ਸਾੜੋ ਨਾ ਵਿੱਚ ਗਾਲੋ, ਉਹਦੇ ਵਿੱਚ ਪਾਣੀ ਦੀ ਜ਼ਰੂਰਤ ਆ, ਬਿਜਲੀ ਦੀ ਜ਼ਰੂਰਤ ਆ। ਕਿਉਂਕਿ ਜੇ ਆਪਾਂ ਨੇ ਇੱਕ ਫਸਲ ਪੱਟ ਕੇ ਉਹਦੀ ਵਾਹੀ ਵੀ ਕਰਾਂਗੇ, ਅੱਜ ਡੀਜ਼ਲਾਂ ਦੇ ਭਾਅ ਕੀਤੇ ਨੇ, ਕਿਸਾਨਾਂ ਨੂੰ ਕੋਈ ਕਿਸੇ ਨਾ ਕਿਸੇ ਪਾਸੇ ਸਬਸਿਡੀ ਤਾਂ ਦੇਣ, ਭਾਈ ਤੁਹਾਨੂੰ ਡੀਜ਼ਲ 20 ਰੁਪਏ ਲੀਟਰ ਜਾਂ 30 ਰੁਪਏ ਮਿਲਦਾ ਸੀ, ਕਿਸਾਨਾਂ ਨੂੰ ਇੰਨੀ ਸਬਸਿਡੀ ਦੇ ਰਹੇ ਆ, ਤੁਹਾਨੂੰ ਲਗਾਤਾਰ ਲਾਈਟ ਮਿਲੂਗੀ, ਤੁਸੀਂ ਪਰਾਲੀ ਨੂੰ ਵਿੱਚ ਉਹ ਕਰੋ। ਉਹੋ ਜਿਹੇ ਉਪਰਾਲੇ ਤਾਂ ਕਰਨ, ਹੋ ਸਕਦਾ, ਪਰ ਸਰਕਾਰਾਂ ਚਾਹੁੰਦੀਆਂ ਨਹੀਂ ਹੈਗੀਆਂ, ਉਪਰਾਲੇ ਕਰਦੀਆਂ ਨਹੀਂ ਹੈਗੀਆਂ, ਸਾਰਾ ਬੋਝ ਕਿਸਾਨਾਂ ਦੇ ਪਾਉਣਾ ਚਾਹੁੰਦੀਆਂ ਨੇ। ਜੀ ਕੋਚੜ ਸਾਹਿਬ, ਜਿਸ ਤਰ੍ਹਾਂ ਗੁਰਧਿਆਨ ਸਿੰਘ ਜੀ ਕਹਿ ਰਹੇ ਨੇ ਸਾਰਾ ਬੋਝ ਕਿਸਾਨਾਂ ਦੇ ਪਾਉਣਾ ਚਾਹੁੰਦੀਆਂ ਨੇ, ਸਰਕਾਰਾਂ ਪਾਉਣਾ ਚਾਹੁੰਦੀਆਂ ਨੇ, ਤੇ ਫਿਰ ਕਿਸ ਤਰ੍ਹਾਂ ਤੁਸੀਂ ਸਮਝ ਰਹੇ ਹੋ, ਜਿਸ ਤਰ੍ਹਾਂ ਤੁਸੀਂ ਅਰਥ ਸ਼ਾਸਤਰੀ ਹੋ, ਪੂਰੇ ਮੁੱਦੇ ਨੂੰ ਸੰਜੀਦਗੀ ਦੇ ਨਾਲ ਸਮਝਦੇ ਹੋ, ਤੇ ਇਹ ਜੋ ਪੈਸਿਆਂ ਦਾ ਲੈਣ ਦੇਣ ਆ, ਜੋ ਕਿਸਾਨਾਂ ਦੀ ਹੈਲਪ ਕਰਨੀ ਆ, ਰਾਹਤ ਪੈਕੇਜ ਦੇਣੇ ਆ, ਉਹ ਕਿਸ ਤਰ੍ਹਾਂ ਹੋਣੇ ਚਾਹੀਦੇ ਨੇ? ਐਕਚੁਅਲੀ ਆਪਾਂ ਅਗਰ ਇਸਦਾ ਪੂਰਾ ਬਿਜ਼ਨਸ ਮਾਡਲ ਦੇਖੀਏ, ਜਿਹੜੇ ਕੈਮੀਕਲਸ, ਜਿਹੜੀ ਕੰਪਨੀਆਂ ਜਿਹੜੀ ਕੈਮੀਕਲ ਬਣਾਉਂਦੀਆਂ ਨੇ, ਔਰ ਉਹਨਾਂ ਦੇ ਕਿਵੇਂ ਹਿੱਤ ਵਿੱਚ ਹੈ ਕਿ ਹਰ ਸਾਲ ਦੀ ਕੁਆਂਟੀਟੀ ਆਫ ਕੈਮੀਕਲ ਗੈਟਸ ਇਨਕਰੀਜ਼ so that the cost for any farmer it goes up without being compensated. So ਆਪਾਂ ਨੂੰ ਕਈ ਜਗ੍ਹਾ ਤੇ ਮਾਰ ਪੈ ਰਹੀ ਹੈ। ਹੋ ਕੀ ਰਿਹਾ ਹੈ, ਜਿਹੜੀ ਇਹ ਕੈਮੀਕਲ ਫੈਕਟਰੀਜ਼ ਹੈਗੀਆਂ ਨੇ, ਇਹ ਆਪਣਾ ਮਾਲ ਵੇਚਦੀਆਂ ਨੇ। ਹਰ ਸਾਲ ਪੰਜਾਬ ਨੂੰ ਉਸ ਪ੍ਰੋਡਕਸ਼ਨ ਨੂੰ ਬਣਾਉਣ ਲਈ ਐਡੀਸ਼ਨਲ ਖਾਦ ਪਾਣੀ ਪੈਂਦੀ ਹੈ। ਇਟਸ ਅ ਰਿਐਲਿਟੀ। ਉਹ ਜਿਹੜੀ ਖਾਦ ਇਕੱਠੀ ਹੁੰਦੀ ਸਾਡੀ ਜ਼ਮੀਨ ਨੂੰ ਬਰਬਾਦ ਕਰ ਰਹੀ ਹੈ। ਆਈ ਐਮ ਜਸਟ ਟੇਕਿੰਗ ਇਕਨੋਮਿਕ ਮਾਡਲ ਆਫ ਇਟ। ਫਿਰ ਅਸੀਂ ਕੀ ਕਰ ਰਹੇ ਹਾਂ ਕਿ ਉਸੇ ਕੈਮੀਕਲ ਨੂੰ ਡਿਫਿਊਜ਼ ਕਰਨ ਲਈ ਇਹ ਪੂਸਾ ਦਾ ਜਿਹੜਾ ਉਹ ਡੀਕੰਪੋਜ਼ਰ ਦੀ ਗੱਲ ਕਰ ਰਹੇ ਹਾਂ ਜਾਂ ਆਪਾਂ ਮਸ਼ੀਨਾਂ ਦੀ ਗੱਲ ਕਰ ਰਹੇ ਹਾਂ, ਅਲਟੀਮੇਟਲੀ ਇਹਨਾਂ ਸਾਰਿਆਂ ਨਾਲ ਤੇ ਉਹ ਕੋਈ ਸਮਾਧਾਨ ਨਹੀਂ ਹੈ। ਸਾਡਾ ਸਮਾਧਾਨ ਇਹ ਹੈਗਾ ਅਸੀਂ ਉਹ ਟੈਕਨੋਲੋਜੀਜ਼ ਲੈ ਕੇ ਆਈਏ ਜਿਹਦੇ ਨਾਲ ਦ ਰਿਕੁਆਇਰਮੈਂਟ ਆਫ ਕੈਮੀਕਲ ਕਮਸ ਡਾਊਨ ਡਰਾਮੈਟਿਕਲੀ। ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਤੁਹਾਨੂੰ ਦਿਆਂਗਾ। ਸਾਡੀ ਆਰਗੇਨਾਈਜੇਸ਼ਨ ਪਿਛਲੇ 3 ਸਾਲਾਂ ਤੋਂ ਇੱਕ ਅਸੀਂ ਮਸ਼ੀਨ ਇਜਾਦ ਕੀਤੀ ਜਿਹਦੀ ਪੂਰੀ ਰਿਸਰਚ ਪੂਰੇ ਵਰਲਡ ਦੇ ਅੰਦਰ ਹੋ ਚੁੱਕੀ। ਇਟਸ ਅ ਡਾਕੂਮੈਂਟਡ ਪ੍ਰੂਫ ਕਿ
ਨੈਨੋਬਬਲ ਟੈਕਨੋਲੋਜੀ, ਇੱਕ ਐਗਜ਼ਾਮਪਲ ਦੇ ਰਿਹਾ ਖਾਲੀ ਤੁਹਾਨੂੰ, ਨੈਨੋਬਬਲ ਟੈਕਨੋਲੋਜੀ ਇਹੋ ਜਿਹੀ ਹੈ ਜਿਹਦੇ ਨਾਲ ਆਪਾਂ ਆਕਸੀਜਨੇਟਡ ਨੈਨੋਬਬਲ ਅਗਰ ਇਰੀਗੇਸ਼ਨ ਵਾਟਰ ਵਿੱਚ ਪਾ ਲਈਏ ਤੇ ਉਹ ਨੈਨੋਬਬਲਸ ਜਾ ਕੇ ਕਿਸੇ ਵੀ ਪੈਦਾਵਾਰ ਦੀ ਜੜ ਵਿੱਚ ਜਾ ਕੇ ਉਹ ਸਲੋਲੀ ਆਕਸੀਜਨੇਟ ਕਰਦੇ ਨੇ, so that your requirement of chemical and that protects it from against many diseases. ਇਹ ਗੱਲ ਮੈਂ ਨਹੀਂ ਕਹਿ ਰਿਹਾ, this has been already documented research globally known, ਸਾਰਿਆਂ ਨੂੰ ਅਵੇਲੇਬਲ ਹੈ। ਅਸੀਂ ਉਹ ਮਸ਼ੀਨ ਇਜਾਦ ਕੀਤੀ ਇੱਥੇ ਹਿੰਦੁਸਤਾਨ ਵਿੱਚ, we are the only one। ਅਸੀਂ ਉਹ ਮਸ਼ੀਨ ਦੇਤੀ PAU ਨੂੰ, because ਸਾਡੇ ਲਈ ਤੇ PAU is the ਪੰਜਾਬ ਐਗਰੀਕਲਚਰ ਯੂਨੀਵਰਸਿਟੀ। ਉਹਨਾਂ ਨੇ ਮੇਰੀ ਮਸ਼ੀਨ 6 ਮਹੀਨੇ ਆਪਣੇ ਕੋਲ ਰੱਖੀ, 20-25 ਲੱਖ ਰੁਪਏ ਦੀ ਮਸ਼ੀਨ ਅਸੀਂ ਦਿੱਤੀ ਉਹਨਾਂ ਨੂੰ। 6 ਮਹੀਨੇ ਬਾਅਦ ਮੈਂ ਉਹਨੂੰ ਪੁੱਛਿਆ ਦੱਸੋ ਜੀ ਕੀ ਰਿਜ਼ਲਟ ਆਇਆ? ਉਹਨਾਂ ਨੇ ਐਕਸਪੈਰੀਮੈਂਟ ਜਿਹਾ ਕੀਤਾ, ਕਹਿੰਦੇ ਜੀ ਰਿਜ਼ਲਟ ਤੁਹਾਨੂੰ ਤਾਂ ਦੇਾਂਗੇ ਜਦ ਤੁਸੀਂ ਸਾਨੂੰ 24 ਲੱਖ ਰੁਪਏ ਦਿਓਗੇ ਰਿਸਰਚ ਦਾ, ਅਸੀਂ 3 ਸਾਲ ਰਿਸਰਚ ਕਰਾਂਗੇ ਔਰ ਤੁਹਾਨੂੰ 24 ਲੱਖ ਰੁਪਏ ਦੇਾਂਗੇ। ਮੈਂ ਸਰਕਾਰ ਨੂੰ ਰਿਕੁਐਸਟ ਕੀਤੀ ਕਿ ਮੈਂ ਨਾਲ 25% ਸੋਲੂਸ਼ਨ ਆਪਾਂ ਆਪਣੀ ਜ਼ਮੀਨ ਨੂੰ ਕਰ ਲਿਆ ਤੇ ਸਾਡੀ ਅਸੀਂ ਬਾਕੀ ਸਾਰੇ ਸੋਲੂਸ਼ਨ ਆਰ ਅਵੇਲੇਬਲ। ਜਿੰਨਾ ਸਰਕਾਰ ਵੀ ਇਹ ਯੂਨੀਵਰਸਿਟੀ ਕੰਪਲੀਟ ਕੀਤੀ ਨਹੀਂ ਗਈ, ਰਿਸਰਚ ਕਰਨੀ ਕੀ ਸੀਗੀ, already research ਹੋ ਚੁੱਕੀ, ਉਹਨੂੰ ਖਾਲੀ ਵੈਲੀਡੇਟ ਕਰਨਾ ਸੀਗਾ। This is one example. There are many such examples where a lot of innovations which are available with the scientific community, ਉਹਨੂੰ ਕਦੀ ਉਹ ਹੁਲਾਰਾ ਜਿਹੜਾ ਮਿਲਣਾ ਚਾਹੀਦਾ ਸਰਕਾਰਾਂ ਵੱਲੋਂ ਉਹਨੂੰ ਪ੍ਰੈਕਟੀਕਲੀ ਗਰਾਊਂਡ ਤੇ ਉਹਨੂੰ ਇੰਪਲੀਮੈਂਟ ਕਰਨ ਦਾ, ਉਹ ਐਸੇ ਵਾਸਤੇ ਨਹੀਂ ਮਿਲਦਾ ਕਿ ਦੀ ਪ੍ਰੈਸ਼ਰ ਆਫ ਕੈਮੀਕਲ ਇੰਡਸਟਰੀ, ਦੀ ਹੋਲ ਕਾਰਪੋਰੇਟ ਸੈਕਟਰ ਜਿਹੜੇ ਕੈਮੀਕਲ ਵੇਚਣੇ ਨੇ, ਉਹਨਾਂ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਹੈ ਕਿ ਇਹੋ ਜਿਹੀ ਕਿਸੇ ਵੀ ਨਵੀਂ ਟੈਕਨੋਲੋਜੀ ਨੂੰ ਇੰਟਰੋਡਿਊਸ ਕਰਨਾ ਉਹ ਇਟ ਇਜ਼ ਇੰਪੋਸੀਬਲ। ਸੋ ਕੀ ਕਰਨਗੇ, ਉਹ ਤੁਹਾਨੂੰ ਕੈਮੀਕਲ ਵੇਚੀ ਜਾਣਗੇ। ਫਿਰ ਇਹੋ ਜਿਹੀਆਂ ਮਸ਼ੀਨਾਂ ਜਿਹਦੀਆਂ ਆਪਾਂ ਹੁਣੇ ਗੱਲਾਂ ਕਰ ਰਹੇ ਸੀ, ਜਾਂ ਜਿਹੜਾ ਪੂਸਾ ਨੇ ਸੋਲੂਸ਼ਨ ਕੱਢਿਆ, ਐਕਚੁਅਲੀ ਦਿਸ ਇਜ਼ ਅ ਰਿਗਰੈਸਿਵ ਸਾਇੰਟੀਫਿਕ ਅਪਰੋਚ। ਸਾਨੂੰ ਉਹ ਚੇਂਜ ਕਰਨਾ ਪਏਗਾ। ਕਿਸਾਨਾਂ ਦੀ ਹਾਲਤ ਨਾ ਸਬਸਿਡੀ ਦੇਣ ਨਾਲ ਚੇਂਜ ਹੋਣੀ, ਨਾ ਉਹਨਾਂ ਦੀ ਹਾਲਤ ਇਹ ਇਸੇ ਤਰ੍ਹਾਂ ਕੈਮੀਕਲ ਵਧਾ ਕੇ ਉਹਨੂੰ ਪਾਣੀ 'ਚ ਆਪਣੀ ਲਾਗਤ ਵਧਾ ਕੇ ਔਰ ਅਲਟੀਮੇਟਲੀ ਸੁਸਾਈਡ ਕਰਨ ਦਾ ਹੱਲ ਹੋਣੀ। ਇਹਦਾ ਸੋਲੂਸ਼ਨ ਸਾਨੂੰ ਰੂਟ ਕਾਜ਼ ਜਾਣਾ ਪੈਣਾ। ਇਵਨ ਇਫ ਆਈ ਐਮ ਰਿਪੀਟਿੰਗ, ਆਈ ਮਸਟ ਸੇ ਸਾਨੂੰ ਬਹੁਤ ਕੁਝ ਅਵੇਲੇਬਲ ਹੈ। ਆਪਾਂ ਨੂੰ ਕ੍ਰੌਪ ਡਾਇਵਰਸਿਫਿਕੇਸ਼ਨ ਨਹੀਂ ਚਾਹੀਦੀ। ਜਿਹੜੀ ਅਸੀਂ ਕ੍ਰੌਪ ਕਰ ਰਹੇ ਹਾਂ ਉਸੇ ਕ੍ਰੌਪ ਨੂੰ ਆਪਾਂ ਹੋਰ ਕਿਵੇਂ ਸਾਇੰਟੀਫਿਕ ਤਰੀਕੇ ਨਾਲ ਕਰ ਸਕਦੇ ਹਾਂ ਸੋ ਦੈਟ ਸਾਡੀ ਕੈਮੀਕਲ ਦੀ ਕੰਜ਼ੰਪਸ਼ਨ ਘਟੇ, ਉਹ ਹੀ ਸੋਲੂਸ਼ਨ ਹੈ। ਦੈਟਸ ਵਾਟ ਮਾਈ ਸਜੈਸ਼ਨ। ਜੀ ਕੁਲਦੀਪ ਜੀ, ਜਿਸ ਤਰ੍ਹਾਂ ਕੋਚੜ ਸਾਹਿਬ ਨੇ ਕਿਹਾ ਕਿ ਫਿਰ ਗੱਲ ਉੱਥੇ ਹੀ ਆ ਗਈ, ਹੁਕਮਰਾਨਾਂ ਵੱਲੋਂ ਜਿੰਨੀ ਦੇਰ ਤੱਕ ਪ੍ਰੋਪਰ ਆਰਡਰ ਨਹੀਂ ਹੁੰਦੇ, ਰਿਸਰਚ ਨਹੀਂ ਹੋਵੇਗੀ। ਇਸੇ ਤਰ੍ਹਾਂ ਹੀ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਕਿ ਜਿਹੜੇ ਮੈਂਡੇਟ ਬਣਾਇਆ ਗਿਆ, ਜੋ ਕਿਸਾਨਾਂ ਨੂੰ ਨਹੀਂ ਦੱਸਿਆ ਗਿਆ, ਪ੍ਰੋਪਰ ਕਨਵੇ ਨਹੀਂ ਕੀਤਾ ਗਿਆ, ਗੱਲ ਫਿਰ ਉੱਥੇ ਆ ਜਾਂਦੀ। ਬਿਲਕੁਲ ਜੀ, ਬਿਲਕੁਲ। ਮੈਂ ਜਗਜੀਤ ਦੀ ਗੱਲ ਨਾਲ ਪੂਰੀ ਸਹਿਮਤ ਹਾਂ, ਕੋਚੜ ਸਾਹਿਬ ਜੀ ਦੀ ਗੱਲ ਨਾਲ। ਦੇਖੋ, ਜਿਹੜੇ ਮੌਜੂਦਾ ਸਿਸਟਮ ਦੇ ਵਿੱਚ ਜੋ ਸਾਡੇ ਕੋਲ ਅਵੇਲੇਬਿਲਿਟੀ ਹੈਗੀ ਹੈ, ਅਸੀਂ ਉਹਨੂੰ ਤਾਂ ਯੂਜ਼ ਕਰੀਏ ਹਾਲ ਦੀ ਘੜੀ। ਹੁਣ ਜੇ ਅਸੀਂ ਇੱਕ ਪਾਸੋਂ ਆਪਾਂ ਆਪਣੀ ਇਨੋਵੇਸ਼ਨਸ ਦੇ ਵੱਲ ਲੱਗੀਏ, ਜਿਹੜੀ ਗਵਰਨਮੈਂਟ ਹੈ ਨਾ, ਸੰਧੂ ਸਾਹਿਬ ਜਿਵੇਂ ਗੱਲ ਕਰ ਰਹੇ ਸੀਗੇ, ਸਾਡੇ ਕੋਲ ਆਹ ਮਸ਼ੀਨਸ ਆ ਗਈਆਂ, ਸਾਡੇ ਕੋਲ ਆਹ ਟੈਕਨੋਲੋਜੀ ਆ ਗਈ। ਇਹ ਬੜੀ ਵਧੀਆ ਗੱਲ ਹੈ ਕਿ ਟੈਕਨੋਲੋਜੀ ਆਈ ਹੈ, ਟੈਕਨੋਲੋਜੀ ਕਿਸਾਨਾਂ ਤੱਕ ਪਹੁੰਚੇ, ਛੋਟਾ ਕਿਸਾਨ ਉਹਦੀ ਵਰਤੋਂ ਕਰ ਸਕੇ। ਸਰਕਾਰਾਂ ਜਿਹੜੀਆਂ ਕਰ ਰਹੀਆਂ, ਠੀਕ ਹੈ, ਦਿਸ ਇਜ਼ ਫॉर ਬੈਨੀਫਿਟ ਆਫ ਪੀਪਲ, ਸਪੈਸ਼ਲੀ ਫਾਰਮਰ। ਬਟ ਗੱਲ ਇਹ ਹੈ ਕਿ ਇੱਕ ਪਾਸੇ ਜਿਹੜੀ ਜਗਜੀਤ ਜੀ ਇਹ ਗੱਲ ਕਰ ਰਹੇ ਸੀ ਨਾ ਵੀ ਸਬਸਿਡੀਆਂ ਨਾਲ ਕੁਝ ਨਹੀਂ ਹੋਣਾ, ਬਿਲਕੁਲ ਠੀਕ ਗੱਲ ਹੈ। ਬਟ ਜਦੋਂ ਤੱਕ ਨਵੀਆਂ ਇਨੋਵੇਸ਼ਨਸ ਨਹੀਂ ਆਉਂਦੀਆਂ, ਉਦੋਂ ਤੱਕ ਕਿਸਾਨਾਂ ਵਾਸਤੇ ਸਬਸਿਡੀ ਬਹੁਤ ਜ਼ਿਆਦਾ ਜ਼ਰੂਰੀ ਹੈ, ਤਾਂ ਕਿ ਉਹ ਵਿੱਤੀ ਤੌਰ ਤੇ ਹੋਰ ਕਮਜ਼ੋਰ ਨਾ ਹੋਵੇ, ਜਿਹੜਾ ਆਲਰੇਡੀ ਪਹਿਲਾਂ ਕਮਜ਼ੋਰ ਹੈ। ਮੈਂ ਤਾਂ ਬਾਰ-ਬਾਰ ਇਹ ਗੱਲ ਕਹਿਣਾ ਕਿ ਜੋ ਕਿਸਾਨ ਮੰਗਦਾ ਹੈ, ਜਿਹੜੀ ਉਹਦੀ ਜਾਇਜ਼ ਮੰਗ ਹੈ, ਉਹਦੀ ਜਾਇਜ਼ ਮੰਗ ਪੂਰੀ ਕਰੋ। ਤੁਸੀਂ ਦੇਖੋ ਨਾ, ਹੁਣ ਜਿੱਦਾਂ ਗੁਰਦਿਆਲ ਸਿੰਘ ਜੀ ਕਹਿ ਰਹੇ ਸੀ ਵੀ ਪੈਟਰੋਲ ਤੇ ਡੀਜ਼ਲ ਦੇ ਰੇਟਸ ਤੁਸੀਂ ਦੇਖੋ ਕਿੱਥੇ ਚਲੇ ਗਏ ਨੇ। ਕਿਸਾਨ ਜਦੋਂ 3000 ਰੁਪਏ ਤੇ ਮੰਨਿਆ ਸੀ, ਐਗਰੀ ਹੋਇਆ ਸੀ ਕਿ ਮੈਨੂੰ 3000 ਰੁਪਏ ਹੀ ਦੇ ਦਿਓ, ਮੇਰਾ ਡੀਜ਼ਲ ਦਾ ਖਰਚਾ ਦੇ ਦਿਓ, ਮੈਂ ਪਰਾਲੀ ਕਿਸੇ ਨਾ ਕਿਸੇ ਪਾਸੇ ਐਡਜਸਟ ਕਰਾਂਗਾ। ਉਹ ਜਿਹੜੀ ਗੱਲ ਮੈਂ ਤੁਹਾਨੂੰ ਸ਼ੁਰੂ 'ਚ ਕਹੀ ਸੀ ਕਿ ਪਿਛਲੇ ਸਾਲ ਦੇ ਜਿਹੜੇ ਬਕਾਇਆ ਨੇ, ਸੰਧੂ ਸਾਹਿਬ ਨੇ ਹੁਣੇ ਗੱਲ ਕੀਤੀ, ਜਿਹੜੀ ਮੀਟਿੰਗ ਹੋ ਰਹੀ ਹੈ ਪਿਛਲੇ ਸਾਲ ਦੇ ਬਕਾਇਆ ਬਾਰੇ, ਹੋਰ ਨਵੀਆਂ ਜਿਹੜੀਆਂ ਅਨਾਊਂਸਮੈਂਟਸ ਜਿਹੜੀ ਨਵੀਂ ਸਰਕਾਰ ਹੈ ਕਰੇਗੀ ਜਿਹੜੇ ਹੁਣ ਬਦਲੇ ਨੇ। ਬਟ ਕਿਸਾਨਾਂ ਦੇ ਨਾਲ ਪੂਰੀ ਹਮਦਰਦੀ ਰੱਖਦੇ ਹੋਏ ਜਿਹੜੀ ਸਰਕਾਰ ਹੈ
ਉਹ ਪੂਰੀ ਤਰਜੀਹ ਦੇਵੇ, ਕਿਉਂਕਿ ਸੈਂਟਰ ਸਰਕਾਰ ਤਾਂ ਦੇਖੋ ਕਿਨਾਰਾ ਕਰਕੇ ਬੈਠੀ ਹੈ। ਕਿਸਾਨੀ ਕਾਨੂੰਨਾਂ ਦੇ ਵਾਸਤੇ ਲੜਦੇ 1 ਸਾਲ ਹੋ ਗਿਆ ਕਿਸਾਨਾਂ ਨੂੰ। ਜੀ ਜੇ ਉਹ ਨਹੀਂ ਵੀ ਕਰਦੇ ਤਾਂ ਸਟੇਟ ਗਵਰਨਮੈਂਟ ਦੀ ਫਿਰ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਿਸਾਨਾਂ ਨਾਲ ਹਮਦਰਦੀ ਰੱਖਦੇ ਹੋਏ, ਕਿਉਂਕਿ ਜਿਹੜੀ ਖਾਸ ਤੌਰ ਤੇ ਸਾਡੀ ਪ੍ਰੈਜ਼ੈਂਟ ਕਾਂਗਰਸ ਗਵਰਨਮੈਂਟ ਹੈ, ਇਹ ਬੋਸਟ ਕਰਦੀ ਹੈ, ਦਾਅਵਾ ਕਰਦੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ। ਤੇ ਪਰਾਲੀ ਨੂੰ ਸਾੜਨ ਤੋਂ ਬਚਾਉਣ ਲਈ ਇਹ ਕਿਸਾਨਾਂ ਦੇ ਨਾਲ, ਕਿਸਾਨਾਂ ਦੀ ਗੱਲ ਨੂੰ ਮੰਨਣ, ਉਹਨਾਂ ਵਾਸਤੇ ਅਨਾਉਂਸਮੈਂਟਸ ਕਰਨ। ਜੇ ਹਰ ਵਰਗ ਵਾਸਤੇ ਇਹ ਅਨਾਉਂਸਮੈਂਟਸ ਕਰ ਰਹੇ ਨੇ ਤੇ ਕਿਸਾਨਾਂ ਨੂੰ ਵੀ ਪੈਸੇ ਦੇਣ ਜੋ ਉਹਨਾਂ ਦੀ ਜਾਇਜ਼ ਹੈ। ਇਨ ਦਾ ਮੀਨ ਟਾਈਮ ਆਪਣੀ ਵਿਲ ਪਾਵਰ ਇੰਨੀ ਕੁ ਗਵਰਨਮੈਂਟਸ ਜਿਹੜੀਆਂ ਇਹ ਇੰਨੀ ਕੁ ਵਿਲ ਪਾਵਰ ਆਪਣੀ ਸਟਰੋਂਗ ਕਰ ਲਵੇ ਕਿ ਨਵੀਂ ਇਨੋਵੇਸ਼ਨਸ ਵਾਸਤੇ ਆਪਣਾ ਮੈਂਡੇਟ ਦੇਵੇ, ਤਾਂ ਕਿ ਇਹ ਜਿਹੜੀ ਬਿਲਕੁਲ ਸਹੀ ਗੱਲ ਹੈ ਜਗਜੀਤ ਭਾਈ ਦੀ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਮੈਨੂੰ ਜਗਜੀਤ ਕੋਚਰ ਸਾਹਿਬ ਦੀ ਮੈਨੂੰ ਹੋਰ ਵੀ ਪਤਾ ਲੱਗੀ ਸੀ ਗੱਲ ਕਿ ਇਹਨਾਂ ਨੇ ਜਿਹੜੀ ਮਸ਼ੀਨ ਆਜ਼ਾਦ ਕੀਤੀ ਹੈ ਉਹ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਉਹ ਯੂਜ਼ ਕੀਤੀ ਗਈ, ਪੋਲਿਊਸ਼ਨ ਕੰਟਰੋਲ ਬੋਰਡ ਵੱਲੋਂ ਯੂਜ਼ ਕੀਤੀ ਗਈ। ਬਟ ਇਹ ਜਿਹੜੀਆਂ ਸਰਕਾਰਾਂ ਵੱਲੋਂ ਜਿੰਨਾ ਲੇਟ ਕੀਤਾ ਜਾਂਦਾ ਕੰਮ, ਤੁਸੀਂ ਇੱਕ ਨੈਨੋ ਬਬਲ ਟੈਕਨੋਲੋਜੀ ਇਹਨਾਂ ਦੀ ਹੈ, ਇਸੇ ਤਰੀਕੇ ਨਾਲ ਨਵੀਂ ਟੈਕਨੋਲੋਜੀਜ਼ ਕਿਸਾਨਾਂ ਵਾਸਤੇ ਕਿਉਂ ਨਹੀਂ ਆ ਸਕਦੀਆਂ ਵੀ ਜਿਹਦੇ ਨਾਲ ਫਰਟੀਲਾਈਜ਼ਰ ਜਾਂ ਜਿਹੜੀ ਇਹ ਕੈਮੀਕਲਸ ਨੇ ਇਹ ਘਟਣ। ਇਹ ਅਸਲ ਜਿਹੜਾ ਰੂਟ ਕਾਜ਼ ਉਹ ਕਹਿ ਰਹੇ ਨੇ, ਰੂਟ ਕਾਜ਼ ਉਹੀ ਹੈ। ਨਰਿੰਦਰ ਸੰਧੂ ਜੀ ਇੱਥੇ ਬੈਠੇ ਨੇ, ਇਹ ਖਾਸ ਤੌਰ ਤੇ ਆਪਣੀ ਸਰਕਾਰ ਦੇ ਧਿਆਨ 'ਚ ਇਹ ਗੱਲਾਂ ਲਿਆ ਸਕਦੇ ਨੇ ਕਿ ਨਵੀਂ ਇਨੋਵੇਸ਼ਨਸ ਆਉਣ, ਔਰ ਉਦੋਂ ਤੱਕ ਜਿਹੜੇ ਕਿਸਾਨ ਨੇ ਉਹਨਾਂ ਨਾਲ ਪੂਰੀ ਹਮਦਰਦੀ ਨਾਲ ਉਹਨਾਂ ਨੂੰ ਉਹਨਾਂ ਦੀ ਬਣਦੀ ਰਕਮ ਦਿੱਤੀ ਜਾਵੇ, ਉਹ ਜਿੰਨੀ ਕਹਿਣ ਉਨੀ ਦਿੱਤੀ ਜਾਵੇ, ਤਾਂ ਹੀ ਇਸ ਸਮੱਸਿਆ ਦਾ ਹੱਲ ਨਿਕਲਣਾ। ਨਹੀਂ ਤਾਂ ਆਪਾਂ ਬੈਠ ਕੇ ਡਿਬੇਟ ਕਰ ਰਹੇ ਹਾਂ, ਔਰ ਸਾਡੀ ਡਿਬੇਟ ਦੇ ਦੌਰਾਨ ਵੀ ਤੁਸੀਂ ਦੇਖੋ ਕਿਤੇ ਨਾ ਕਿਤੇ ਤੁਹਾਨੂੰ ਪੰਜਾਬ ਦੇ ਤੁਸੀਂ ਸੜਕਾਂ ਦੇ ਉੱਪਰ ਜਾਓ, ਤੁਹਾਨੂੰ ਪਰਾਲੀ ਸੜੀ ਹੋਈ ਮਿਲੇਗੀ। ਔਰ ਖਾਸ ਤੌਰ ਤੇ ਰਾਤ ਨੂੰ ਤੁਹਾਨੂੰ ਜਦੋਂ ਤੁਸੀਂ ਨਿਕਲੋਗੇ ਤੁਹਾਨੂੰ ਥਾਂ ਥਾਂ ਤੇ ਲੱਗੀਆਂ ਦਿਖਣਗੀਆਂ, ਕਿਉਂਕਿ ਕਿਸਾਨ ਡਰਦਾ ਵੀ ਹੈ ਵੀ ਮੇਰੇ ਉੱਪਰ ਪੈਨਲਟੀ ਲੱਗ ਜਾਏਗੀ, ਮੇਰੇ ਉੱਪਰ FIR ਦਰਜ ਹੋ ਜਾਏਗੀ। ਉਹਨਾਂ ਚੀਜ਼ਾਂ ਤੋਂ ਕਿੰਨੀ ਹਾਸੋਹੀਣੀ ਗੱਲ ਹੈ ਇਹ ਕਿ ਤੁਸੀਂ ਇੱਕ ਸਮੱਸਿਆ ਦਾ ਹੱਲ ਤਾਂ ਤੁਸੀਂ ਕਰ ਨਹੀਂ ਰਹੇ ਤੇ ਦੂਜੇ ਪਾਸੇ ਤੁਸੀਂ ਕਿਸਾਨ ਨੂੰ ਧਮਕਾ ਰਹੇ ਹੋ, ਉਹਦੇ ਉੱਪਰ ਅਲੱਗ-ਅਲੱਗ ਤਰੀਕੇ ਦੇ ਕਾਨੂੰਨ ਥੋਪ ਰਹੇ ਹੋ। ਉਹਦੀ ਥਾਂ ਤੇ ਤੁਸੀਂ ਉਹਦਾ ਸਮੱਸਿਆ ਦਾ ਸਿੱਧਾ ਹੱਲ ਕਰੋ। ਗੱਲ ਤਾਂ ਇਹ ਹੈ। ਜੀ ਸੰਧੂ ਜੀ, ਤੁਸੀਂ ਸਮਝਦੇ ਹੋ ਕਿ ਇਹਨਾਂ ਸਾਰੀ ਜੋ ਵੀ ਸਿਚੁਏਸ਼ਨ ਚੱਲ ਰਹੀ ਹੈਗੀ, ਜਿਸ ਤਰ੍ਹਾਂ ਦੀ ਕੰਡੀਸ਼ਨ ਹੋ ਚੁੱਕੀ ਹੈ ਇਸ ਦੇ ਉੱਤੇ, ਜਿਸ ਤਰ੍ਹਾਂ ਕੋਚਰ ਸਾਹਿਬ ਨੇ ਕਿਹਾ ਕਿ ਜਿਹੜੇ ਕਾਰਪੋਰੇਟ ਘਰਾਣੇ ਨੇ ਕੈਮੀਕਲ ਵਿਕਣੇ ਉਹਨਾਂ ਦੇ ਬੰਦ ਹੋ ਜਾਣਗੇ ਜੇ ਨਵੀਆਂ ਇਨੋਵੇਸ਼ਨ ਆ ਗਈਆਂ। ਸਿਰਫ ਬਿਜ਼ਨਸ ਮਾਈਂਡ ਤੇ ਉੱਤੇ ਸਾਰੀ ਗੇਮ ਚੱਲ ਰਹੀ ਹੈ। ਦੇਖੋ ਪ੍ਰਿੰਸ ਜੀ, ਪੰਜਾਬ ਸਰਕਾਰ ਜਿਹੜੀ ਅਸੀਂ ਨਵੇਂ ਮੁੱਖ ਮੰਤਰੀ ਬਣਾਏ ਨੇ ਚੰਨੀ ਜੀ, ਤੇ ਸਾਡੇ ਪੰਜਾਬ ਦੇ ਪ੍ਰੈਜ਼ੀਡੈਂਟ ਨਵਜੋਤ ਸਿੰਘ ਸਿੱਧੂ ਜੀ, ਕਿਉਂਕਿ ਤੁਸੀਂ ਸਾਰਿਆਂ ਨੂੰ ਪਤਾ ਬਹੁਤ ਜ਼ਿਆਦਾ ਫਿਕਰਮੰਦ ਨੇ ਇਸ ਪੰਜਾਬ ਵਾਸਤੇ। ਤੇ ਪੰਜਾਬ ਦਾ ਮਤਲਬ ਸਭ ਤੋਂ ਪਹਿਲਾਂ ਕਿਸਾਨ ਹੈ, ਕਿਉਂਕਿ ਮੈਂ ਵੀ ਇੱਕ ਕਿਸਾਨ ਹਾਂ। ਜਦੋਂ ਅਸੀਂ ਗੱਲ ਕਰਦੇ ਹਾਂ ਕਿਸਾਨੀ ਦੀ ਗੱਲ ਦਾ ਸਿਰਮੌਰ ਗੱਲ ਅਸੀਂ ਕਿਸਾਨੀ ਦੀ ਕਰਨੀ ਹੁੰਦੀ ਹੈ। ਕਿਸਾਨਾਂ ਦੇ ਨਾਲ ਸਾਨੂੰ ਹਮੇਸ਼ਾ ਹਮਦਰਦੀ ਸੀ, ਰਹੂਗੀ। ਭਾਵੇਂ ਲਖੀਮਪੁਰ ਦੁਖਾਂਤ ਹੋਇਆ, ਉਹਦੇ ਵਿੱਚ ਵੀ ਸਾਡੀ ਸਰਕਾਰ ਨੇ ਪੈਸੇ ਦਿੱਤੇ। ਭਾਵੇਂ ਜਿਹੜਾ ਕਿਸਾਨੀ ਅੰਦੋਲਨ 'ਚ ਜਿਹੜੇ ਕਿਸਾਨ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ, ਚਾਹੇ ਲਾਈਟ ਫ੍ਰੀ ਆ, ਚਾਹੇ ਪਾਣੀ ਫ੍ਰੀ ਆ, ਚਾਹੇ ਇਹਨਾਂ ਦੇ ਕਰਜ਼ਾ ਮਾਫ ਨੇ, ਅਸੀਂ ਹਰ ਤਰ੍ਹਾਂ ਦੇ ਨਾਲ ਆ। ਪਰ ਜਿਹੜੀ ਦੇਖੋ ਅੱਜ ਸਰਦਾਰ ਜਗਜੀਤ ਸਿੰਘ ਜੀ ਨੇ ਤੇ ਸਰਦਾਰ ਕੁਲਦੀਪ ਸਿੰਘ ਨੇ ਬੜੀਆਂ ਪਾਏਦਾਰ ਕਹੀਆਂ ਗੱਲਾਂ, ਮੈਨੂੰ ਬਹੁਤ ਵਧੀਆ ਡਿਬੇਟ ਜਦੋਂ ਕਰੋ ਮੈਨੂੰ ਆਨੰਦ ਆਉਂਦਾ। ਸਰਦਾਰ ਗੁਰਦਿਆਲ ਸਿੰਘ ਜੀ ਨੇ ਬੜੀ ਵਧੀਆ ਗੱਲ ਕਹੀ। ਮੈਂ ਤੁਹਾਨੂੰ ਸਭ ਨੂੰ ਅੱਜ ਇਹ ਵਿਸ਼ਵਾਸ ਦਿਵਾਉਣਾ ਵੀ ਜਿਹੜੀ ਆ ਨਵੇਂ ਅਗਾਂਹ ਵਧੂ ਟੈਕਨੋਲੋਜੀ ਆ, ਸਸਤੀ ਜਿਹੜੀ ਟੈਕਨੋਲੋਜੀ ਆ, ਜਿਹੜੀ ਕਿਸਾਨਾਂ ਨੂੰ ਜਿਹੜੀ ਰਵਾਇਤੀ ਖੇਤੀ ਆ ਉਹ ਤੋਂ ਚੇਂਜ ਕੀਤਾ ਜਾਵੇ। ਮੈਂ ਖੁਦ ਇਹਦੇ ਵਿੱਚ ਬੜਾ ਖੁਸ਼ ਹੁੰਦਾ। ਮੈਂ ਵੀ ਕਈ ਵਾਰੀ ਨਵੇਂ ਐਕਸਪੈਰੀਮੈਂਟ ਆਪਣੀ ਜ਼ਮੀਨਾਂ ਤੇ ਜਾ ਕੇ ਕਰਦਾ ਔਰ ਬੜੇ ਪਾਏਦਾਰ ਰਿਜ਼ਲਟ ਆਉਂਦੇ ਨੇ। ਠੀਕ ਹੈ, ਗੁਰਦਿਆਲ ਸਿੰਘ ਜੀ ਨੇ ਕਿਹਾ ਵੀ ਸਾਡੇ ਕੋਲ ਅੱਗੇ ਹੀ ਅਸੀਂ ਪੈਸਾ ਹੈ ਨਹੀਂਗਾ, ਸਬਸਿਡੀਆਂ ਸਾਨੂੰ ਮਿਲਦੀਆਂ ਨੇ ਗਿਆ, ਕਿੱਥੋਂ ਅਸੀਂ ਇਕਵਿਪਮੈਂਟ ਲਵਾਂਗੇ। ਪਰ ਗੁਰਦਿਆਲ ਸਿੰਘ ਜੀ, ਆਪਾਂ ਨੂੰ ਥੋੜਾ ਜਿਹਾ ਇਨੀਸ਼ੀਏਟਿਵ ਲੈਣਾ ਪਏਗਾ। ਆਪਾਂ ਭਾਵੇਂ 4-4, 5-5 ਇੱਕ ਪਿੰਡ ਦੇ ਕਿਸਾਨ ਰਲ ਕੇ ਇੱਕ ਛੋਟੀ ਮਸ਼ੀਨ ਲਈਏ ਤੇ ਫਿਰ ਕੋਸ਼ਿਸ਼ ਕਰੀਏ ਵੀ ਪਰਾਲੀ ਨਾ ਸੜੇ। ਮੈਨੂੰ ਲੱਗਦਾ ਜੇ ਤੁਹਾਡੇ ਵਰਗੇ ਸਿਆਣੇ ਕਿਸਾਨ, ਸਿਆਣੇ ਨੇਤਾ ਅੱਗੇ ਆ ਕੇ ਇਨੀਸ਼ੀਏਟਿਵ ਲਵਾਂਗੇ, ਮੈਂ ਆਪਣੀ ਸਰਕਾਰ ਵੱਲੋਂ ਇਨੀਸ਼ੀਏਟਿਵ ਲਵਾਂਗਾ, ਤੁਸੀਂ ਆਪਣੇ ਕਿਸਾਨਾਂ ਵੱਲੋਂ ਇਨੀਸ਼ੀਏਟਿਵ ਲਓ, ਸਰਦਾਰ ਕੁਲਦੀਪ ਸਿੰਘ ਜੀ ਆਪਣੇ ਪ੍ਰੈਸ ਭਾਈਚਾਰੇ ਵੱਲੋਂ ਇਨੀਸ਼ੀਏਟਿਵ ਲਈਏ, ਤੇ ਆਪਾਂ ਸਾਰਾ ਇੱਕ ਚੰਗਾ ਤੇ ਸੋਹਣਾ ਪੰਜਾਬ ਨੂੰ ਸਿਰਜਣਾ ਕਰ ਸਕਦੇ ਹਾਂ। ਪਰ ਜ਼ੀਰੋ ਤੋਂ ਸ਼ੁਰੂਆਤ ਕਰਨੀ ਪਏਗੀ। ਪਿਛਲਾ ਕੀ ਹੋਇਆ, ਜੇ ਆਪਾਂ ਇਹ ਖੋਲਾਂਗੇ ਤੇ ਇਹ 'ਚ ਕੁਝ ਨਹੀਂ ਨਿਕਲਣਾ। ਪਰ ਮੈਂ ਤੁਹਾਨੂੰ ਇਹ ਫਿਰ ਵੀ ਯਕੀਨ ਦਿਵਾਉਣਾ ਵੀ ਜਿਹੜੀਆਂ ਤੁਸੀਂ ਮੈਨੂੰ ਗੱਲਾਂ ਕਹੀਆਂ, ਮੈਂ ਜਿਹੜੀ ਵੀ ਡਿਬੇਟ 'ਚ ਜਿਹੜੀ ਗੱਲ ਹੁੰਦੀ ਆ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ ਮੇਰਾ ਫਰਜ਼ ਆ, ਕਿਉਂਕਿ ਮੇਰਾ ਕੋਈ ਬਿਜ਼ਨਸ ਨਹੀਂ, ਮੈਂ ਬਿਲਕੁਲ ਫ੍ਰੀ ਆ। ਮੈਂ ਇਸੇ ਤੇ ਆ, ਕਿਸਾਨੀ ਨਾਲ ਮੈਨੂੰ ਲਗਾਵ ਆ। ਤੇ ਮੈਂ ਤੁਹਾਨੂੰ ਅੱਜ ਇਸ ਚੈਨਲ ਦੇ ਮਾਧਿਅਮ ਰਾਹੀਂ ਵਿਸ਼ਵਾਸ ਦਿਵਾਉਣਾ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਨੂੰ
ਔਰ ਸਾਡੇ ਮੁੱਖ ਮੰਤਰੀ ਚੰਨੀ ਜੀ ਨੂੰ ਇਹ ਗੱਲ ਭਲੀ ਭਾਂਤ ਪਹੁੰਚਾਈ ਜਾਏਗੀ, ਕਿਉਂਕਿ ਜੇ ਪਹੁੰਚਾਵਾਂਗੇ ਜਨਤਾ ਦੀ ਗੱਲ ਉਹਨਾਂ ਤੱਕ ਪਹੁੰਚੇਗੀ ਤੇ ਸਾਰਾ ਜਿਹੜਾ ਮਸਲਾ ਹੱਲ ਹੋਏਗਾ। ਤੁਸੀਂ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਵੇਖੋ ਇਹਦੇ ਬੜੇ ਵਧੀਆ ਪੋਜ਼ਿਟਿਵ ਰਿਜ਼ਲਟ ਵਾਪਸ ਆਉਣਗੇ। ਜੀ ਗੁਰਧਿਆਨ ਸਿੰਘ ਜੀ ਸਹਿਮਤ ਜੇ ਜੋ ਗੱਲਾਂ ਸੰਧੂ ਸਾਹਿਬ ਕਹਿ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਸਰਕਾਰ ਨੂੰ ਵੀ ਥੋੜਾ ਹੀ ਟਾਈਮ ਰਹਿ ਗਿਆ ਹੈ, ਵੋਟਾਂ ਚੋਣਾਂ ਆਉਣ ਵਾਲੀਆਂ ਨੇ, ਕੁਝ ਮਹੀਨੇ ਰਹਿ ਗਏ ਨੇ, ਕੁਝ ਮਹੀਨਿਆਂ ਦੇ ਵਿੱਚ ਜੋ ਵਾਅਦੇ ਤੇ ਜੋ ਦਾਅਵੇ, ਹੁਣ ਸੰਧੂ ਸਾਹਿਬ ਨੇ ਵੀ ਪੂਰਾ ਵਿਸ਼ਵਾਸ ਦਿਵਾਉਣ ਦੀ ਗੱਲ ਕੀਤੀ ਹੈ ਕਿ ਸਰਕਾਰ ਤੱਕ ਗੱਲ ਪਹੁੰਚੇਗੀ। ਰਿਜ਼ਲਟ ਸਮਝਦੇ ਹੋ? ਜੇ ਸਮਝਦੇ ਹੋ ਤੇ ਕੀ ਹੋਣਾ ਚਾਹੀਦਾ ਰਿਜ਼ਲਟ ਤੁਹਾਡੇ ਹਿਸਾਬ ਨਾਲ, ਕਿਉਂਕਿ ਤੁਸੀਂ ਜ਼ਮੀਨੀ ਪੱਧਰ ਤੇ ਜੁੜੇ ਹੋ? ਦੇਖੋ ਜੀ, ਇਹਦੇ ਵਿੱਚ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਕੋਈ ਸਬਸਿਡੀ ਦੀ ਜ਼ਰੂਰਤ ਨਹੀਂ ਹੈਗੀ, ਕੋਈ ਬੜੀ ਗੱਲ ਨਹੀਂ। ਕਾਰਨ ਇਹਨਾਂ ਦੇ ਫਸਲ ਦਾ MSP ਰੇਟ ਦੀ ਗਰੰਟੀ, ਪੱਕਾ ਰੇਟ ਮਿਲ ਜਾਏ, ਜਿਵੇਂ ਸਵਾਮੀਨਾਥਨ ਕਮੇਟੀ ਦੀ ਰਿਪੋਰਟ 2007 ਚ ਲਾਗੂ ਹੋਣੀ ਸੀ, ਅੱਜ ਤੱਕ ਲਾਗੂ ਨਹੀਂ ਹੋਈ। ਉਹ ਤੋਂ ਬਾਅਦ ਗੱਲ ਅਸਲ ਫੇਰ ਉੱਥੇ ਆ, ਜਿਹਨੇ ਸਰਕਾਰਾਂ ਕਿਸਾਨਾਂ ਵੱਲੋਂ ਸਾਰਾ ਕੁਝ ਥੋਪੀ ਜਾਂਦੀਆਂ ਨੇ ਵੀ ਅਸੀਂ ਸਬਸਿਡੀਆਂ ਦਿੰਦੇ ਹਾਂ ਜੀ, ਆਹ ਕਰਦੇ ਹਾਂ, ਪਰ ਆਪਣੇ ਫਰਜ਼ ਨਹੀਂ ਪਛਾਣਦੀਆਂ। ਜਿਵੇਂ ਆਪਾਂ ਲਾਈਟ ਦੀ ਗੱਲ ਕਰਦੇ ਹਾਂ, ਟਾਈਮ ਟੂ ਟਾਈਮ ਲਾਈਟ ਨਹੀਂ ਮਿਲਦੀ। ਆਏ ਸੀਜ਼ਨ ਕਿਸੇ ਨਾ ਕਿਸੇ ਤਰੀਕੇ ਜਿਹੜੀ ਮਸ਼ੀਨਰੀ ਆ ਸਬਸਿਡੀ ਤੇ ਕਹਿੰਦੇ ਨੇ ਮਿਲ ਰਹੀਆਂ ਲੋਕਾਂ ਨੂੰ, ਉਹ 5-10% ਲੋਕਾਂ ਨੂੰ ਸਬਸਿਡੀ ਤੇ ਚੀਜ਼ਾਂ ਮਿਲਦੀਆਂ ਨੇ, 90% ਲੋਕਾਂ ਦੇ ਕਾਗਜ਼ ਐਵੇਂ ਰੋਲ ਰਹੇ ਨੇ। ਆਹ ਜ਼ੀਰੋ ਲੇਵਲ ਤੇ ਹੋਊਗਾ। ਦੂਜੇ ਪਾਸੇ ਹਰ ਇੱਕ ਚੀਜ਼ ਦੀ ਮਹਿੰਗਾਈ, ਕਦੇ ਮੋਟਰ ਤੇ ਡੂੰਘੀਆਂ ਹੋ ਗਈਆਂ ਜੀ, ਕਦੇ ਪਾਣੀ ਦੀ ਦਿੱਕਤ, ਤਰ੍ਹਾਂ ਦੀਆਂ ਅੜਚਣਾਂ ਨੇ ਕਿਸਾਨਾਂ ਨੂੰ। ਆਪਾਂ ਨੂੰ ਲੱਗੀ ਜਾਂਦਾ ਹੈ ਵੀ ਕਿਸਾਨ ਜਾਣ ਬੁੱਝ ਕੇ ਪਰਾਲੀ ਨੂੰ ਅੱਗ ਲਾ ਰਹੇ ਨੇ, ਪਰ ਮਜਬੂਰੀ ਆ। ਇਹ ਚੀਜ਼ਾਂ ਦੇ ਵਾਸਤੇ ਉਹਨਾਂ ਨੂੰ ਵੱਡੇ ਟਰੈਕਟਰ, ਪਹਿਲਾਂ ਛੋਟੇ ਟਰੈਕਟਰ ਕੰਮ ਕਰਦੇ ਹੁੰਦੇ ਸੀ, ਅੱਜ ਜਿਹੀਆਂ ਜਿਹੜੀਆਂ ਚੀਜ਼ਾਂ ਆ ਰਹੀਆਂ ਨੇ ਸਬਸਿਡੀਆਂ ਪਰ, ਜਿਵੇਂ ਆਪਾਂ ਕਹਿੰਦੇ ਨੇ ਚੌਪਰ ਵਗੈਰਾ, ਉਹਨਾਂ ਵਾਸਤੇ ਟਰੈਕਟਰ ਹੀ ਵੱਡੇ ਚਾਹੀਦੇ ਨੇ। ਅਸਲ ਜਿਹੜੇ ਪੰਜਾਬ ਵਿੱਚ ਲੋਕ ਨੇ ਉਹ 70-80% ਲੋਕ 5-7 ਕਿੱਲੇ ਵਾਲੀ ਨੇ, ਬੜੀਆਂ ਪਾਰਟੀਆਂ ਘੱਟੇ ਨੇ। ਉਹਦੇ ਵਿੱਚ 5-7 ਕਿੱਲੇ ਵਾਲੇ ਬੰਦਾ ਦੱਸੋ ਕੀ ਕੁਛ ਲੈ ਲੂਗਾ, ਕੀ ਕੁਛ ਕਰ ਲੂ, ਤਾਂ ਪਰਿਵਾਰ ਦਾ ਗੁਜ਼ਾਰਾ ਨਹੀਂ ਹੋ ਰਿਹਾ। ਸੋ ਸਰਕਾਰ ਨੂੰ ਕਹਿੰਦੇ ਗੱਲਾਂ 'ਚ ਉਹ ਨਾ ਕਰੋ ਵੀ ਜਿਵੇਂ ਪਰਾਲੀ ਆਪਾਂ ਕਹਿੰਦੇ ਆ, ਇਹ ਜੇ ਕੋਈ ਨੇੜੇ ਮੰਡੀਆਂ ਖੋਲ੍ਹਣਾ, ਇਹਦਾ ਕੋਈ ਰੇਟ ਤੇ ਹੋਊਗਾ, ਇਹਨੂੰ ਫਸਲਾਂ ਦੇ ਵਿੱਚ ਲਿਆ ਜਾਵੇ ਵੀ ਭਾਈ ਆਹ 400 ਰੁਪਏ ਕੁਆਂਟਲ ਵਿਕੂ ਜਾਂ 500 ਰੁਪਏ ਵਿਕੂਗੀ, ਵੀ ਤੁਹਾਡੇ ਨੇੜੇ ਜਿਵੇਂ ਆਪਾਂ ਕਣਕ ਜਾਂ ਜੀਰੀਆਂ ਲੈ ਕੇ ਨੇੜੇ ਮੰਡੀਆਂ ਨੇ, ਉਵੇਂ ਜੇ ਪੰਜਾਬ ਦੇ ਮੰਡੀਆਂ ਖੋਲ੍ਹੀਆਂ ਜਾਣ ਤਾਂ ਕਿਸਾਨ ਇਹਦੇ ਬਾਰੇ ਸੋਚੂਗਾ। ਜਦ ਉਹਨੂੰ ਕਿਸੇ ਚੀਜ਼ ਦੇ ਪੈਸੇ ਮਿਲਣਗੇ ਉਹਨੂੰ ਆਟੋਮੈਟਿਕ ਲਾਲਚ ਹੋਊਗਾ, ਉਹਦੀ ਸਰਕਾਰ ਸਾਂਭ ਸੰਭਾਲ ਕਰੇ। ਜੀ ਸੰਧੂ ਸਾਹਿਬ। ਨਹੀਂ, ਬੜੀ ਵਧੀਆ ਸੌਰੀ ਪ੍ਰਿੰਸ, ਬੜੀ ਵਧੀਆ ਗੁਰਦਿਆਲ ਜੀ ਨੇ ਗੱਲ ਕਹੀ ਆ। ਬਿਲਕੁਲ ਵਧੀਆ ਗੱਲ ਆ ਵੀ ਜਿਹੜੀ ਪਰਾਲੀ ਆ, ਜੇ ਉਹਨੂੰ ਵੀ ਗਵਰਨਮੈਂਟ ਖਰੀਦੇ, ਇਹਦਾ ਛੋਟੀਆਂ ਮੰਡੀਆਂ ਬਣਨ, ਭਾਵੇਂ ਥੋੜਾ ਪੈਸਾ ਮਿਲੇ ਕਿਸਾਨ ਨੂੰ, ਤੇ ਬੜੀ ਵਧੀਆ ਗੱਲ ਲੱਗੀ ਵੀ ਕਿਸਾਨ ਨੂੰ ਵੀ ਲਾਲਚ ਹੋਊਗਾ ਵੀ ਮੈਂ ਪੈਸੇ 4 ਵੱਟਣੇ ਆ ਤੇ ਮੈਂ ਨਾ ਸਾੜੂੰਗਾ। ਮੇਨ ਸਾਡਾ ਮੁੱਦਾ ਇਹ ਵੀ ਅਸੀਂ ਪਰਿਆਵਰਨ ਨੂੰ ਬਚਾਉਣਾ ਹੈ। ਦੇਖੋ ਅੱਜ ਆਪਾਂ ਪਰਿਆਵਰਨ ਨੂੰ ਬਚਾ ਲਾਂਗੇ, ਪੈਸੇ 2 ਘੱਟ ਬਚਾ ਲਾਂਗੇ ਤੇ ਆਪਣਾ ਮੁਲਕ ਬਚ ਜਾਏਗਾ, ਦੇਸ਼ ਬਚ ਜਾਏਗਾ, ਆਪਣਾ ਜੀਵਨ ਬਚ ਜਾਏਗਾ। ਪਰ ਮੈਂ ਇਹਨਾਂ ਦੀ ਗੱਲ ਨਾਲ ਵੀ ਸਹਿਮਤ ਹਾਂ ਕਿ ਕਿਸਾਨ ਜਿਹੜਾ ਉਹ ਅੱਗੇ ਹੀ ਵਿਚਾਰਾ ਮਰਿਆ ਹੈ। ਇਹ ਗੱਲ ਨੂੰ ਮੈਂ ਬੜੀ ਸੰਜੀਦਗੀ ਨਾਲ ਵਿਚਾਰ ਕੇ ਔਰ ਅੱਗੇ ਲਿਜਾ ਕੇ ਇੰਪਲੀਮੈਂਟ ਕਰਕੇ ਪੂਰਾ ਇੱਕ ਗੱਲ ਦਾ ਨਿਪਟਾਰਾ ਹੋਏਗਾ ਵੀ ਇਹ ਜਿਹੜੀ ਪਰਾਲੀ ਆ ਇਹਦਾ ਕੋਈ ਹੱਲ ਕੱਢਿਆ ਜਾਵੇ, ਵੀ ਗਵਰਨਮੈਂਟ ਖਰੀਦੇ ਇਹਨੂੰ ਪਰਾਲੀ ਨੂੰ। ਇਹ ਵੀ ਨਵਾਂ ਇੱਕ ਤਜਵੀਜ਼ ਪੇਸ਼ ਹੋਏਗੀ ਵੀ ਪਰਾਲੀਆਂ ਦਾ ਵੀ ਮੰਡੀਆਂ ਬਣ। ਦੇਖੋ ਇੱਕ ਬੰਦੇ ਨੇ ਸ਼ੁਰੂਆਤ ਕਰਨੀ ਹੁੰਦੀ ਆ ਤੇ ਉਹ ਅੱਗੇ ਜਾ ਕੇ ਪੋਜ਼ਿਟਿਵ ਰਿਜ਼ਲਟ ਲਿਆਂਦਾ। ਗੁਰਦਿਆਲ ਸਿੰਘ ਜੀ, ਮੈਨੂੰ ਬਹੁਤ ਵਧੀਆ ਲੱਗਾ। ਮੈਂ ਇਹਨੂੰ ਬਿਲਕੁਲ ਪ੍ਰੋਪਰ ਤਰੀਕੇ ਨਾਲ ਸਵੇਰੇ ਹੀ ਇੰਪਲੀਮੈਂਟ ਕਰਾ ਕੇ, ਜਿਸ ਤਰ੍ਹਾਂ ਮੈਨੂੰ, ਮੈਂ ਸਾਰੀ ਤੁਹਾਡੀ ਗੱਲ ਰੋਕਦਾ, ਡਿਬੇਟ ਦਾ ਹਿੱਸਾ ਨਹੀਂਗਾ। ਸਰਦਾਰ ਕੁਲਦੀਪ ਸਿੰਘ ਜੀ ਨੇ ਕੱਲ ਇੱਕ ਮੈਨੂੰ ਡਿਬੇਟ 'ਚ ਗੱਲ ਕਹੀ ਸੀ ਤੇ ਸਰਦਾਰ ਕੁਲਦੀਪ ਸਿੰਘ ਜੀ ਮੈਂ ਗੱਲ ਪਹੁੰਚਾਤੀ, ਉਹ ਤੁਹਾਡੀ ਬਿਲਕੁਲ ਕਲੀਅਰ ਹੋ ਗਈ ਆ ਵੀ ਜਿਹੜੀ ਚੰਡੀਗੜ੍ਹ ਦੀਆਂ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ ਉਹ ਕਿਉਂ ਚੈੱਕ ਕਰਦੇ ਸੀ, ਇਸ ਕਰਕੇ ਵੀ ਕੋਈ ਹਰਿਆਣੇ ਦਾ ਤੇ ਕੋਈ ਹਿਮਾਚਲ ਦਾ ਲੇਡੀਜ਼ ਨਾ ਬੈਠੀ ਹੋਵੇ, ਪੰਜਾਬ ਦੇ ਕਿਸੇ ਸਵਾਰੀ ਨੂੰ ਪੈਸੇ ਨਹੀਂ ਲੈਂਦੇ। ਸੌਰੀ, ਮੈਂ ਆਊਟ ਆਫ ਦਾ ਵੇ ਜਾ ਕੇ ਬੋਲਿਆ, ਪਰ ਮੈਂ ਸਿਰਫ ਇਹ ਦੱਸਣਾ ਚਾਹੁੰਦਾ ਸੀ ਵੀ ਮੈਂ ਇੱਕ ਕਾਂਗਰਸ ਦਾ ਬੁਲਾਰਾ ਤੇ ਹੈਗਾ ਹੀ ਆ, ਪਰ ਮੈਂ ਇੱਕ ਪੰਜਾਬ ਦਾ ਵਸਨੀਕ ਵੀ ਆ, ਮੈਂ ਇੱਕ ਕਿਸਾਨ ਵੀ ਆ ਤੇ ਇੱਕ ਨਾਗਰਿਕ ਵੀ ਆ, ਇੱਕ ਇਨਸਾਨ ਵੀ ਆ। ਮੇਰਾ ਫਰਜ਼ ਬਣਦਾ ਹੈ ਆਪਣੇ ਮੁਲਕ ਨੂੰ, ਆਪਣੇ ਦੇਸ਼ ਨੂੰ ਬਚਾਉਣ ਵਾਸਤੇ ਮੈਂ ਅੱਗੇ ਆਵਾਂ। ਜੀ ਇੱਥੇ ਮੈਂ ਸੰਧੂ ਸਾਹਿਬ ਤੁਹਾਨੂੰ ਵੀ ਇੱਕ ਗੱਲ ਕਹਿਣਾ ਚਾਹਾਂਗਾ, ਜਿਸ ਤਰ੍ਹਾਂ ਤੁਸੀਂ ਮਸ਼ੀਨਾਂ ਗਣਾਈਆਂ, ਸਾਰੀਆਂ ਚੀਜ਼ਾਂ ਗਣਾਈਆਂ, ਉਹਨਾਂ ਦਾ ਰੇਟ ਵੀ ਦੱਸਿਆ 2 ਤੋਂ 2.5 ਲੱਖ ਦਾ। ਤੁਸੀਂ ਕਹਿ ਰਹੇ ਹੋ ਕਿ 4 ਤੋਂ 5 ਕਿਸਾਨ ਇਕੱਠੇ ਹੋ ਕੇ ਇੱਕ ਮਸ਼ੀਨ ਲੈ ਲੈਣ। ਕਿਉਂ ਸਰਕਾਰ ਏਦਾਂ ਨਹੀਂ ਕਰ ਸਕਦੀ? ਕੋਈ ਏਦਾਂ ਦੀਆਂ ਟੀਮਾਂ ਬਣਾਈ ਜਾਣ ਜਾਂ ਕੋਈ ਏਦਾਂ ਦਾ ਵਿਭਾਗ ਹੀ ਬਣਾ ਦਿੱਤਾ ਜਾਵੇ ਜਿਹਦੇ ਵਿੱਚ ਸਿਰਫ ਪਰਾਲੀ ਦੇ ਸੀਜ਼ਨ ਦੇ ਲਈ ਉਹ ਮਸ਼ੀਨਾਂ ਕਿਸਾਨਾਂ ਨੂੰ ਫ੍ਰੀ ਜਾਂ ਕੁਝ ਰੈਂਟ ਤੇ ਦਿੱਤੀਆਂ ਜਾਣ, ਕਿ ਟੀਮ ਆਪ ਜਾ ਕੇ ਕਿਸਾਨਾਂ ਦੇ ਨਾਲ। ਇੱਕ ਮਿੰਟ ਜੀ, ਇੱਕ ਮਿੰਟ ਜੀ ਬੋਲ ਦੱਸੋ ਜੀ। ਦੇਖੋ, ਜਿਹੜੀਆਂ ਕਿਸਾਨਾਂ ਦੇ ਭਲੇ ਵਾਸਤੇ ਸੁਸਾਇਟੀਆਂ ਬਣਾਈਆਂ ਗਈਆਂ ਨੇ ਪਿੰਡਾਂ ਦੇ ਵਿੱਚ, 5-5, 4-4 ਪਿੰਡਾਂ ਦੀ ਸੁਸਾਇਟੀਆਂ ਬਣੀਆਂ ਗਈਆਂ। ਜਿਵੇਂ ਹੁਣ DAP ਦੀ ਦਿੱਕਤ ਆ, ਸਰਕਾਰਾਂ ਨੂੰ ਚਾਹੀਦਾ ਵੀ ਉੱਥੇ DAP ਪਹੁੰਚਾਇਆ ਜਾਵੇ। ਜਿਹੜੀਆਂ ਇਹ ਸਬਸਿਡੀਆਂ ਨੇ ਉਹ ਸੁਸਾਇਟੀਆਂ ਨੂੰ ਇਹ ਪ੍ਰਵੇਸ਼ ਕਰਨ। ਹਰ ਇੱਕ ਸੁਸਾਇਟੀ ਨੂੰ 5-5, 7-7 ਚੀਜ਼ਾਂ ਲੋਕ, ਜਿਵੇਂ 1-2 ਪਿੰਡ ਦੇ ਸੁਸਾਇਟੀਆਂ ਨੇ, ਉੱਥੇ ਉਹਨੂੰ ਇਸਤੇਮਾਲ ਕਰ, ਉੱਥੇ ਉਹ ਕਿਰਾਏ ਪਰ ਵੀ ਲੈ ਸਕਦੇ ਨੇ।
ਜਿੱਧਰ ਨੂੰ ਤਕਨੀਕ ਨੂੰ ਜਾਣਾ ਚਾਹੀਦਾ। ਦੂਜੇ ਪਾਸੇ ਸੁਸਾਇਟੀਆਂ ਦਾ ਜਿਹੜੇ ਚੀਜ਼ਾਂ ਨੇ ਉਹ ਲਿਮਟਾਂ ਘਟਾ ਰਹੇ ਨੇ, ਜਿਵੇਂ ਅੱਜ DAP ਲਾ ਲਾ, ਉਹ ਕਾਰਪੋਰੇਟ ਸੈਕਟਰ ਨੂੰ ਵੱਧ ਦੇਤੇ ਆ, ਸੁਸਾਇਟੀ 'ਚ 50% ਕਰਦੇ ਆ। ਹੁਣ ਕਿਸਾਨ ਵਿਚਾਰਾ ਕਰੂ ਕੀ? ਉਹਨਾਂ ਆਟੋਮੈਟਿਕ ਜਿਹੜੀਆਂ ਸਰਕਾਰਾਂ ਨੇ ਨਾ, ਇਹ ਸਾਰਾ ਸਾਧਨ ਕਾਰਪੋਰੇਟ ਦੇ ਹੱਥਾਂ 'ਚ ਦੇਣਾ ਚਾਹੁੰਦੇ ਨੇ। ਕਾਰਪੋਰੇਟ ਨੂੰ ਜਿਵੇਂ ਮਰਜ਼ੀ ਚਲਾਵੇ, ਜਿਵੇਂ ਮਰਜ਼ੀ ਵਰਤੇ। ਦਿੱਕਤ ਮੇਨ ਇੱਥੇ ਆ, ਹੋਰ ਕੋਈ ਸਮੱਸਿਆ ਨਹੀਂ ਹੈਗੀ। ਜਿਵੇਂ ਹੁਣ ਸੁਸਾਇਟੀ ਉਹਨਾਂ ਫੇਲ ਕਰ ਰਹੇ ਨੇ, ਜਦ ਕਿ ਸੁਸਾਇਟੀਆਂ ਦੇ ਵਿੱਚ ਜਿਵੇਂ ਸੰਧੂ ਸਾਹਿਬ ਕਹਿ ਰਹੇ ਨੇ ਸਾਰੀਆਂ ਮਸ਼ੀਨਰੀ ਆ ਜੋ ਵੀ, ਉਹ ਸੁਸਾਇਟੀ ਨੂੰ ਸਰਕਾਰ ਵੱਲੋਂ ਮਿਲਣੇ ਚਾਹੀਦੇ ਨੇ, ਕਿਉਂਕਿ ਸੁਸਾਇਟੀਆਂ 5-7 ਪਿੰਡਾਂ ਦੀਆਂ ਨੇ। ਜੇ ਉੱਥੇ ਸਾਧਨ ਜਾਣਗੇ, ਲੋਕਾਂ ਨੂੰ ਆਟੋਮੈਟਿਕ ਜਾਗਰੂਕਤਾ ਹੋਊਗੀ ਵੀ ਭਾਈ ਆਪਾਂ ਇਹ ਪਰਾਲੀ ਨੂੰ ਐਵੇਂ ਬਚਾ ਸਕਦੇ ਤਾਂ ਇਹ ਹੱਲ ਕਰ ਸਕਦੇ ਆ। ਹੱਲ ਕਾਫੀ ਨੇ ਜੇ ਸਰਕਾਰ ਕਰਨਾ ਚਾਹਵੇ। ਜੀ ਐਸੇ ਤੇ ਕੋਚਰ ਸਾਹਿਬ ਕੋ ਗੱਲ ਕਰਾਂਗੇ। ਕੋਚਰ ਸਾਹਿਬ, ਫਿਰ ਉਹੀ ਗੱਲ ਆ ਗਈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਹੀ ਜਾਣਾ ਚਾਹੁੰਦਾ ਸਾਰਾ ਕੁਝ। ਜੀ ਕੋਚਰ ਸਾਹਿਬ ਸੁਣ ਪਾ ਰਹੇ ਹੋ? ਲੱਗਦਾ ਕੋਚਰ ਸਾਹਿਬ ਨਾਲ ਕੰਟੈਕਟ ਨਹੀਂ ਹੋ ਪਾ ਰਿਹਾ। ਕੁਲਦੀਪ ਸਿੰਘ ਜੀ, ਇਸੇ ਤੇ ਤੁਹਾਡੇ ਨਾਲ ਗੱਲ ਕਰਨਾ ਚਾਹਾਂਗੇ ਕਿ ਕਾਰਪੋਰੇਟ ਘਰਾਣਿਆਂ ਦੀ ਜੋ ਗੱਲ ਚੱਲ ਰਹੀ ਹੈ ਉਹ ਘੁੰਮ ਫਿਰ ਕੇ ਫਿਰ ਉੱਥੇ ਹੀ ਆ ਜਾਂਦੀ ਹੈ। ਬਿਲਕੁਲ ਠੀਕ ਗੱਲ ਹੈ ਜੀ। ਕਿਸਾਨ ਤਾਂ ਪਹਿਲਾਂ ਹੀ ਇਹ ਗੱਲ ਕਰ ਹੀ ਰਿਹਾ ਹੈ ਕਿ ਵੀ ਜਿਹੜੇ ਕਾਨੂੰਨ ਲਿਆਂਦੇ ਗਏ ਨੇ ਇਹ ਕਾਰਪੋਰੇਟ ਸੈਕਟਰ ਦੇ ਹੱਕ ਵਿੱਚ ਹੈਗੇ ਨੇ। ਜਿਹਨਾਂ ਨੂੰ ਕਾਲੇ ਕਾਨੂੰਨ ਕਿਹਾ ਜਾਂਦਾ ਹੈ, 1 ਸਾਲ ਹੋ ਗਿਆ ਜਿਹਦੇ ਵਾਸਤੇ ਕਿਸਾਨ ਦਿੱਲੀ ਧਰਨੇ ਤੇ ਬੈਠੇ ਨੇ। ਤੇ ਕਾਰਪੋਰੇਟ ਅਸੀਂ ਦੇਖ ਹੀ ਰਹੇ ਹਾਂ, ਜਿਹੜੇ ਪਿਛਲੇ ਕੁਝ ਸਮੇਂ ਦੇ ਸੈਂਟਰ ਸਰਕਾਰ ਜਿਹੜੇ ਫੈਸਲੇ ਨੇ, ਉਹ ਇੰਝ ਲੱਗਦਾ ਹੈ ਕਿ ਕਾਰਪੋਰੇਟ ਪ੍ਰਭਾਵਿਤ ਨੇ, ਵੀ ਕਾਰਪੋਰੇਟ ਕਿਸੇ ਤਰੀਕੇ ਨਾਲ ਇਹਦੇ ਪਿੱਛੇ ਉਹਨਾਂ ਨੂੰ ਜਿਹੜੇ ਫੈਸਲੇ ਹੁੰਦੇ ਨੇ ਸਰਕਾਰ ਦੇ, ਸੈਂਟਰ ਸਰਕਾਰ ਦੇ, ਉਹਦੇ ਪਿੱਛੇ ਕਾਰਪੋਰੇਟ ਦਿਮਾਗ ਕੰਮ ਕਰ ਰਿਹਾ। ਗੱਲ ਉੱਥੇ ਆ ਜਾਂਦੀ ਹੈ ਜੀ, ਸਰਕਾਰ ਆਪਣੀ ਵਿਲ ਨਾਲ ਕੰਮ ਨਹੀਂ ਕਰਦੀ ਤੇ ਕਾਰਪੋਰੇਟ ਬਾਬੂਸ਼ਾਹੀ ਰਾਹੀਂ ਆਪਣੇ ਜਿਹੜੇ ਵੀ ਫੈਸਲੇ ਨੇ ਉਹ ਕਰਵਾਉਣ ਵਿੱਚ ਜਿਹੜੇ ਸਰਕਾਰ ਤੋਂ ਕਾਮਯਾਬ ਹੋ ਜਾਂਦਾ ਹੈ। ਉਹ ਇਸ ਕਰਕੇ ਹੀ ਹੋ ਜਾਂਦਾ ਹੈ ਕਿਉਂਕਿ ਜਿਹੜੇ ਸਾਡੇ ਸੈਂਟਰ ਦੇ ਵਜ਼ੀਰ ਨੇ ਜਾਂ ਸਟੇਟਸ ਦੇ ਵਜ਼ੀਰ ਨੇ, ਉਹ ਉਸ ਲੈਵਲ ਤੇ ਉਸ ਚੀਜ਼ ਦੀ ਡੂੰਘਾਈ ਨਾਲ ਘੋਖ ਕਰ ਹੀ ਨਹੀਂ ਪਾਉਂਦੇ। ਇਹ ਬੜੀ ਵੱਡੀ ਗੱਲ ਮੈਂ ਕਹਿ ਰਿਹਾ। ਜਿਹੜੀ ਗੱਲ ਇਹਦੇ ਵਿੱਚ ਬਹੁਤ ਵੱਡੀਆਂ ਸੱਚਾਈਆਂ ਛੁਪੀਆਂ ਹੋਈਆਂ ਨੇ, ਇਹ ਸਾਰੇ ਨੂੰ ਜਾਣਦੇ ਨੇ। ਤੇ ਉਹ ਇਸ ਕਰਕੇ ਉਹ ਚਾਹੁੰਦੇ ਵੀ ਇਹੋ ਜਿਹੇ ਨੇ ਵੀ ਸਰਕਾਰਾਂ ਵੀ ਇਹੋ ਜਿਹੀਆਂ ਹੀ ਹੋਣ ਜਿਹੜੀਆਂ ਡੂੰਘਾਈ ਤੱਕ ਨਾ ਜਾ ਸਕਣ। ਹੁਣ ਜਿੱਦਾਂ ਹੁਣ CM ਸਾਹਿਬ ਆਏ ਨੇ ਚੰਨੀ ਜੀ, ਇਹ ਕਾਫੀ ਪੜ੍ਹੇ ਲਿਖੇ ਨੇ। ਪੜ੍ਹੇ ਲਿਖੇ ਜਿਹੜੇ ਸੋਚ ਵਿਚਾਰ ਕਰਨ ਵਾਲੀਆਂ ਜਿਹੜੀਆਂ ਸਰਕਾਰਾਂ ਨੇ, ਉਹ ਖਾਸ ਤੌਰ ਤੇ ਜੇ ਦੇਖੋ ਸਰਕਾਰ ਦਾ ਮਤਲਬ ਕੀ ਹੁੰਦਾ? ਸਰਕਾਰ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਆਮ ਲੋਕਾਂ ਦਾ ਵੈਲਫੇਅਰ ਸਟੇਟ ਹੈ। ਆਪਾਂ ਜਦੋਂ ਵੈਲਫੇਅਰ ਸਟੇਟ ਦੀ ਗੱਲ ਕਰਦੇ ਹਾਂ ਤੇ ਵੈਲਫੇਅਰ ਸਟੇਟ ਦੇ ਨਾਲ ਆਮ ਲੋਕ ਜਿਹੜੇ ਨੇ, ਉਹਨਾਂ ਦੇ ਮੁੱਦੇ ਜਿਹੜੇ ਨੇ ਉਹ ਜੁੜੇ ਹੁੰਦੇ ਨੇ। ਮੁੱਖ ਤੌਰ ਤੇ ਸਿਹਤ, ਸਿੱਖਿਆ, ਇਹ ਤਾਂ ਦੋਨੇ ਬਹੁਤ ਮੁੱਢਲੀਆਂ ਚੀਜ਼ਾਂ ਨੇ ਵੀ ਜੇ ਸਿਹਤ ਨਹੀਂ ਤਾਂ ਕੁਝ ਵੀ ਨਹੀਂ, ਤੇ ਜੇ ਸਿੱਖਿਆ ਨਹੀਂ ਤਾਂ ਮੁਲਕ ਕਿਵੇਂ ਤਰੱਕੀ ਕਰੇਗਾ। ਤੇ এনवायरमेंट ਹੈ। ਬਾਕੀ ਜਿਹੜੇ ਵੀ ਫੈਕਟਰਸ ਮੇਨ ਨੇ, ਇਹਨਾਂ ਵਾਸਤੇ ਲੋਕਾਂ ਵਾਸਤੇ ਕੰਮ ਕਰਨ ਦਾ ਕੰਮ ਸਰਕਾਰਾਂ ਦਾ ਹੁੰਦਾ। ਬਟ ਸਰਕਾਰਾਂ ਕਿਤੇ ਨਾ ਕਿਤੇ ਫਸੀਆਂ ਰਹਿ ਜਾਂਦੀਆਂ ਨੇ ਤੇ ਗੱਲਾਂ ਕੁਝ ਹੋਰ ਹੀ ਨਿਕਲ ਜਾਂਦੀਆਂ ਨੇ। ਤੇ ਮੁਨਾਫਾਖੋਰੀ ਜਿਹੜੀ ਹੈ, ਉਹ ਮੁਨਾਫਾਖੋਰੀ ਕਾਰਪੋਰੇਟ ਜਿਹੜਾ ਕਰਦਾ ਹੈ, ਉਹਦੇ ਪਿੱਛੇ ਲੱਗ ਕੇ ਜਿਹੜਾ ਆਮ ਆਦਮੀ ਹੈ, ਕਾਮਨ ਮੈਨ ਹੈ, ਉਹਦੀਆਂ ਜਿੰਨੀਆਂ ਵੀ ਡਿਮਾਂਡਸ ਨੇ ਉਹ ਨਗੌਣੀਆਂ ਹੋ ਜਾਂਦੀਆਂ ਨੇ, ਉਹ ਅਣਗੌਲੀਆਂ ਹੋ ਜਾਂਦੀਆਂ ਨੇ। ਇਹੀ ਕੁਝ ਵਾਪਰ ਰਿਹਾ ਇਸ ਟਾਈਮ ਸਾਰੇ ਮੁਲਕ ਦੇ ਵਿੱਚ। ਤੁਸੀਂ ਦੇਖੋ ਨਾ, ਕੱਲ ਵੀ ਮੈਂ ਡਿਬੇਟ 'ਚ ਬੈਠਾ ਇਹੀ ਗੱਲ ਕਰ ਰਿਹਾ ਸੀਗਾ ਕਿ ਕਾਮਨ ਮੈਨ ਨੇ ਫਲਾਈਓਵਰਸ ਤੋਂ ਜਾਂ ਉਸ ਲੈਵਲ ਦੇ ਵਿਕਾਸ ਤੋਂ ਕੀ ਕਰਨਾ? ਉਹਨੂੰ ਤਾਂ ਆਪਣੀ ਰੋਟੀ ਤੱਕ ਨਹੀਂ ਮਿਲਦੀ। ਕਿਸਾਨ ਅੱਡ ਪਰੇਸ਼ਾਨ ਹੈ, ਕਾਮਨ ਮੈਨ ਅੱਡ ਪਰੇਸ਼ਾਨ ਹੈ। ਬੇਰੁਜ਼ਗਾਰੀ, ਮਤਲਬ ਕਿ ਤੁਸੀਂ ਲਾ ਲਓ ਹਿਸਾਬ ਵੀ ਬੇਰੁਜ਼ਗਾਰੀ ਦੀ ਦਰ ਕਿਸ ਲੈਵਲ ਤੇ ਜਾ ਰਹੀ ਹੈ। ਅੱਜ ਮੈਂ ਇੱਕ ਖਬਰ ਪੜ੍ਹ ਰਿਹਾ ਸੀ ਕਿ ਜਿਹੜੀ ਹੈਗੀ ਆ ਆਪਣਾ ਖੁਦਰਾ ਜਿਹੜੀ ਹੈਗੀ ਹੈ ਮਹਿੰਗਾਈ ਦਰ, ਇਹ ਘਟੀ ਹੈ। ਬਟ ਗੱਲ ਇਹ ਹੈ ਕਿ ਜਿਹੜੀ ਖੁਦਰਾ ਮਹਿੰਗਾਈ ਦਰ ਜਿਹੜੀ ਘਟ ਰਹੀ ਹੈ, ਉਹਦੇ ਨਾਲ ਆਮ ਲੋਕਾਂ ਨੂੰ ਕੀ ਫਾਇਦਾ ਹੋ ਰਿਹਾ? ਆਮ ਲੋਕਾਂ ਦਾ ਤਾਂ ਰਸੋਈ ਦਾ ਬਜਟ ਜਿਹੜਾ ਹੈ ਉਹ ਤਾਂ ਵਿਗੜ ਚੁੱਕਿਆ ਬਹੁਤ ਬੁਰੀ ਤਰ੍ਹਾਂ। ਡੀਜ਼ਲ ਦੇ ਰੇਟ ਜਾਂ ਪੈਟਰੋਲ ਦੇ ਰੇਟ ਉਸ ਲੈਵਲ ਤੇ ਕੀਤੇ ਗਏ ਨੇ, ਉਹ ਸਾਰੇ ਪਾਸੇ ਇਫੈਕਟ ਕਰਦੇ ਨੇ। ਉਹ ਕਿਸਾਨਾਂ ਨੂੰ ਵੀ ਇਫੈਕਟ ਕਰਦੇ ਨੇ। ਉਹ ਜਿਹੜੀਆਂ ਰੋਜ਼ਮर्रा ਦੀਆਂ ਚੀਜ਼ਾਂ ਆਮ ਬੰਦੇ ਦੀਆਂ ਨੇ, ਉਹ ਵੀ ਮਹਿੰਗਾਈ ਕਰਕੇ ਉਹ ਪਰੇਸ਼ਾਨੀ ਆਉਂਦੀ ਹੈ। ਤਾਂ ਗੱਲ ਤਾਂ ਮੁੱਕਦੀ ਗੱਲ ਇੱਥੇ ਆਪਾਂ ਜਿਹੜੇ ਕੰਟੈਕਸਟ 'ਚ ਆਪਾਂ ਅੱਜ ਬੈਠੇ ਹਾਂ, ਉਹ ਪਰਾਲੀ ਵਾਲੀ ਜਿਹੜੀ ਗੱਲ ਹੈ,
এনवायरमेंट ਨੂੰ ਨੋ ਡਾਊਟ ਕੋਈ ਵੀ ਚੀਜ਼ ਜਿਹੜੀ ਆਪਾਂ ਸਬਲ ਬਰਨਿੰਗ ਕਹਿ ਲਓ ਇਹਨੂੰ, ਜਦੋਂ ਆਪਾਂ ਕਰਦੇ ਆ ਕੋਈ ਮਾਸ ਲੈਵਲ ਤੇ ਜਦੋਂ ਇਹ ਚੀਜ਼ ਹੁੰਦੀ ਹੈ ਉਹ ਨੋ ਡਾਊਟ এনवायरमेंट ਨੂੰ ਇਫੈਕਟ ਕਰਦੀ ਹੈ। ਬਟ ਉਹਦੇ ਵਾਸਤੇ ਜਿੱਦਾਂ ਜਗਜੀਤ ਜੀ ਨੇ ਇਹ ਗੱਲ ਕਹੀ ਸੀ ਕਿ ਵੀ ਤੁਸੀਂ ਰੂਟ ਕਾਜ਼ ਦੇ ਵਿੱਚ ਜਾਓ, ਰੂਟ ਕਾਜ਼ ਨੂੰ ਫੜੋ, ਟੌਕਸਿਸਿਟੀ ਘਟੇਗੀ ਤੇ ਜਦੋਂ ਟੌਕਸਿਸਿਟੀ ਉਸ ਲੈਵਲ ਤੇ ਘਟ ਜਾਏਗੀ, ਜ਼ਮੀਨਾਂ ਅੱਛੀਆਂ ਹੋ ਜਾਣਗੀਆਂ ਤੇ ਨੈਚੁਰਲੀ ਇਹ ਜਿਹੜੀ ਜੇ ਸਬਲ ਬਰਨਿੰਗ ਹੋਏਗੀ ਵੀ ਕਿਤੇ ਨਾ ਕਿਤੇ ਤੇ ਉਹਦਾ ਇਫੈਕਟ ਇਦਾਂ ਦਾ ਹੋਏਗਾ ਜਿਹੜਾ ਇਸ ਤਰੀਕੇ ਨਾਲ ਹੋ ਰਿਹਾ। ਇਨੋਵੇਸ਼ਨਸ ਪਲੱਸ ਜਿਹੜੀ ਅੱਜ ਦੀ ਡੇਟ ਦੇ ਵਿੱਚ ਕਿਸਾਨਾਂ ਦੀ ਸਮੱਸਿਆ ਹੈ ਉਹ ਹੈਗੀ ਹੈ ਪੈਸੇ ਪਰਾਲੀ ਨੂੰ ਲੈ ਕੇ। ਇਨੋਵੇਸ਼ਨ ਪਲੱਸ ਮੌਜੂਦਾ ਸਮੱਸਿਆ ਦਾ ਤੁਰੰਤ ਹੱਲ, ਮਤਲਬ ਹੱਲ ਤਾਂ ਨਹੀਂ ਹੈ ਇਹ, ਬਟ ਘੱਟੋ ਘੱਟ ਇੱਕ ਇਹੋ ਜਿਹਾ ਜਿਹਨੂੰ ਆਪਾਂ ਕਹਿ ਸਕਦੇ ਆਲਟਰਨੇਟ ਜ਼ਰੂਰ ਹੈਗਾ ਕਿ ਵੱਡੇ ਹੱਲ ਤੱਕ ਪਹੁੰਚਣ ਤੱਕ ਇਹ ਆਲਟਰਨੇਟ ਕਿਸਾਨ ਨੂੰ ਪੈਸਾ ਚਾਹੀਦਾ ਹੈ, ਉਹ ਜਿਹੜੀ ਉਹਦੀ ਡਿਮਾਂਡ ਹੈ ਉਹ ਮੀਟ ਹੋ ਜਾਵੇ ਤਾਂ ਮੇਰੇ ਖਿਆਲ ਨਾਲ ਹਾਲ ਦੀ ਘੜੀ ਇਸ ਸਮੱਸਿਆ ਦਾ ਫੌਰੀ ਹੱਲ ਜਿਹੜਾ ਆਲਟਰਨੇਟ ਉਹ ਬਣ ਸਕਦਾ। ਜੀ ਕੁਲਦੀਪ ਜੀ, ਆਪਣੇ ਕੋ ਸਮੇਂ ਦੀ ਘਾਟ ਹੋਣ ਦੇ ਕਾਰਨ ਮੈਂ ਹੁਣ ਆਖਰੀ ਕਮੈਂਟ ਚਾਹਾਂਗਾ ਸਾਰਿਆਂ ਦਾ। ਸਭ ਤੋਂ ਪਹਿਲਾਂ ਸੰਧੂ ਸਾਹਿਬ, ਆਖਰੀ ਕਮੈਂਟ ਤੁਹਾਡਾ ਇੱਥੇ। ਆਖਰੀ ਕਮੈਂਟ ਮੇਰਾ ਇਹੋ ਹੀ ਹੈ ਵੀ ਹੋਪ ਫॉर ਦਾ ਬੈਸਟ। ਆਪਾਂ ਸਾਰੇ ਰਲ ਕੇ, ਸਾਰੇ ਮੁਆਸ਼ਰੇ ਦਾ ਹਿੱਸਾ ਹੈ, ਪਾਰਟੀਆਂ ਤਾਂ ਇੱਕ ਬੰਨੇ ਰਹਿ ਗਈਆਂ ਤੇ ਆਪਾਂ ਸਾਰੇ ਰਲ ਕੇ ਥੋੜਾ ਥੋੜਾ ਹਿੱਸਾ ਪਾਈਏ। ਨਵਾਂ ਪੰਜਾਬ ਜਿਹੜਾ ਨਵਾਂ ਤੁਸੀਂ ਵੇਖਿਆ, ਰਵਾਇਤੀ ਪੰਜਾਬ ਜਿਹੜੇ ਰਵਾਇਤੀ ਪਾਰਟੀਆਂ ਹੁੰਦੀਆਂ ਸੀ ਉਹਨਾਂ ਤੋਂ ਹਟ ਕੇ ਸਾਡੇ ਸੀਐਮ ਸਾਹਿਬ ਕੰਮ ਕਰ ਰਹੇ ਨੇ, ਸਾਡੇ ਪ੍ਰਧਾਨ ਸਾਹਿਬ ਹਟ ਕੇ ਕੰਮ ਕਰ ਰਹੇ ਨੇ। ਤੇ ਮੈਂ ਕਿਸਾਨਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਵੀ ਥੋੜਾ ਹਟ ਕੇ, ਖੇਤੀ ਨੂੰ ਵੀ ਥੋੜਾ ਹਟ ਕੇ, ਚਾਹੇ ਨਵੀਂ ਫਸਲ ਹੋਰ ਕੋਈ ਬੀਜੀਏ, ਨਵੇਂ ਕੋਈ ਪੈਦਾਵਾਰ ਹੋਰ ਕਰੀਏ, ਪਰਾਲੀ ਤੋਂ ਆਪਾਂ ਮਸ਼ਰੂਮ ਉਗਾਈਏ, ਕੋਈ ਹੋਰ ਮੱਛੀ ਪਾਲਣ ਕਰੀਏ, ਕੋਈ ਨਵਾਂ ਧੰਦੇ ਵੀ ਨਾਲ ਜਿਹੜੇ ਅਪਣਾਈਏ, ਸਹਾਇਕ ਧੰਦੇ ਜਿਹਨੂੰ ਆਪਾਂ ਕਹਿੰਦੇ ਹਾਂ, ਜਿਨ੍ਹਾਂ ਨਾਲ ਅਸੀਂ ਖੁਸ਼ਹਾਲ ਹੋ ਸਕੇ। ਦੇਖੋ, ਕਿਸਾਨ ਖੁਸ਼ਹਾਲ ਹੋਏਗਾ ਤੇ ਪੰਜਾਬ ਖੁਸ਼ਹਾਲ ਹੋਏਗਾ, ਪੰਜਾਬ ਖੁਸ਼ਹਾਲ ਹੋਏਗਾ ਤੇ ਦੇਸ਼ ਖੁਸ਼ਹਾਲ ਹੋਏਗਾ। ਹਾਲਾਂਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਡੀ ਜਿਹੜੀ ਬੀਜੇਪੀ ਪਾਰਟੀ ਆ ਉਹ ਪੰਜਾਬ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ। ਇਹ ਤੇ ਅਸੀਂ ਆਪਣੇ ਜ਼ੋਰ ਨਾਲ ਹੀ ਤੇ ਸਾਡੇ ਕਿਸਾਨ ਆਪਣੇ ਜ਼ੋਰ ਨਾਲ ਪੰਜਾਬ ਨੂੰ ਬਚਾ ਰਹੇ ਨੇ। ਜੀ ਗੁਰਧਿਆਨ ਸਿੰਘ ਜੀ, ਆਖਰੀ ਕਮੈਂਟ ਤੁਹਾਡਾ ਜਾਵਾਂਗੇ। ਦੇਖੋ ਜੀ, ਇਹਦੇ ਵਿੱਚ ਕਿਸਾਨ ਦਾ ਪੂਰਾ ਸਮਰਥਨ ਆ। ਘੱਟ ਸ਼ਬਦਾਂ ਦੇ ਵਿੱਚ ਕਿਸਾਨ ਚਾਹੁੰਦਾ ਵੀ ਸਰਕਾਰਾਂ ਨੂੰ ਚੁਣਦਾ ਕਾਹਦੇ ਵਾਸਤੇ ਵੀ ਸਾਡੇ ਹਿੱਤਾਂ ਦੀ ਰਾਖੀ, ਉਹ ਵੋਟਾਂ ਬਣਾ ਕੇ ਉਹਨੂੰ ਤਾਂ ਹੀ ਚੁਣਦੇ ਸਰਕਾਰਾਂ ਨੂੰ ਵੀ ਉਹ ਕਿਸਾਨਾਂ ਵੱਲ, ਹਰ ਇੱਕ ਵਰਗ ਦੇ ਵੱਲ ਧਿਆਨ ਦੇਣ। ਅਸੀਂ ਵੀ ਚਾਹੁੰਦੇ ਵੀ ਸਾਡੇ ਪੰਜਾਬ ਦਾ ਮਾਹੌਲ ਜਾਂ ਪੰਜਾਬ ਖੁਸ਼ਹਾਲ ਹੋਵੇ। ਸਭ ਤੋਂ ਪਹਿਲਾਂ ਸਿਹਤ ਜ਼ਰੂਰੀ ਆ, ਉਹਦੇ ਵਿੱਚ ਜਿੰਨਾ ਕੁ ਸਹਿਯੋਗ ਕਿਸਾਨਾਂ ਤੋਂ ਸਰਕਾਰਾਂ ਮੰਗਦੇ ਨੇ ਉਹ ਦੇਣ ਨੂੰ ਤਿਆਰ ਨੇ, ਪਰ ਕਿਸਾਨਾਂ ਦੀਆਂ ਕੁਝ ਮਜਬੂਰੀਆਂ ਵੀ ਨੇ ਜਿਹਦੇ ਕਰਕੇ ਇਹਦੇ ਵੱਲ ਧਿਆਨ ਦੇਣਾ ਚਾਹੀਦਾ। ਪਿੰਡਾਂ 'ਚ ਮੈਂ ਪਹਿਲਾਂ ਗੱਲ ਕਰੀ ਸੁਸਾਇਟੀਆਂ ਬਾਰੇ ਜਾਂ ਕਿਸਾਨਾਂ ਦੀਆਂ ਮੁਸ਼ਕਲਾਂ ਜ਼ੀਰੋ ਲੈਵਲ ਤੇ, ਸਿਰਫ ਆਪਾਂ ਉੱਪਰ ਲੈਵਲ ਤੇ ਇਹਨੂੰ ਕਹਿ ਸਕਦੇ ਵੀ ਆਪਾਂ ਨੇ ਪੜ੍ਹਾਈ ਕਰਕੇ ਜਾਂ ਜਦ ਤੱਕ ਆਪਾਂ ਜ਼ੀਰੋ ਲੈਵਲ ਤੇ ਆ ਕੇ ਉਹਦੇ ਵਿੱਚ ਵਿਚਰਦੇ ਨਹੀਂ ਹੈਗੇ, ਉਸ ਤੱਕ ਸਮੱਸਿਆ ਦੇ ਜੜ ਤੱਕ ਨਹੀਂ ਜਾ ਸਕਦਾ। ਸੋ ਜਿਵੇਂ ਇਹਦੇ ਵਿੱਚ ਅਸੀਂ ਵੀ ਕੋਸ਼ਿਸ਼, ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਪਰਾਲੀ ਨੂੰ ਅੱਗ ਨਾ ਲਾਈਏ, ਵੰਡ ਸੰਬੰਧੀ ਫਸਲਾਂ ਬੀਜੀਏ, ਬੀਜਦੇ ਵੀ ਆ, ਪਰ ਉਸ ਟਾਈਮ ਸਾਨੂੰ ਜਿਵੇਂ ਭਾਜੀਆਂ ਸਬਜ਼ੀਆਂ ਲਾਉਂਦੇ ਆ ਉਹਦਾ ਰੇਟ ਨਹੀਂ ਮਿਲਦਾ। ਕਦੇ ਸਾਡੇ ਆਲੂ ਰੁੜ ਗਏ, ਕਦੇ ਸਾਡੀ ਹਲਦੀ ਰੁੜ ਗਈ, ਕਦੇ ਸਾਡੀ ਗੋਭੀ ਰੁੜ ਗਈ, ਕਦੇ ਮਰ। ਠੀਕ ਹੈ ਕੋਚਰ ਸਾਹਿਬ, ਤੁਹਾਡਾ ਆਖਰੀ ਕਮੈਂਟ। I think real solution is ਸਾਨੂੰ ਆਪਣੀ thinking ਵਿੱਚ Israeli scientific approach. If we see agriculture practices in Israel, we are almost on the same size. This is one. Secondly, ਅਸੀਂ ਆਪਣਾ ਜਿਹੜਾ ਪ੍ਰਾਈਸ ਡਿਟਰਮੀਨੇਸ਼ਨ, ਆਪਾਂ MSP ਦੀ ਗੱਲ ਤੇ ਜ਼ਰੂਰ ਕਰਦੇ ਹਾਂ, ਲੇਕਿਨ ਉਹ ਅਸੀਂ ਉਹ MSP ਦਾ ਪ੍ਰਾਈਸ ਡਿਟਰਮੀਨੇਸ਼ਨ ਛੱਡ ਦਿੰਦੇ ਹਾਂ। ਸੈਂਟਰਲ ਗਵਰਨਮੈਂਟ ਦੀ ਬੋਡੀ ਹੈਗੀ ਹੈ CSEP ਦੇ ਉੱਤੇ। I think every state has a different cost factor. ਹਰ ਸਟੇਟ ਦੇ ਅੰਦਰ ਇੱਕ ਅਥਾਰਟੀ ਬਣਨੀ ਚਾਹੀਦੀ ਜਿਹਨੂੰ ਆਪਾਂ CSEP ਵੀ ਕਹਿ ਸਕਦੇ ਹਾਂ, ਜੋ ਆਪ ਡਿਸਾਈਡ ਕਰੇ ਕਿ ਅਸੀਂ ਸਰਕਾਰ ਨੂੰ ਅਗਰ ਦੇਣੀ ਵੀ ਹੈ ਅਸੀਂ ਕੀ ਭਾ ਦਿਆਂਗੇ, ਸਾਡੀ ਲਾਗਤ ਹੈ ਕਿੰਨੀ। ਤੁਸੀਂ ਹੈਰਾਨ ਹੋਗੇ, MSP ਜਿਹੜੀ ਪੰਜਾਬ ਜਿਹੜੀ ਕੈਲਕੂਲੇਟ ਹੁੰਦੀ ਹੈ ਉਹਦੇ ਵਿੱਚ ਪੰਜਾਬ ਜਿਹੜਾ ਫ੍ਰੀ ਇਲੈਕਟ੍ਰਿਸਿਟੀ ਜਾਂ ਵਾਟਰ ਦੇ ਰਿਹਾ ਹੈ ਉਹਦੀ ਕਾਸਟ ਪਾਈ ਨਹੀਂ ਜਾਂਦੀ। ਇਹਦਾ ਮਤਲਬ ਸੈਂਟਰਲ ਗਵਰਨਮੈਂਟ ਇਹ ਮੰਨਦੀ ਹੈ, ਸੈਂਟਰਲ ਗਵਰਨਮੈਂਟ ਇਹ ਮੰਨਦੀ ਹੈ ਕਿ ਇੱਥੇ ਪੈਦਾਵਾਰ ਬਿਨਾਂ ਬਿਜਲੀ ਦੀ ਕਾਸਟ ਔਰ ਪਾਣੀ ਦੀ ਕਾਸਟ ਤੇ ਹੁੰਦੀ ਹੈ। These anomalies will have to be removed. Scientific thinking will have to be brought in. I think then we will find the real solutions. ਪ੍ਰਿੰਸ ਜੀ, ਤੁਹਾਡੀ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਕੀ ਕੁਝ ਕਰਦੀਆਂ ਨੇ, ਕਿਉਂਕਿ ਦਾਅਵੇ ਤਾਂ ਹਰ ਸਾਲ ਹੀ ਸਰਕਾਰਾਂ ਕਿਸਾਨਾਂ ਦੇ ਹੱਕ 'ਚ ਕਰਦੀਆਂ ਨੇ, ਪਰ ਜ਼ਮੀਨੀ ਪੱਧਰ ਤੇ ਕੁਝ ਹੋਰ ਹੀ ਦਿਖਾਈ ਦਿੰਦਾ ਹੈ। ਫਿਲਹਾਲ ਇਸ ਡਿਬੇਟ ਦੇ ਵਿੱਚ ਇੰਨਾ ਹੀ। ਧੰਨਵਾਦ ਸਾਰਿਆਂ ਦਾ ਸਾਡੇ ਨਾਲ ਜੁੜਨ ਦੀ। ਧੰਨਵਾਦ।